ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ। ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਜੀ। ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ। ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ। ਸਾਧ ਸੰਗਤ ਜੀ, ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ। ਅੱਜ ਆਪਾਂ 1367 ਅੰਗ ਤੋਂ ਗਿਆਨ ਸ਼ੁਰੂ ਕਰਾਂਗੇ ਅਤੇ 56ਵਾਂ ਜਿਹੜਾ ਹੈਗਾ ਕਬੀਰ ਜੀ ਦਾ ਸ਼ਲੋਕ ਆਪਾਂ ਨੇ ਲੈਣਾ ਹੈ 1367 ਅੰਗ। ਉਹਦੇ ਵਾਸਤੇ ਜਿਹੜਾ ਹੈਗਾ ਪਰਮਾਤਮਾ ਦੇ ਮਿਲਣ ਦਾ ਜਿਹੜਾ ਹੈਗਾ ਮਾਲਕ ਨੂੰ ਮਿਲਣ ਵਾਸਤੇ ਕੰਡੀਸ਼ਨ ਜਿਹੜੀ ਹੈਗੀ ਆ, ਜੋ ਆਪਾਂ ਨੂੰ ਰਿਕੁਆਇਰਮੈਂਟ ਹੈਗੀ ਆ ਪਰਮਾਤਮਾ ਵੱਲੋਂ, ਜਿਹੜੀ ਰਿਕੁਆਇਰਮੈਂਟ ਹੈਗੀ ਆ, ਕਬੀਰ ਜੀ ਜਿਹੜੇ ਬ੍ਰਹਮ ਗਿਆਨੀ ਜਿਹੜੇ ਹੈਗੇ ਆ ਉਹ ਆਪਾਂ ਨੂੰ ਗਿਆਨ ਦੇ ਰਹੇ ਆ। ਕਬੀਰ ਹਰ ਦੀ ਪੀਰੀ ਚੂਨਾ ਉਜਲ ਪਾਏ, ਰਾਮ ਸਨੇਹੀ ਤਉ ਮਿਲੈ ਦੋਨੋਂ ਵਰਨ ਗਵਾਏ। ਕਹਿੰਦੇ ਹਲਦੀ ਜਿਹੜੀ ਹੈ, ਹਲਦੀ ਪੀਲੇ ਰੰਗ ਦੀ ਹੁੰਦੀ ਆ, ਉਹ ਪੱਕਾ ਰੰਗ ਹੁੰਦਾ ਹਲਦੀ ਦਾ, ਉਹ ਕੱਪੜੇ ਤੇ ਲੱਗ ਜੇ ਨਹੀਂ ਨਿਕਲਦਾ ਉਹ। ਤੇ ਚੂਨਾ ਜਿਹੜਾ ਹੁੰਦਾ ਹੈ ਉਹ ਚਿੱਟਾ ਹੁੰਦਾ ਹੈ। ਕਹਿੰਦੇ ਹਲਦੀ ਜਿਵੇਂ ਹੈਗੀ ਪੀਲੇ ਰੰਗ ਦੀ ਹਲਦੀ ਤੇ ਚਿੱਟੇ ਰੰਗ ਦਾ ਚੂਨਾ, ਤੇ ਜਦ ਦੋਨੋਂ ਮਿਲਦੇ ਆ ਤੇ ਲਾਲ ਰੰਗ ਪੈਦਾ ਹੋ ਜਾਂਦਾ ਹੈ। ਹਲਦੀ ਦਾ ਰੰਗ ਚਲੇ ਜਾਂਦਾ ਹੈ, ਚੂਨਾ ਵੀ ਜਿਹੜਾ ਰੰਗ ਛੱਡ ਦਿੰਦਾ ਆਪਣਾ ਚਿੱਟਾਪਨ। ਕਹਿੰਦੇ ਇਸ ਤਰ੍ਹਾਂ ਜੇ ਤੂੰ ਰਾਮ ਸਨੇਹੀ, ਰਾਮ ਨੂੰ ਪਿਆਰ ਕਰਨ ਵਾਲਾ, ਅਬਲਾਖੀ, ਉਸ ਰਾਮ ਦੇ ਦਰਸ਼ਨ ਚਾਹੁਣ ਵਾਲਾ, ਤਉ ਮਿਲੈ, ਉਸ ਮਾਲਕ ਨੂੰ ਤਾਂ ਮਿਲਦਾ ਆ, ਉਹਦੇ ਅੰਦਰ ਮਾਲਕ ਪਰਮਾਤਮਾ ਤਾਂ ਪ੍ਰਗਟ ਹੁੰਦਾ ਆ, ਦੋਨੋਂ ਵਰਨ ਗਵਾਏ। ਆਪਣੇ ਦੋਨੋਂ ਵਰਨ ਜਿਹੜੇ ਹੈਗੇ ਆ, ਡੁਐਲਿਟੀ ਜਿਹੜੀ ਹੈਗੀ ਇਹਨੂੰ ਛੱਡਦਾ ਹੈ। ਵਰਨ ਜਿਹੜਾ ਉੱਚਾ ਨੀਵਾਂ ਕਹਿ ਲਓ, ਜੇ ਜਾਤ ਪਾਤ ਜਿਹੜੀ ਹੈਗੀ, ਪਰ ਐਕਚੁਅਲ ਜਿਹੜਾ ਹੈਗਾ ਆਪਣਾ ਜਿਹੜਾ ਹੈਗਾ ਡੁਐਲਿਟੀ ਹੈਗੀ ਆ। ਆਪਾਂ ਆਪਣੇ ਆਪ ਨੂੰ ਇੱਕ ਸਮਝਦੇ ਹਾਂ, ਦੂਸਰੇ ਨੂੰ ਦੂਸਰਾ ਸਮਝਦੇ ਹਾਂ। ਆਹ ਜਿਹੜੀ ਡੁਐਲਿਟੀ ਹੈਗੀ ਆ, ਇਹ ਕੰਡੀਸ਼ਨ ਹੈਗੀ ਆ ਭਾਈ। ਸਮ ਦ੍ਰਿਸ਼ਟੀ ਹੋਏਗੀ ਤੇ ਪਰਮਾਤਮਾ ਦੇ ਮਿਲਣ ਦਾ ਚਾਂਸ ਬਣਦਾ ਹੈ। ਸਾਰਿਆਂ ਦੇ ਵਿੱਚ ਜਿਵੇਂ ਆਪਾਂ ਆਪਣੇ ਆਪ ਨੂੰ ਦੇਖ ਰਹੇ ਹਾਂ, ਉਸੇ ਤਰੀਕੇ ਦੇ ਨਾਲ ਆਪਾਂ ਨੂੰ ਦੂਸਰੇ ਨੂੰ ਵੀ ਦੇਖਣਾ ਪਊਗਾ। ਕਬੀਰ ਹਰਦੀ ਪੀਰੀ ਚੂਨਾ ਉਜਲ ਪਾਏ, ਰਾਮ ਸਨੇਹੀ ਤਉ ਮਿਲੈ ਦੋਨੋਂ ਵਰਨ ਗਵਾਏ। ਹਾਂਜੀ ਗੁਰਕੀ ਸਾਹਿਬ। ਹਾਂਜੀ ਠੀਕ ਹੈ ਜੀ। ਫਿਰ ਮੜਾ ਬੋਲ ਦੋ ਕਬੀਰ ਸਾਹਿਬ। ਹਾਂਜੀ, ਕਬੀਰ ਜੀ ਕਹਿੰਦੇ ਕਿ ਜਿਵੇਂ ਹਲਦੀ ਤੇ ਚੂਨਾ ਜਿਹੜਾ ਹੈਗਾ, ਹਲਦੀ ਦਾ ਪੀਲਾ ਰੰਗ ਆ, ਚੂਨੇ ਦਾ ਚਿੱਟਾ ਰੰਗ ਆ, ਦੋਨੋਂ ਦੇ ਦੋਨੋਂ ਜਿਹੜੇ ਹੈਗੇ ਆ, ਦੋਨਾਂ ਦਾ ਰੰਗ ਜਿਹੜੇ ਹੈਗੇ ਆਪਣਾ ਰੰਗ ਛੱਡ ਦਿੰਦੇ ਆ ਤੇ ਲਾਲ ਰੰਗ ਪੈਦਾ ਹੋ ਜਾਂਦਾ ਹੈ। ਤੇ ਇਸੇ ਤਰੀਕੇ ਦੇ ਨਾਲ ਪਰਮਾਤਮਾ ਦੀ ਭਗਤੀ ਕਰਨ ਵਾਲਾ ਜਿਹੜਾ ਹੈਗਾ, ਅਭਿਆਸੀ ਜਿਹੜਾ ਹੈਗਾ, ਰਾਮ ਨਾਲ ਸਨੇਹ ਕਰਨ ਵਾਲਾ, ਰਾਮ ਸਨੇਹੀ ਤਉ ਮਿਲੈ, ਤਾਂ ਮਾਲਕ ਪਰਮਾਤਮਾ ਪ੍ਰਗਟ ਹੋਏਗਾ ਉਹਦੇ ਅੰਦਰ, ਦੋਨੋਂ ਵਰਨ ਗਵਾਏ। ਆਪਣੀ ਡੁਐਲਿਟੀ ਜਿਹੜੀ ਹੈਗੀ, ਇਹ ਵਰਨ ਜਿਹੜਾ ਹੈਗਾ ਉਹਦਾ, ਇਹਨੂੰ ਗਵਾ ਦੇਗਾ। ਡੁਐਲਿਟੀ ਜਿਹੜੀ ਹੈਗੀ ਆਪਣੇ ਆਪ ਨੂੰ ਹੋਰ ਤੇ ਦੂਜੇ ਨੂੰ ਹੋਰ, ਅਗਲਾ ਦੂਸਰਾ ਤੀਸਰਾ ਜਿਹੜਾ ਹੈਗਾ, ਸਾਰਿਆਂ ਨੂੰ ਇੱਕ ਦ੍ਰਿਸ਼ਟੀ ਦੇਖੂਗਾ। ਜਿਹੇ ਜਿਹਾ ਆਪ ਹੈਗਾ ਉਹੇ ਜਿਹਾ ਦੂਸਰੇ ਨੂੰ, ਸਾਰਿਆਂ ਦੇ ਵਿੱਚ ਉਹਨੂੰ ਪਰਮਾਤਮਾ ਨਜ਼ਰ ਆਏਗਾ ਤੇ ਤਾਂ ਜਿਹੜਾ ਹੈਗਾ ਮਾਲਕ ਉਹਦੇ ਅੰਦਰ ਪ੍ਰਗਟ ਹੋ ਜਾਏਗਾ। ਹਾਂਜੀ ਵੀਰ ਜੀ। ਹਾਂਜੀ ਬਿਲਕੁਲ ਠੀਕ ਹੈ ਸਾਧ ਸੰਗਤ ਜੀ। ਉਹ ਕਹਿ ਰਹੇ ਨੇ ਕਬੀਰ ਜੀ ਕਹਿੰਦੇ ਕਿ ਕਬੀਰ ਹਰਦੀ ਪੀਰੀ ਚੂਨਾ ਉਜਲ ਪਾਏ, ਰਾਮ ਸਨੇਹ ਤੇ ਮਿਲੇ ਦੋਨੋਂ ਵਰਨ ਗਵਾਏ। ਠੀਕ ਹੈ। ਦੋਹਰਾ ਭਾਵ ਹੈ ਨਾ, ਹਾਂ, ਉਹਨੂੰ ਗਾਉਣਾ ਪੈਣਾ। ਕਹਿੰਦੇ ਨੇ ਕਿ ਜਬ ਹਮ ਹੋਤੇ ਤਬ ਤੁਮ ਨਹੀਂ, ਜਬ ਤੁਮ ਹੋਤੇ ਤਬ ਹਮ ਨਹੀਂ। ਹਾਂ, ਜਦ ਤੱਕ ਮੈਂ ਤੇ ਉਹ ਹੈਗਾ ਨਾ,
ਹੁਣ ਆਪ ਜੀ ਨੂੰ ਮੈਂ ਕਈ ਵਾਰੀ ਕਹਿੰਦਾ ਵਾਂ ਕਿ ਜਦ ਤੱਕ ਅਨੁਭਵ ਹੋ ਰਿਹਾ, ਇਹ ਨਹੀਂ ਕਿ ਅਨੁਭਵ ਹੋ ਰਿਹਾ ਤੇ ਮਾੜੀ ਚੀਜ਼ ਆ, ਵਧੀਆ ਹੈ, ਉਹ ਵੀ ਠੀਕ ਹੈ, ਪਰ ਆਖਰੀ ਅਵਸਥਾ ਕੀ ਹੈ? ਅਨੁਭਵ ਰਹਿਤ ਅਨੁਭਵ। ਜਦੋਂ ਇੱਕ ਰਹਿ ਗਿਆ। ਬਿਲਕੁਲ। ਹੁਣ ਤੁਸੀਂ ਕੀ ਕਰ ਰਹੇ ਜੋ? ਅੱਜ ਇੱਕ ਭੈਣ ਦਾ ਫੋਨ ਆਇਆ, ਕਹਿੰਦੀ ਕਿ ਵੀਰ ਜੀ ਸੁਪਨੇ ਆਉਂਦੇ ਆ, ਮੁਰਦਿਆਂ ਦੇ ਸੁਪਨੇ ਆ ਰਹੇ ਆ, ਬਹੁਤ ਜ਼ਿਆਦਾ ਮਰੇ ਲੋਕ ਆ ਰਹੇ। ਮੈਂ ਹਾਂ, ਉਸ ਮੰਡਲ ਚ ਤੁਸੀਂ ਜਾ ਚੁੱਕੇ ਜੋ, ਕਿਉਂਕਿ ਤੁਸੀਂ ਰਿਵਰਸ ਜਾ ਰਹੇ ਜੋ ਪਿੱਛੇ। ਤੇ ਜਿਹੜੇ ਮੁਰਦੇ ਹੈਗੇ ਨੇ ਉਹ ਤੁਹਾਨੂੰ ਮਿਲਣਗੇ, ਤੁਹਾਡੇ ਪਰਿਵਾਰ ਦੇ। ਕਹਿਣਾ ਉਹਨਾਂ ਕੁਛ ਨਹੀਂ ਤੁਹਾਨੂੰ, ਪਰ ਉਹ ਤੁਹਾਨੂੰ ਤੁਹਾਡੇ ਸੁਪਨਿਆਂ ਚ ਆਉਣਗੇ ਉਹ ਬੰਦੇ। ਔਰ ਉਹ ਸੁਪਨੇ ਤੁਸੀਂ ਸੋਚੋਗੇ ਕਿ ਇਹ ਸੁਪਨੇ ਬਾਰੇ ਮੈਂ ਕਿਤੇ ਨਹੀਂ ਵਿਚਾਰ ਕੀਤਾ। ਇੱਕ ਤਾਂ ਹੁੰਦਾ ਨਾ ਬੰਦਾ ਚੇਤਾ ਕੀਤਾ ਹੋਵੇ ਤੇ ਸੁਪਨਾ ਆ ਗਿਆ। ਅਚਾਨਕ ਦੂਰ ਦੂਰ ਦੇ ਸੁਪਨੇ ਆ ਸਕਦੇ ਆ ਜਿਹੜੇ ਸੰਸਾਰ ਤੋਂ ਚਲ ਗਏ ਨੇ ਲੋਕ। ਠੀਕ ਹੈ, ਇੱਥੇ ਆਪਾਂ ਜਦੋਂ ਦੇਖੋ ਪਤਾ ਕੀ ਹੁੰਦਾ। ਹੁਣ ਉਹ ਆਤਮ ਗਿਆਨ ਕਿਤਾਬ ਚ ਇੱਕ ਪੈਰਾ ਲਿਖਿਆ ਮੈਂ, ਉੱਥੇ ਮੈਂ ਉਦਾਹਰਨ ਦਿੱਤੀ ਹੈ ਗੰਢੇ ਦੀ, ਕਿ ਗੰਢੇ ਦੇ ਪਰਤਾਂ ਨੂੰ ਉਤਾਰੀ ਜਾਣਾ, ਉਤਾਰੀ ਜਾਣਾ। ਹਰ ਦਿਨ ਤੁਸੀਂ ਕੀ ਕਰ ਰਹੇ ਜੋ? ਤੁਸੀਂ ਆਪਣੇ ਮਨ ਦੇ ਵਿੱਚ ਪ੍ਰਵੇਸ਼ ਕਰਦੇ ਜੋ। ਮਨ ਦੇ ਕਈ ਪਰਤਾਂ ਤੁਹਾਨੂੰ ਮਿਲਦੀਆਂ, ਤੁਸੀਂ ਉਹਨਾਂ ਨਾਲ ਟਕਰਾਉਂਦੇ, ਫਿਰ ਅੱਗੇ ਜਾਂਦੇ, ਫਿਰ ਟਕਰਾਉਂਦੇ, ਫਿਰ ਅੱਗੇ ਜਾਂਦੇ। ਜਿੱਦਾਂ ਮਤਲਬ ਗਤੀ ਹੈ ਉਹ। ਔਰ ਤੁਹਾਡਾ ਜਿਹੜਾ ਸੂਖਮ ਸਰੀਰ ਆ, ਮਨ ਦਾ ਮਤਲਬ ਕੀ ਆ? ਤੁਹਾਡਾ ਇੱਕ ਮੰਡਲ ਆ, ਵਿਚਾਰ ਮੰਡਲ ਕਹਿੰਦੇ ਉਹਨੂੰ, ਜਿਹੜਾ ਕਾਰਨ ਸਰੀਰ ਦੇ ਉੱਤੇ ਬੈਠਾ, ਉਹਦਾ ਪ੍ਰੋਡਿਊਸਰ ਉਹ ਆ, ਪਰ ਡਿਸਪਲੇ ਜਿਹੜਾ ਚਿੱਤ ਚ ਹੋ ਰਿਹਾ। ਹੁਣ ਜਦੋਂ ਤੁਸੀਂ ਬਾਰ ਉੱਥੇ ਜਾਂਦੇ ਹੋ, ਮੰਡਲ ਚ ਜਾਂਦੇ, ਇੱਕ ਸਮਾਂ ਆਊਗਾ ਤੁਸੀਂ ਸਾਰੇ ਮੰਡਲਾਂ ਤੋਂ ਅੱਗੇ ਲੰਘ ਜਾਣਾ। ਤੁਹਾਡੀ ਸੁਰਤੀ ਜਿਹੜੀ ਆ ਆਤਮਾ ਤੱਤ ਚ ਲੀਨ ਹੋ ਜਾਏਗੀ। ਔਰ ਜਦੋਂ ਸੁਰਤੀ ਤੁਹਾਡੀ ਆਤਮਾ ਤੱਤ ਚ ਲੀਨ ਹੋ ਜਾਏਗੀ, ਸਮਝ ਲਓ ਕਿ ਦੋਹਰਾ ਭਾਵ ਖਤਮ ਹੋ ਗਿਆ। ਉੱਥੇ ਵਨਨੈਸ ਹੈਗਾ। ਵਨਨੈਸ ਦਾ ਮਤਲਬ ਇੱਕੋ। ਉਹ ਸਭ ਤੋਂ ਅਗਲੀ ਅਵਸਥਾ ਹੈ, ਉਹਨੂੰ ਆਤਮਾ ਕਹਿੰਦੇ ਆਪਾਂ। ਗ੍ਰੰਥਾਂ ਦੇ ਵਿੱਚ ਵੀ ਆਤਮਾ ਹੀ ਲਿਖੀ ਆ, ਆਪਾਂ ਵੀ ਆਤਮਾ ਹੀ ਕਹਿੰਦੇ। ਠੀਕ ਹੈ, ਹੁਣ ਦੇਖੋ ਕਹਿੰਦੇ ਆ ਕਿ ਜਿੰਨਾ ਚਿਰ ਤੱਕ ਤੇਰਾ ਦੋਹਰਾ ਭਾਵ ਖਤਮ ਨਹੀਂ ਹੋ ਜਾਂਦਾ, ਤੈਨੂੰ ਗਵਾਉਣਾ ਪੈਣਾ ਦੋਹਰਾ ਭਾਵ। ਦੋਹਰਾ ਭਾਵ ਮੇਰੀ ਜਿਹੜੀ ਇੱਕ ਮੈਂ ਗਲਤ ਆਪਣੀ ਪਹਿਚਾਨ ਬਣਾ ਲਈ, ਚਰਨਜੀਤ ਸਿੰਘ ਬਣ ਗਿਆ, ਨਿੱਜਰ ਸਾਹਿਬ ਬਣ ਗਿਆ, ਜਾਂ ਕੁਝ ਹੋਰ ਬਣ ਗਿਆ, ਜਾਂ ਕੁੜੀ ਬਣ ਗਿਆ, ਜਾਂ ਮੁੰਡਾ ਬਣ ਗਿਆ। ਉਹ ਮੈਂ ਇੱਕ ਆਪਣੀ ਹੋਂਦ ਬਣਾ ਲਈ ਹੈ। ਹੁਣ ਇਹ ਚਰਨਜੀਤ ਆ, ਨਾਂ ਤੇ ਚਰਨਜੀਤ ਆ, ਪਰ ਚਰਨਜੀਤ ਦਾ ਨਾਂ ਸਾਈਡ ਤੇ ਕਰੋ। ਹੁਣ ਮੈਨੂੰ ਦੱਸਣਾ ਪਊਗਾ ਆਪਣੇ ਬਾਰੇ, ਤੇ ਕਿੰਨਾ ਮੁਸ਼ਕਿਲ ਹੈ ਨਿੱਜਰ ਸਾਹਿਬ। ਬਿਲਕੁਲ। ਮੇਰਾ ਪਾਸਪੋਰਟ ਖੋਲੋ, ਮੇਰਾ ਨਾਂ ਖੋਲੋ, ਫਿਰ ਮੈਨੂੰ ਪੁੱਛੋ ਕਿ ਤੂੰ ਕੌਣ ਹੈ। ਕਿੰਨਾ ਔਖਾ ਹੈ। ਮੈਨੂੰ ਆਪਣੇ ਆਪ ਨੂੰ ਰਿਪਰੈਜ਼ੈਂਟ ਕਰਨ ਦੇ ਲਈ ਆਪਣੇ ਮਾਂ-ਬਾਪ ਦਾ ਇਸਤੇਮਾਲ ਕਰਨਾ ਪਊਗਾ, ਆਪਣੇ ਪਿੰਡ ਦਾ, ਆਪਣੇ ਕੰਮ ਦਾ, ਆਪਣੇ ਸਰੀਰ ਦਾ। ਕਿਸੇ ਨਾ ਕਿਸੇ ਤਰੀਕੇ ਨਾਲ ਮੈਨੂੰ ਇਹਨਾਂ ਚੀਜ਼ਾਂ ਦੀ ਵਰਤੋਂ ਕਰਨੀ ਪਊਗੀ ਆਪਣੇ ਆਪ ਨੂੰ ਪ੍ਰੂਵ ਕਰਨ ਦੇ ਲਈ। ਇਹ ਦੋਹਰਾ ਭਾਵ ਦਾ ਮਤਲਬ ਇਹੋ ਹੀ ਆ ਕਿ ਜਦੋਂ ਤੁਸੀਂ ਆਤਮਾ ਤੱਤ ਚ ਚਲੇ ਜਾਂਦੇ ਜੋ, ਇਹ ਜਿਹੜਾ ਮਾਇਆ ਦੇ 3 ਤੱਤ ਨੇ, ਰਜੋ, ਤਮੋ ਤੇ ਸਤੋ, ਇੱਥੋਂ ਮਾਇਆ ਬਣੀ ਹੈ। ਜਿੱਦਾਂ ਇਲੈਕਟ੍ਰੋਨ, ਨਿਊਟਰੋਨ ਤੇ ਪ੍ਰੋਟੋਨ ਨੇ, ਸਾਇੰਸ ਨੇ ਇਹ ਲੱਭੇ ਨੇ ਕਿ ਇਹਨਾਂ ਤੱਤਾਂ ਦਾ ਸਾਰਾ ਖੇਲ ਹੈ। ਇਸੇ ਤਰ੍ਹਾਂ ਇਹ ਜਿਹੜੇ ਗ੍ਰੰਥਾਂ ਦੇ ਵਿੱਚ ਲਿਖਿਆ ਹੈ, ਰਜੋ, ਤਮੋ ਤੇ ਸਤੋ, ਇਹਨਾਂ 3 ਤੱਤਾਂ ਦੇ ਨਾਲ ਸੰਸਾਰ ਦੀ ਰਚਨਾ ਹੋਈ ਹੈ। ਕਿਹੜੇ ਸੰਸਾਰ ਦੀ? ਇਹ ਜਿਹੜਾ ਜੜ ਸੰਸਾਰ ਹੈ, ਜਿਹਨੂੰ ਮਾਇਆ ਕਹਿ ਦਿੰਦੇ ਆ। ਹੁਣ ਇੱਕ ਸਵੇਰੇ ਬਾਬਾ ਕਥਾ ਕਰਨ ਦੇ ਸੀ, ਉਹ ਵਿਚਾਰਾ ਪੈਸੇ ਨੂੰ ਮਾਇਆ ਕਹੀ ਜਾਂਦਾ। ਨਿੱਜਰ ਸਾਹਿਬ ਉਹ ਦਰਬਾਰ ਸਾਹਿਬ ਦਾ ਚੰਗਾ ਭਲਾ ਕਥਾ ਵਾਚ ਕੇ ਉਹ ਕਥਾ ਕਰਨ ਦਿਆ, ਮਾਤਾ ਲਾਗੇ ਬੈਠੀ ਆ, ਉਹ ਕਹਿੰਦਾ ਮਾਇਆ ਜ਼ਿਆਦਾ ਵੀ ਨਹੀਂ ਚਾਹੀਦੀ, ਮਾਇਆ ਘੱਟ ਵੀ ਨਹੀਂ ਚਾਹੀਦੀ। ਮੈਂ ਹੈਰਾਨ ਹੁੰਦਾ ਕਿ ਤੁਸੀਂ ਇੱਕ ਏਡੇ ਉੱਚੇ ਲੈਵਲ ਤੇ ਕਥਾ ਕਰ ਰਹੇ ਜੋ, ਔਰ ਤੁਹਾਨੂੰ ਅਜੇ ਤੱਕ ਪਤਾ ਹੀ ਨਹੀਂ ਮਾਇਆ ਕਿਹਨੂੰ ਕਹਿੰਦੇ। ਜੋ ਵੀ ਕੁਝ ਦਿਖਦਾ ਹੈ ਇਹ ਸਭ ਮਾਇਆ ਹੈ, ਕੋਈ ਪੈਸਾ ਮਾਇਆ ਨਹੀਂ ਆ। ਬਿਲਕੁਲ, ਇਹ ਪੈਸਾ ਨਹੀਂ ਕਿਤੇ ਮਾਇਆ ਹੋਈ। ਇਹ ਤੇ ਨੋਟ ਹੁਣ ਬਣੇ ਆ, ਪਹਿਲਾਂ ਕਿੱਥੇ ਮਾਇਆ ਸੀ। ਹਾਂ, ਹੁਣ ਤਾਂ ਮੋਦੀ ਨੇ ਡਿਕਲੇਅਰ ਕਰਤਾ ਵੀ ਜਿਹੜਾ ਹੈਗਾ ਇਹਨਾਂ ਨੇ ਡਿਜੀਟਲ ਕਰੰਸੀ ਰੱਖਣੀ ਹੈ, ਨੋਟ ਨਾਟ ਖਤਮ ਕਰ ਦੇਣੇ, ਬਹੁਤ ਘਟਾ ਦੇਣੇ। ਹਾਂ, ਵੈਸੇ ਵੀ ਮੈਂ ਵੀ ਪਸੰਦ ਕਰਦਾ, ਨੋਟਾਂ ਦੀ ਲੋੜ ਹੀ ਨਹੀਂ ਆਈ। ਕੱਲ ਬੜਾ ਵਧੀਆ ਮੋਬਾਈਲ ਸਸਤਾ, 150 ਰੁਪਏ ਦਾ ਕੱਢ ਪਾਓ, ਔਰ ਮਿੰਟੋ ਮਿੰਟੀ ਪੈਸੇ ਜਿੱਥੋਂ ਮਰਜੀ ਬੈਂਕ ਚ ਆ ਜਾਂਦੇ, ਬੈਂਕ ਚ ਦੇ ਦਿਓ। ਕੈਸ਼ ਦਾ ਤਾਂ ਵੈਸੇ ਵੀ ਚੰਗਾ, ਲਿਮਟਿਡ ਚਾਹੀਦਾ, ਨਾ ਨੋਟ ਗਿਣਨ ਦੀ ਲੋੜ। ਅੱਛਾ, ਇੱਥੇ ਆਪਾਂ ਮੈਂ ਕਮ ਟੂ ਦਾ ਪੁਆਇੰਟ ਆਪਾਂ ਗੱਲ ਕਰਦੇ ਹਾਂ। ਮਾਇਆ ਮਤਲਬ ਇਹ ਸੰਸਾਰ। ਦੋਹਰਾ ਭਾਵ
ਮਤਲਬ ਪੁਰਸ਼ ਨੂੰ ਛੱਡ ਕੇ ਇਸ ਸੰਸਾਰ ਦੇ ਨਾਲ, ਦ੍ਰਿਸ਼ਟਮਾਨ ਸੰਸਾਰ ਦੇ ਨਾਲ ਆਪਣਾ ਸੰਬੰਧ ਜੋੜ ਲੈਣਾ, ਇਹਨੂੰ ਸੱਚ ਸਮਝ ਲੈਣਾ, ਫਿਰ ਸੱਚ ਨੂੰ ਸਮਝ ਕੇ ਇਹਨੂੰ ਫਿਰ ਆਪਣੇ ਜੀਵਨ ਦਾ ਜਿਹੜਾ ਮਕਸਦ, ਜਿਹੜਾ ਪ੍ਰਯੋਜਨ ਆ, ਉਹਨੂੰ ਛੱਡ ਦੇਣਾ। ਦੂਜਾ ਭਾਵ ਲੱਗ ਗਿਆ। ਮਤਲਬ ਆਤਮਾ ਨੂੰ ਬੰਦਾ ਛੱਡ ਕੇ ਦਿੰਦਾ, ਬੰਦੇ ਨੂੰ ਪਤਾ ਵੀ ਨਹੀਂ ਲੱਗਦਾ ਆਤਮਾ ਹੈਗੀ ਆ। ਤੇ ਇਹ ਇਸ ਕਰਕੇ ਵਿਚਾਰੇ ਨੂੰ ਗਿਆਨ ਨਹੀਂ ਮਿਲਦਾ। ਇਸ ਕਰਕੇ ਆਤਮਾ ਦਾ ਗਿਆਨ ਹੈ ਉਹ ਸੰਗਤ 'ਚ ਪਤਾ ਲੱਗਦਾ ਹੈ, ਫਿਰ ਲੱਭਣਾ ਬੰਦੇ ਨੇ ਖੁਦ ਹੀ ਹੁੰਦਾ। ਇੱਥੇ ਕੇਵਲ ਡਾਇਰੈਕਸ਼ਨ ਹੀ ਦੱਸੀ ਜਾ ਸਕਦੀ ਹੈ, ਇਸ ਤੋਂ ਵੱਧ ਕੁਝ ਨਹੀਂ ਦੱਸਿਆ ਜਾ ਸਕਦਾ। ਇਹ ਹੋ ਸਕਦਾ ਕਿ ਥੋੜਾ ਬਹੁਤਾ ਕਾਉਂਸਲਿੰਗ ਕਰ ਕਰਕੇ ਤੁਹਾਡੇ ਅੰਦਰ ਇੱਕ ਚੇਤਨਾ ਪੈਦਾ ਕੀਤੀ ਜਾਵੇ, ਇੱਕ ਜਗਿਆਸਾ ਪੈਦਾ ਕੀਤੀ ਜਾ ਸਕਦੀ ਹੈ। ਜਿੱਦਾਂ ਮਤਲਬ ਕਹਿ ਲਓ ਕਿ ਆਪਾਂ ਕਹਿ ਨਹੀਂ ਦਿੰਦੇ ਯਾਰ ਉਹ ਫਲਾਨੀ ਦੁਕਾਨ ਤੇ ਬੜਾ ਵਧੀਆ ਸਮਾਨ ਮਿਲਦਾ, ਨਿਜਾ ਸਾਹਿਬ, ਬਿਲਕੁਲ। ਤਾਂ ਜੋ ਤੂੰ ਉਦਾਂ ਦਾ ਜੇ ਇੱਕ ਪ੍ਰੋਡਕਟ ਖਰੀਦਣਾ ਚਾਹਵੇਂ ਤਾਂ ਸਭ ਤੋਂ ਪਹਿਲਾਂ ਤੁਸੀਂ ਕਹਿਣਾ ਕਿ ਹਾਂ ਬਈ ਇਹ ਫਲਾਣੇ ਬੰਦੇ ਨੇ ਦੱਸਿਆ ਸੀ ਉਹ ਦੁਕਾਨ 'ਚ ਬਹੁਤ ਵਧੀਆ ਸੌਦਾ ਮਿਲਦਾ, ਤੇ ਤੁਸੀਂ ਨੈਚੁਰਲੀ ਉੱਥੇ ਪਹੁੰਚ ਜਾਂਦੇ। ਇਹ ਕਾਉਂਸਲਿੰਗ ਹੈ ਬਸ ਤੁਹਾਡੇ ਮਨ ਨੂੰ ਸਮਝਾਉਣ ਦੇ ਲਈ। ਇੱਥੇ ਵੀ ਇਹੋ ਗੱਲ ਚੱਲ ਰਹੀ ਹੈ ਦੂਜੇ ਭਾਵ ਦੀ, ਠੀਕ ਹੈ ਨਾ ਜੱਸਾ? ਫਿਰ ਉਹ ਕਹਿੰਦੇ ਨੇ ਰਾਮ ਸਨੇਹ ਤੋਂ ਮਿਲੇ ਦੋਨੋਂ ਬਰਨ ਗਵਾਏ। ਤੇ ਜਦੋਂ ਉਹ ਦੋਨਾਂ ਨੂੰ ਆਪਾਂ ਛੱਡ ਦਿੰਦੇ ਆ ਤੇ ਬਾਕੀ ਤੇ ਆਪ ਹੀ ਰਹਿ ਜਾਂਦਾ। ਬਿਲਕੁਲ। ਹਾਂ, ਤੇ ਬਾਕੀ ਆਤਮਾ ਹੀ ਆ। ਵੈਸੇ ਵੀ ਤੁਸੀਂ ਆਤਮਾ ਤੱਤ ਅਨੁਭਵ ਕਰ ਰਹੇ, ਜਿਹੜਾ ਬੰਦਾ 4-5 ਮਹੀਨੇ ਸਾਧਨਾ ਕਰ ਰਿਹਾ ਉਹਨੂੰ ਚੰਗੀ ਤਰ੍ਹਾਂ ਪਤਾ ਹੈ ਕਿ ਆਤਮਾ ਦੇ ਵਿੱਚ ਕੁਝ ਵੀ ਨਹੀਂ ਹੈਗਾ, ਹੈ ਤੇ ਸਾਰਾ ਉਹਦੇ ਅੰਦਰ ਹੈ। ਪਰ ਉੱਥੇ ਕੋਈ ਨਹੀਂ ਜਾ ਸਕਦਾ। ਉੱਥੇ ਤੁਸੀਂ ਵੀ ਤਾਂ ਹੀ ਜਾਓਗੇ ਜਦੋਂ ਤੁਸੀਂ ਆਪਣਾ ਨਾਂ ਪਿੱਛੇ ਛੱਡ ਦੋਗੇ। ਚਰਨਜੀਤ ਨਹੀਂ ਉੱਥੇ ਜਾ ਸਕਦਾ। ਨਾ ਚਰਨਜੀਤ ਦਾ ਨਾਂ, ਨਾ ਚਰਨਜੀਤ ਦਾ ਧਰਮ, ਨਾ ਚਰਨਜੀਤ ਦਾ ਰੂਪ, ਉੱਥੇ ਕੁਝ ਨਹੀਂ ਜਾ ਸਕਦਾ। ਸਾਰਾ ਕੁਝ ਇੱਥੇ ਰਹਿ ਜਾਊਗਾ ਕਿਉਂਕਿ ਇਹ ਪ੍ਰਕਿਰਤੀ ਦਾ ਹੈ, ਇਹ ਪ੍ਰਕਿਰਤੀ 'ਚ ਹੈ। ਜਦੋਂ ਤੁਸੀਂ ਉੱਥੇ ਜਾਓਗੇ ਤੁਸੀਂ ਇੱਕਦਮ ਨਿਰਮਲ ਇੱਕ ਸੱਤਾ ਦੇ ਰੂਪ 'ਚ ਉੱਥੇ ਜਾ ਸਕਦੇ। ਜਦ ਤੱਕ ਤੁਸੀਂ ਆਪਣੀ ਹੋਂਦ ਬਣਾ ਕੇ ਬੈਠੇ ਜੋ ਮੈਂ, ਉਹਨਾਂ ਚਿਰ ਤੱਕ ਤੁਸੀਂ ਵਿਚਾਰ ਮੰਡਲ ਤੋਂ ਅੱਗੇ ਨਹੀਂ ਜਾ ਸਕਦੇ। ਤੁਹਾਨੂੰ ਇੱਥੇ ਰਾਹ 'ਚ ਹੀ ਰੋਕ ਲੈਣਾ। ਜਦੋਂ ਮੈਂ ਗਵਾਵੇਂ ਤੈ ਮਿਲੇ, ਮੈਂ ਜਿਹੜੀ ਤੁਹਾਨੂੰ ਇੱਥੇ ਛੱਡਣੀ ਪਊਗਾ। ਉੱਥੇ ਨਾ ਹਿੰਦੂ ਜਾ ਸਕਦਾ, ਨਾ ਮੁਸਲਿਮ ਜਾ ਸਕਦਾ, ਨਾ ਸਿੱਖ ਜਾ ਸਕਦਾ, ਨਾ ਈਸਾਈ ਜਾ ਸਕਦਾ। ਤੁਸੀਂ ਕੁਝ ਬਣ ਕੇ ਨਹੀਂ ਜਾ ਸਕਦੇ। ਤੁਸੀਂ ਜਦੋਂ ਕੁਝ ਨਹੀਂ ਬਣਦੇ ਤੁਸੀਂ ਫਿਰ ਉੱਥੇ ਪਹੁੰਚਦੇ ਜੋ। ਨਿਜਾ ਸਾਹਿਬ ਬਿਲਕੁਲ ਠੀਕ ਹੈ ਜੀ, ਬਿਲਕੁਲ ਠੀਕ ਹੈ। ਤੁਸੀਂ ਕੁਝ ਨਹੀਂ ਬਣ ਕੇ ਜਾ ਸਕਦੇ। ਔਰ ਜੇ ਤੁਹਾਨੂੰ ਕੋਈ ਕਹਿ ਦਿੰਦਾ ਹੈ ਕਿ ਤੁਸੀਂ ਫਲਾਨਾ ਬਣ ਕੇ ਚੱਲ ਜਾਓਗੇ ਤੇ ਉਹ ਤੁਹਾਡੀ ਮਰਜ਼ੀ ਹੈ, ਮੈਂ ਉਹਦੇ ਬਾਰੇ ਕੁਝ ਨਹੀਂ ਕਹਿ ਸਕਦਾ। ਜਦੋਂ ਤੁਸੀਂ ਸਭ ਕੁਝ ਛੱਡ ਦਿੰਦੇ, ਜਦੋਂ ਇੱਕਦਮ ਨਿਰਦੋਸ਼ ਅਨਭੋਲ ਬਣ ਜਾਂਦੇ, ਉਦੋਂ ਉੱਥੇ ਦਰਵਾਜ਼ੇ 'ਚ ਐਂਟਰੀ ਮਿਲਦੀ ਹੈ। ਉੱਥੇ ਕੇਵਲ ਤੁਸੀਂ ਇਨਸਾਨ ਬਣ ਕੇ ਜਾ ਸਕਦੇ ਜੋ ਤੁਹਾਡਾ ਨਿੱਜ ਸਰੂਪ ਹੈ। ਤੇ ਜਦੋਂ ਤੁਸੀਂ ਇਹਦੇ ਨਾਲ ਕੁਝ ਜੋੜ ਲਿਆ, ਉੱਥੇ ਜਗ੍ਹਾ ਨਹੀਂ ਹੈਗੀ ਜਾਣ ਵਾਸਤੇ, ਬਹੁਤ ਛੋਟਾ ਹੈ। ਕਬੀਰ ਜੀ ਤਾਂਹੀਓ ਕਹਿੰਦੇ ਕਿ ਬਹੁਤ ਬਰੀਕ ਰਸਤਾ ਹੈ, ਰਾਈ ਤੋਂ ਵੀ 10ਵੇਂ ਛੋਟਾ ਭਾਗ ਹੈ ਉਹਦਾ। ਤੇ ਜਦੋਂ ਮਨ ਦੇ ਨਾਲ ਕਾਫੀ ਕੁਝ ਜੋੜ ਲਿਆ, ਉੱਥੇ ਐਂਟਰੀ ਨਹੀਂ ਹੈਗੀ। ਹਾਂਜੀ ਨਿਜਾ ਸਾਹਿਬ ਅੱਗੇ ਚਲੀ। ਹਾਂਜੀ, ਅੱਗੇ ਫਿਰ ਕਬੀਰ ਜੀ ਜਿਹੜੇ ਹੈਗੇ ਹਲਦੀ ਦੀ ਗੱਲ ਕਰ ਰਹੇ, ਚੂਨੇ ਹਲਦੀ ਦੀ। ਇਸ ਨਾਲ ਫਿਰ ਸਮਝਾ ਰਹੇ ਆਪਾਂ ਨੂੰ। ਔਰ ਇੱਥੇ ਜਿਹੜਾ ਹੈਗਾ ਕਬੀਰ ਹਰਦੀ ਪੀਰ ਤਨ ਹਰੈ, ਚੂਨ ਚਿਹਨ ਨਾ ਰਹਾ ਹੈ। ਕਹਿੰਦੇ ਪਰਮਾਤਮਾ ਦੀ ਭਗਤੀ ਕਰਨ ਦੇ ਨਾਲ ਬਲਿਹਾਰੀ ਇਹ ਪ੍ਰੀਤ ਕੋ ਜਿਹ ਜਾਤ ਬਰਨ ਕੁਲ ਜਾਏ। ਆਪਾਂ ਪਰਮਾਤਮਾ ਦੀ ਭਗਤੀ ਕਰਦੇ ਹਾਂ, ਕੀ ਹੁੰਦਾ ਹੈ? ਪਿਆਰ ਪੈਦਾ ਹੁੰਦਾ, ਪ੍ਰੀਤ ਪੈਦਾ ਹੁੰਦੀ ਹੈ ਆਪਣੀ ਮਾਲਕ ਪਰਮਾਤਮਾ ਦੇ ਨਾਲ। ਉਹਦੇ ਦਰਸ਼ਨਾਂ ਦੀ ਜਿਹੜੀ ਹੈਗੀ ਆਪਣੇ ਅੰਦਰ ਤਾਂਘ ਪੈਦਾ ਹੋ ਜਾਂਦੀ ਹੈ। ਇਹ ਪ੍ਰੀਤ ਹੀ ਚਾਹੀਦੀ ਹੈ ਭਾਈ, ਪ੍ਰੀਤ ਨਹੀਂ ਕੰਮ ਕਰਨਾ ਹੈ। ਜਿਨ ਪ੍ਰੇਮ ਕੀਓ ਤਿਨ ਹੀ ਪ੍ਰਭ ਪਾਇਓ। ਕਹਿੰਦੇ ਬਲਿਹਾਰਿਆ ਮੈਂ ਇਸ ਪ੍ਰੀਤੋਂ, ਔਰ ਪ੍ਰੀਤ ਪੈਦਾ ਹੋਣੀ ਹੈ ਧਿਆਨ ਸਿਮਰਨ ਦੇ ਨਾਲ, ਭਗਤੀ ਦੇ ਨਾਲ। ਮਾਇਆ ਦੀ ਪ੍ਰੀਤ ਘਟਣੀ ਆ, ਇੱਧਰ ਦੀ ਪ੍ਰੀਤ ਵਧਣੀ ਆ। ਇਹ ਤਰਾਜੂ ਜਿਹੜਾ ਹੈਗਾ ਝੁਕਿਆ ਹੋਇਆ ਮਾਇਆ ਵੱਲ ਨੂੰ। ਆਪਾਂ 24 ਘੰਟੇ ਮਿਲਦੇ ਆ, ਆਪਾਂ ਸਾਰੇ ਮਾਇਆ ਵੱਲ ਚਲੇ ਜਾਂਦੇ ਆ ਆਪਣੇ। ਜਦ ਇਸ ਪਾਸੇ ਨੂੰ ਆਉਣਗੇ ਤੇ ਬਸ ਤੇ ਆ ਸਾਰੇ ਕੰਡੀਸ਼ਨਾਂ ਸਾਰੀਆਂ ਮੈਟ ਹੋ ਜਾਣੀਆਂ। ਕਬੀਰ ਹਰਦੀ ਪੀਰਤਨ ਹਰੇ ਚੂਨ ਚਿਹਨ ਨਾ ਰਹਾ ਹੈ। ਹਲਦੀ ਦਾ ਪੀਲਾਪਨ ਚਲੇ ਜਾਂਦਾ ਹੈ, ਛੱਡ ਦਿੰਦੇ ਆ। ਚੂਨਾ ਜਿਹੜਾ ਹੈਗਾ ਉਹ ਵੀ ਜਿਹੜਾ ਹੈਗਾ, ਚੂਨੇ ਦਾ ਵੀ ਕੋਈ ਨਾਮੋ ਨਿਸ਼ਾਨ ਨਹੀਂ ਰਹਿ ਜਾਂਦਾ ਭਾਈ। ਬਲਿਹਾਰੀ ਇਹ ਪ੍ਰੀਤ ਕੋ ਜਿਹ ਜਾਤ ਬਰਨ ਕੁਲ ਜਾਏ। ਕਹਿੰਦੇ ਕਮਾ ਲਿਆ ਇਸ ਪਿਆਰ ਦੇ ਨਾਲ, ਇਹ ਭਗਤੀ ਦੇ ਨਾਲ
ਇਹ ਮਾਲਕ ਦੇ ਨਾਲ ਪਿਆਰ ਪਾਉਣ ਦੇ ਨਾਲ, ਮਾਲਕ ਨੂੰ ਯਾਦ ਕਰਨ ਦੇ ਨਾਲ, ਮਾਲਕ ਨੂੰ ਸਿਮਰਨ ਸਮਰਨ ਕਰਨ ਦੇ ਨਾਲ, ਮਾਲਕ ਨੂੰ ਜਿਹੜਾ ਹੈਗਾ ਪੁਕਾਰਨ ਦੇ ਨਾਲ, ਮਾਲਕ ਨੂੰ ਜਪਣ ਦੇ ਨਾਲ। ਕਿਉਂਕਿ ਦੇਖੋ ਕੋਈ ਵੀ ਕਿਸੇ ਨਾਲ ਪ੍ਰੀਤ ਜਿਹੜੀ ਹੁੰਦੀ ਹੈ, ਕੀ ਕਹਿੰਦੇ ਕਿ ਤਾਂ ਬਈ ਇਹ ਤਾਂ ਜਿਹੜਾ ਹੈਗਾ ਆਪਣੀ ਘਰ ਵਾਲੀ ਨੂੰ ਹੀ ਜਪਦਾ ਰਹਿੰਦਾ, ਘਰ ਵਾਲੀ ਨੂੰ ਹੀ ਜਪਦੀ ਰਹਿੰਦੀ। ਇਹ ਜਿਹੜਾ ਹੈਗਾ ਪ੍ਰੀਤ ਹੈਗੀ, ਪ੍ਰੀਤ ਕਹਿੰਦੇ ਬਲਿਹਾਰੀ ਇਹ ਪ੍ਰੀਤ ਕੋ ਜੇ ਜਾਤ ਬਰਨ ਕੁੱਲ ਜਾਏ। ਹੁਣ ਇੱਥੇ 3 ਚੀਜ਼ਾਂ ਹੈਗੀਆਂ, ਔਰ ਬਰਨ ਜਿਹੜਾ ਇੱਥੇ ਵੀ ਬਰਨ ਆਇਆ ਔਰ ਪਿੱਛੇ ਵੀ ਬਰਨ ਆਇਆ ਸੀਗਾ, ਦੋਨਾਂ ਦੇ ਵਿੱਚ ਡਿਫਰੈਂਸ ਹੈਗਾ। ਉਹਦੇ ਵਿੱਚ ਨੰਨੇ ਨੂੰ ਔਂਕੜ ਨਹੀਂ ਲੱਗੀ, ਇੱਥੇ ਨੰਨੇ ਨੂੰ ਔਂਕੜ ਲੱਗੀ ਹੋਈ ਹੈ। ਇੱਥੇ ਕਹਿੰਦੇ ਆ ਦੇਖ ਇਨਸਾਨ ਨੂੰ ਜਿਹੜਾ ਹੈਗਾ ਇਹਦਾ ਹੀ ਬਹੁਤ ਘਮੰਡ ਹੁੰਦਾ ਹੈ, ਮੈਂ ਉੱਚੀ ਜਾਤ ਦਾ, ਫਲਾਨਾ ਨੀਵੀਂ ਜਾਤ ਦਾ, ਮੈਂ ਜੱਟ ਹੈਗਾ, ਇਹ ਜਿਹੜਾ ਹੈਗਾ ਇਹ ਸ਼ੈਡਿਊਲ ਕਾਸਟ ਹੈ, ਇਹ ਹੋਰ ਹੈਗਾ, ਮੈਂ ਬਾਹਮਣ ਹੈਗਾ ਆ। ਵਰਨ ਜਿਹੜਾ ਹੈਗਾ ਮੇਰਾ ਰੰਗ ਸਾਫ਼ ਹੈ, ਚਿੱਟਾ ਹੈ, ਕਾਲਾ ਹੈਗਾ, ਇਹ ਫਲਾਨਾ ਹੈਗਾ, ਇਹ ਗੋਰੇ ਕਾਲੇ। ਕੁੱਲ ਵੀ ਉੱਚੀ ਕੁੱਲ ਨੀਵੀਂ ਕੁੱਲ, ਕਹਿੰਦੇ ਸਾਰਾ ਦਾ ਸਾਰਾ ਚਲੇ ਜਾਏਗਾ ਪਾਏ। ਇਸ ਤਰੀਕੇ ਦੇ ਨਾਲ ਜਿਹੜਾ ਹੈਗਾ ਇਹ ਭਗਤੀ ਹੈਗੀ, ਜਿਵੇਂ ਹਲਦੀ ਅਤੇ ਚੂਨਾ ਮਿਲਦੇ ਆ ਅਤੇ ਪੀਲਾਪਨ ਅਤੇ ਚਿੱਟਾਪਨ ਖਤਮ ਹੋ ਜਾਂਦਾ ਹੈ। ਇਸ ਤਰੀਕੇ ਦੇ ਨਾਲ ਇਹ ਪ੍ਰੀਤ ਨੇ ਜਿਹੜਾ ਹੈਗਾ ਇਨਸਾਨ ਦੇ ਅੰਦਰੋਂ ਇਹ ਜਾਤੀ ਦਾ ਅਤੇ ਵਰਨ ਦਾ ਅਤੇ ਕੁੱਲ ਦਾ ਸਾਰਾ ਜਿਹੜਾ ਹੈਗਾ ਚਲੇ ਜਾਣਾ ਹੈ ਉਹਦੇ ਅੰਦਰੋਂ। ਹਾਂਜੀ ਵੀਰ ਜੀ। ਹੁਣ ਦੇਖ ਲਓ, ਹੁਣ ਅਗਲੇ ਬੰਨੇ ਤੁਕ ਵੇਖੀ ਹੈ, ਕਬੀਰ ਮੁਕਤ ਦੁਆਰਾ ਸ਼ੰਕਰ ਰਾਏ 10ਵੇਂ ਪਾਏ, ਅੱਗੇ ਹੈਗੀ ਨਾਲ ਹੀ, ਬਿਲਕੁਲ ਨਾਲ ਹੀ ਹੈ। ਠੀਕ ਹੈ, ਇੱਥੇ ਦੇਖੋ ਸਾਧ ਸੰਗਤ ਜੀ, ਇੱਕ ਚੀਜ਼ ਨੂੰ ਆਪ ਸਮਝੋ, ਭਗਤੀ ਦਾ ਮਤਲਬ ਕੀ ਹੈ? ਭਗਤੀ ਇੱਕ ਕਿਸੀ ਵਿਧੀ ਆ ਜਿਸ ਪ੍ਰੇਮ ਕੀਓ ਤਿਨਹੀ ਪ੍ਰਪਾਇਓ। ਇਹਦੇ ਨਾਲ ਤੁਸੀਂ ਬ੍ਰਹਮ ਦੇ ਵਿੱਚ ਇੱਕਮਿਕ ਹੋ ਸਕਦੇ ਜੋ। ਭਗਤੀ ਤੋਂ ਬਿਨਾਂ ਹੋਰ ਕੋਈ ਸਾਧਨ ਨਹੀਂ ਹੈ। ਹੁਣ ਦੇਖੋ ਇੱਕ ਚੀਜ਼ ਨੂੰ ਸਾਧ ਸੰਗਤ ਜੀ, 3 ਚੀਜ਼ਾਂ ਬਹੁਤ ਇੰਪੋਰਟੈਂਟ, ਗਿਆਨ ਮਾਰਗ, ਕਰਮ ਮਾਰਗ ਤੇ ਭਗਤੀ ਮਾਰਗ। ਠੀਕ ਹੈ, ਇਹ ਤਿੰਨ ਤਰੀਕੇ ਨੇ ਜਿਹਦੇ ਨਾਲ ਤੁਸੀਂ ਬ੍ਰਹਮ ਚ ਲੀਨ ਹੋਣਾ। ਹੁਣ ਕਈ ਲੋਕ ਗਿਆਨ ਮਾਰਗ ਪਿੱਛੇ ਲੱਗੀ ਜਾਂਦੇ ਨੇ, ਸਾਰੀ ਜ਼ਿੰਦਗੀ ਗਿਆਨ ਪ੍ਰਾਪਤ ਕਰਦੇ। ਠੀਕ ਹੈ, ਫਿਰ ਕਰਮ ਮਾਰਗ ਆ, ਕ੍ਰਿਸਚਨ ਲੋਕ ਮੋਸਟਲੀ ਕਰਮ ਮਾਰਗ ਦੇ ਉਹ ਸ਼ਕਤੀ ਨੂੰ ਮੰਨਦੇ ਆ ਔਰ ਕਰਮ ਮੰਨਦੇ ਨੇ। ਔਰ ਇੱਕ ਵਾਰੀ ਕਹਿੰਦੇ ਪਤਾ ਨਹੀਂ ਕ੍ਰਿਸਚਨਾਂ ਨੂੰ ਕਿਤੇ ਲੋੜ ਪਈ ਸੀ ਪੈਸੇ ਦੀ, ਪਤਾ ਨਹੀਂ ਕਿੰਨੇ ਮਿਲੀਅਨ ਡਾਲਰ ਇੱਕ ਦਿਨ ਚ ਇਕੱਠਾ ਕਰ ਲਿਆ ਇਹਨਾਂ ਨੇ ਡੋਨੇਸ਼ਨ ਦੇ ਰਾਹੀਂ। ਇਹਨੇ ਜੋ ਸਾਹਿਬ ਇਹਨਾਂ ਚ ਹੈ ਖੂਬੀ ਹੈ। ਠੀਕ ਹੈ ਜੀ, ਬਿਲਕੁਲ। ਇਹ ਮਤਲਬ ਇਹ ਕਰਮ ਮਾਰਗ ਨੂੰ ਮੰਨਦੇ ਨੇ, ਕਰਮ ਕਰਨਾ ਹੈ। ਇਹ ਆਪਣੇ ਚ ਵੀ ਹੈਗਾ, ਦਾਨ ਕਰਤਾ ਪੁੰਨ। ਗੋਰਖੀ ਸਾਹਿਬ ਆਪਣੇ ਚ ਵੀ ਹੈਗਾ, ਸਿੱਖਾਂ ਦੇ ਵਿੱਚ ਵੀ ਇਹ ਚੀਜ਼। ਹਾਂ, ਇਹ ਆਪਣੇ ਚ ਵੀ ਕਰਮ ਮਾਰਗ। ਇਹ ਲੋਕ ਤਿੰਨ ਹੈਗੇ ਨੇ। ਤੇ ਇੱਥੇ ਸਭ ਤੋਂ ਵੱਡੀ ਪ੍ਰੋਬਲਮ ਤੇ ਇਹ ਹੈ ਕਿ ਬੰਦਾ ਗਿਆਨ ਮਾਰਗ ਤੇ ਕਰਮ ਮਾਰਗ ਚ ਭਟਕਦੇ ਫਿਰਦੇ ਆ, ਭਗਤੀ ਮਾਰਗ ਵੱਲ ਕੋਈ ਮੂੰਹ ਨਹੀਂ ਕਰਦਾ। ਇੱਕ ਇਹ ਆਤਮ ਗਿਆਨ ਦੀ ਪ੍ਰਾਪਤੀ, ਜਦ ਤੱਕ ਤੁਸੀਂ ਭਗਤੀ ਤੋਂ ਸ਼ੁਰੂਆਤ ਨਹੀਂ ਕਰਦੇ ਤੁਹਾਨੂੰ ਕੁਛ ਵੀ ਨਹੀਂ ਲੱਭਣਾ। ਇਹਦਾ ਕਰਮ ਮਾਰਗ ਹੈ, ਕਰਮ ਮਾਰਗ ਤੇ ਫਰੂਟ ਹੈ, ਇਹ ਰੁੱਖ ਨੂੰ ਲੱਗਣਾ ਹੈ। ਤੇ ਗਿਆਨ ਜਿਹੜਾ ਵਾ ਉਹ ਭਗਤੀ ਦੇ ਲਾਗੇ ਆ। ਕੱਲਾ ਗਿਆਨ ਵੀ ਨਹੀਂ ਕਿਸੇ ਕੰਮ ਦਾ। ਕਿਉਂ? ਕਿਉਂਕਿ ਗਿਆਨ ਪ੍ਰਾਪਤ ਕਰਕੇ ਤੁਸੀਂ ਉਹਦਾ ਕੋਈ ਕੀਤਾ ਹੀ ਨਹੀਂ, ਪ੍ਰਯੋਗ ਨਹੀਂ ਕੀਤਾ। ਹੁਣ ਗਿਆਨ ਕਰੀ ਜੋ ਪ੍ਰਾਪਤ, ਗਿਆਨ ਦਾ ਮਤਲਬ ਤੇ ਇਹੋ ਹੀ ਆ ਵੀ ਕੀ ਕਰਨਾ, ਸਹੀ ਮਾਰਗ ਦੀ ਚੋਣ ਕਰਨੀ। ਹਾਂ, ਕਰਨਾ ਕੀ ਹੈ, ਗਲਤ ਤੇ ਸਹੀ ਦਾ ਫੈਸਲਾ ਕਰਨਾ, ਕਿਹੜਾ ਸਹੀ ਆ ਕਿਹੜਾ ਗਲਤ ਹੈ, ਫਿਰ ਸਹੀ ਦਾ ਸਾਈਡ ਤੇ ਜਾਣਾ। ਪਰ ਗਿਆਨੀ ਵੇਖੋ ਕਿਤੇ ਗਿਆਨੀ ਜਾਂਦੇ ਆ, ਉਹ ਤਾਂ ਨਹੀਂ ਤੁਰਦੇ ਹੀ ਨਹੀਂ। ਕਹਿੰਦੀ ਉਹ ਤਾਂ ਗਿਆਨ ਦੇ ਨਾਲ ਹੀ ਜਿਹੜੇ ਹੈਗੇ ਬਣ ਜਾਂਦੇ ਆ ਬ੍ਰਹਮ ਗਿਆਨੀ। ਉਹ ਫਿਰ ਕਹਿੰਦੇ ਗੱਲੀ ਅਸੀਂ ਚੰਗੀਆਂ, ਆਚਾਰੀ ਬੁਰੀਆਂ। ਬਾਣੀ ਉੱਥੇ ਰੋਕ ਲਾਉਂਦੀ ਹੈ, ਤੂੰ ਗੱਲੀ ਚੰਗੀਆਂ ਤੇ ਫਿਰ ਆੜੇ ਤੇ ਕਰਮ। ਤੇ ਕਰਮ ਜਿਹੜਾ ਵੀ ਹੁਣ ਬਾਣੀ ਫਿਰ ਤੇ ਜਿਵਨੇ ਆ ਜਾਂਦੀ ਹੈ, ਉਹ ਕਹਿੰਦੀ ਆ ਕਿ ਜੇ ਤੇਰੇ ਕੋਲ ਗਿਆਨ ਨਹੀਂ ਹੋਇਆ ਤੇ ਤੇਰਾ ਕਰਮ ਕਿੱਦਾਂ ਸਹੀ ਹੋ, ਕਿਉਂਕਿ ਗਿਆਨ ਵੀ ਚਾਹੀਦਾ। ਬਿਲਕੁਲ ਸਹੀ ਹੈ ਜੀ। ਉਹ ਕਹਿੰਦਾ ਗਿਆਨ ਤੋਂ ਬਿਨਾਂ ਤੂੰ ਭਗਤੀ ਨਹੀਂ ਕਰਨੀ, ਗਿਆਨ ਤੋਂ ਬਿਨਾਂ ਤੂੰ ਦਾਨ ਨਹੀਂ ਕਰਨਾ, ਦਾਨ ਤੋਂ ਬਿਨਾਂ ਤੂੰ ਕੁਛ ਨਹੀਂ ਕਰਨਾ। ਬਿਲਕੁਲ ਬਾਣੀ ਚ ਕਹਿੰਦੇ ਆ ਖਾਸ ਕਰਕੇ ਉਹ ਇਸ ਤੋਂ ਬਿਨਾਂ ਨਹੀਂ।
ਕੰਮ ਨਹੀਂ ਕਰਨਾ ਕੋਈ, ਠੀਕ ਹੈ। ਗੱਡੀ ਤੇਜ਼ ਤੇ ਚੱਲਦੀ ਇਹ ਹੈ ਮੈਂ ਤਾਂ- ਗੋਰਖੀ ਸਾਹਿਬ, ਗੱਡੀ ਵਧੀਆ ਗੱਡੀ ਹੈਗੀ ਆ, ਤੇਜ਼ ਚੱਲਣ ਵਾਲੀ, ਟਾਇਰ ਟੂਰ ਸਾਰੇ ਸਹੀ ਆ, ਹੁਣ ਪਤਾ ਹੀ ਨਹੀਂ ਜਾਣਾ ਕਿੱਧਰ ਨੂੰ ਹੈਗਾ, ਚਲਾਈ ਜਾਓ। ਮੰਜ਼ਿਲ ਦਾ ਨਹੀਂ ਪਤਾ। ਹੁਣ ਕਰਮ ਦਾ ਮਤਲਬ ਇਹੋ ਹੀ ਆ ਕਿ ਤੁਸੀਂ ਕਰਮ ਕਰੀ ਜਾਓ। ਕਰਮ ਦਾ ਮਤਲਬ ਇਹ ਹੈ ਕਿ ਤੁਹਾਡੀ ਡਾਇਰੈਕਸ਼ਨ ਨਹੀਂ ਹੈਗੀ। ਗਿਆਨ ਦਾ ਮਤਲਬ ਕਿ ਤੁਹਾਨੂੰ ਪਤਾ ਪਹੁੰਚਣਾ ਕਿੱਥੇ ਆ। ਹਾਂ, ਆਤਮਾ 'ਚ ਪਹੁੰਚਣਾ। ਹੁਣ ਕਰਮ ਦਾ ਮਤਲਬ ਕੀ ਆ? ਤੁਸੀਂ ਅੱਖਾਂ ਬੰਦ ਕਰਕੇ ਕੰਮ ਕਰੀ ਜਾਓ ਤੇ ਜਾਣਾ ਕਿੱਥੇ ਆ? ਤੁਸੀਂ ਇੱਕ ਮੀਲ ਨਹੀਂ ਤੁਰਨਾ, ਉੱਥੇ ਬੈਠੇ ਰਹਿਣਾ। ਕਿਉਂਕਿ ਕਰਮ ਹੈ। ਗਿਆਨ ਮਤਲਬ ਗਿਆਨ ਦੀ ਅੱਖ ਚਾਹੀਦੀ ਉੱਥੇ। ਹੁਣ ਗਿਆਨ ਦੀ ਅੱਖ ਆ ਕਿ ਇੱਕ ਤੇ ਗਿਆਨ ਹੁੰਦਾ ਤੁਹਾਡੀ, ਇਹ ਦੋ ਵਿਦਿਆ ਨੇ, ਇੱਕ ਪਰਾ ਵਿਦਿਆ, ਇੱਕ ਅਪਰਾ ਵਿਦਿਆ। ਇਹ ਜਿੰਨੇ ਵੀ ਗ੍ਰੰਥ ਨੇ, ਜਿੰਨਾ ਵੀ ਗਿਆਨ ਤੁਹਾਡੇ ਨਾਲ ਸਾਂਝਾ ਕਰ ਰਹੇ ਆ, ਇਹ ਕੇਵਲ ਅਪਰਾ ਵਿਦਿਆ ਹੈ। ਇਹ ਪਰਾ ਵਿਦਿਆ ਨਹੀਂ ਹੈ, ਕਿਉਂਕਿ ਪਰਾ ਵਿਦਿਆ ਜਿਹੜੀ ਹੈ ਉਹ ਅਨੁਭੂਤੀ ਹੈ। ਉਹਨੂੰ ਤੁਸੀਂ ਬਿਆਨ ਨਹੀਂ ਕਰ ਸਕਦੇ, ਨਾ ਤੁਸੀਂ ਲਿਖ ਸਕਦੇ ਉਹਨੂੰ। ਇੱਕ ਚੀਜ਼ ਹੈ ਨਾ ਗੋਰਖੀ ਸਾਹਿਬ, ਦੁਨੀਆ ਜਿਹੜੀ ਸਾਰੀ ਹੈਗੀ, ਬਾਣੀ ਕਹਿੰਦੀ ਆ ਖਾਕ ਨੂਰ ਕਰਦੰ ਆਲਮ ਦੁਨੀਆਏ। ਕਹਿੰਦੇ ਦੋ ਚੀਜ਼ਾਂ ਤੋਂ ਦੁਨੀਆ ਬਣੀ ਆ, ਇੱਕ ਖਾਕ ਤੋਂ ਬਣੀ ਆ, ਮੈਟਰ ਤੋਂ ਬਣੀ ਆ, ਇੱਕ ਜਿਹੜੀ ਹੈਗੀ ਆ ਨੂਰ ਤੋਂ ਬਣੀ ਆ, ਪ੍ਰਕਾਸ਼ ਤੋਂ ਬਣੀ ਆ। ਦੋ ਚੀਜ਼ਾਂ ਤੋਂ ਪਰਮਾਤਮਾ ਨੇ ਸਾਰੀ ਦੁਨੀਆ ਬਣਾ ਦਿੱਤੀ। ਅਸਮਾਨ ਜਿਮੀ ਦਰਖਤ ਆਬ ਪੈਦਾਇਸ਼ ਖੁਦਾਏ। ਇਹ ਸਾਰਾ ਅਸਮਾਨ ਜ਼ਮੀਨ ਦਰਖਤ ਸਾਰੇ ਮਾਲਕ ਨੇ ਪੈਦਾ ਕਰਤੇ ਇਹ ਦੋ ਚੀਜ਼ਾਂ ਦੇ ਨਾਲ। ਦੋ ਚੀਜ਼ਾਂ ਹਰੇਕ ਜਗ੍ਹਾ ਤੇ, ਹਰੇਕ ਦੇ ਵਿੱਚ ਹੈਗੀਆਂ। ਪੱਥਰ ਦੇ ਵਿੱਚ ਯਾਰ ਜੋ ਵੀ ਕੁਝ ਦਿਸ ਰਿਹਾ ਆ, ਇਹ ਦੋਨਾਂ ਦੇ ਵਿੱਚ ਜਿਹੜਾ ਹੈਗਾ, ਇਹ ਖਾਕ ਵੀ ਹੈਗੀ ਤੇ ਨੂਰ ਵੀ ਹੈਗਾ। ਦੋਨਾਂ ਦੇ ਵਿੱਚ, ਦੋਨਾਂ ਦੇ ਨਾਲ ਬਣੀ ਹੋਈ ਆ। ਹੁਣ ਇਹਦੇ ਵਿੱਚ ਆਪਾਂ ਸਿਰਫ ਖਾਕ ਦੇ ਨਾਲ ਜਿਹੜਾ ਹੈਗਾ ਸੰਬੰਧ ਰੱਖਦੇ ਹਾਂ, ਬਸ ਨੂਰ ਦੇ ਨਾਲ ਨਹੀਂ। ਬਸ ਤਾਂ ਆ ਮੈਟਰ ਦੇ ਨਾਲ ਜਿਹੜਾ ਹੈਗਾ ਆਪਾਂ ਮੈਟਰ ਤੱਕ ਹੀ ਰਹਿੰਦੇ ਹਾਂ, ਔਰ ਉਹਦੇ ਨਾਲ ਜਿਹੜਾ ਹੈਗਾ ਆਪਾਂ ਮਾਲਕ ਪਰਮਾਤਮਾ ਤੱਕ ਉਹਦੇ ਨਹੀਂ ਪਹੁੰਚ ਸਕਦੇ ਇਕੱਲੇ ਮੈਟਰ ਦੇ ਨਾਲ। ਹਾਂਜੀ ਵੀਰ ਜੀ। ਹੁਣ ਅਗਲੇ ਬੰਨੇ ਦੇਖੋ, ਬਲਿਹਾਰੀ ਇਹ ਪ੍ਰੀਤ ਕਿਉਂ ਜੇ ਜਾਤ ਵਰਨ ਕੁਲ ਜਾਏ। ਹਾਂ, ਜਾਤ ਵੀ ਗਈ, ਵਰਨ ਵੀ ਗਿਆ ਤੇ ਕੁਲ ਵੀ ਗਈ। ਹੁਣ ਇਹਦਾ ਮਤਲਬ ਤੇ ਇਹੋ ਹੀ ਆ ਕਿ ਫਿਰ ਜਾਤ ਤੁਹਾਡੀ ਖੋਲੀਏ, ਹਨਾ ਨਿਜਰ ਸਾਹਿਬ? ਬਿਲਕੁਲ। ਤੁਹਾਡੀ ਕੁੱਲ ਖੋਲੀ ਜਾਵੇ, ਤੁਸੀਂ ਕਿੱਥੋਂ ਆਏ, ਤੁਹਾਡਾ ਕਿਹੜਾ ਖਾਨਦਾਨ ਆ, ਤੇ ਵਰਨ ਤੁਸੀਂ ਕਿਹੜਾ ਵੰਸ਼। ਨਹੀਂ, ਵਰਨ ਮਤਲਬ ਜਿਹੜਾ ਰੂਪ ਰੰਗ ਕੀ ਹੈ ਤੁਹਾਡਾ, ਕਾਲੇ ਚਿੱਟੇ ਗੋਰੇ ਸੁੰਦਰ ਬਦਸੂਰਤ, ਸਾਰਾ ਵਰਨ ਕੀ ਆ। ਹਾਂ, ਤੇ ਉਹ ਕਹਿੰਦੇ ਆ ਕਿ ਇਹ ਸਾਰੇ ਚੱਲ ਜਾਂਦੇ ਆ, ਕਿਹਦੇ ਕਰਕੇ ਜਾਂਦੀ ਆ? ਪ੍ਰੀਤ ਦੇ ਕਰਕੇ। ਬਿਲਕੁਲ। ਪ੍ਰੀਤ ਦਾ ਮਤਲਬ ਕੀ ਆ? ਉਸ ਨਾਲ ਇੱਕਮਿਕ ਹੋਣ ਦੇ ਲਈ ਜਿਹੜਾ ਧਿਆਨ ਸਿਮਰਨ ਕਰਨਾ ਹੈ, ਉਹੀ ਪ੍ਰੀਤ ਆ। ਬਿਲਕੁਲ। ਇਹ ਖਾਕ ਤੋਂ ਅੱਗੇ ਚਲੇ ਜਾਣਾ ਨੂਰ ਤੱਕ, ਇਹ ਹੈਗਾ। ਹਾਂ, ਭਗਤੀ ਦਾ ਮਤਲਬ ਕੀ ਆ? ਪ੍ਰੇਮਾ ਭਗਤੀ, ਪ੍ਰੇਮਾ ਦਾ ਭਗਤੀ ਪ੍ਰੀਤ। ਪ੍ਰੀਤ ਦਾ ਮਤਲਬ ਜਿੰਨੇ ਪ੍ਰੇਮ ਕਰਨਾ ਉਹਨੂੰ ਹੀ ਮਿਲਣਾ, ਜਿੰਨੇ ਨਹੀਂ ਕਰਨਾ ਉਹਨੂੰ ਨਹੀਂ ਮਿਲਣਾ। ਔਰ ਉਹ ਕਹਿੰਦਾ ਵੀ ਨਹੀਂ ਆ ਕਿ ਮੈਨੂੰ ਮਿਲ, ਉਹ ਇਹ ਵੀ ਨਹੀਂ ਕਹਿੰਦਾ ਕਿ ਮੈਨੂੰ ਨਾ ਮਿਲ। ਦੇਖੋ ਬ੍ਰਹਮ ਦੀ ਨਿਜਰ ਸਾਹਿਬ ਇਹ ਪਾਲਿਸੀ। ਬਿਲਕੁਲ। ਨਾ ਤੇ ਉਹ ਕਹਿੰਦਾ ਮਿਲ, ਨਾ ਉਹ ਕਹਿੰਦਾ ਨਾ ਮਿਲ। ਉਹ ਤੁਹਾਡੀ ਮਰਜ਼ੀ। ਮਿਲ ਵੀ ਲਓਗੇ ਤੇ ਉਹ ਮਤਲਬ ਤੁਸੀਂ ਆਪਣੀ ਲੋੜ ਨੂੰ ਮਿਲਣਾ। ਤੇ ਜੇ ਨਹੀਂ ਵੀ ਮਿਲਦੇ, ਜਦੋਂ ਤੁਸੀਂ ਕੇਵਲ ਆਪਣੇ ਹੰਕਾਰ ਨੂੰ ਪੂਰਾ ਕਰਨ ਦੇ ਲਈ ਨਹੀਂ ਮਿਲਣਾ। ਇਹ ਸਾਡੀ ਆਪਣੀ ਮਰਜ਼ੀ ਹੈ। ਠੀਕ ਹੈ ਨਿਜਰ ਸਾਹਿਬ, ਅੱਗੇ ਚੱਲੀਏ। ਕਬੀਰ ਮੁਕਤ ਦੁਆਰਾ ਸੰਕੁਰਾ ਰਾਈ ਦਸੇ ਭਾਏ। ਕਹਿੰਦੇ ਮੁਕਤੀ ਦਾ ਦੁਆਰਾ ਜਿਹੜਾ ਹੈਗਾ ਬਹੁਤ ਸੰਕੁਰਾ ਹੈਗਾ, ਛੋਟਾ ਹੈਗਾ। ਇਹ ਜਿਹੜਾ ਹੈਗਾ ਖਾਕ ਜਿਹੜੀ ਹੈਗੀ, ਇਹ ਤੈਨੂੰ ਖਾਕ ਤੋਂ ਬਾਹਰ ਆਉਣਾ ਪਊਗਾ ਜੇ ਮੁਕਤ ਹੋਣਾ ਚਾਹੁੰਦਾ ਹੈ ਪਿਆਰਿਆ, ਤੇ ਜੋਤ ਬਣਨਾ ਪਊਗਾ। ਜੋਤ ਲੰਘ ਸਕਦੀ ਹੈ ਉਸ ਚੋਂ, ਉਸ ਦਰਵਾਜ਼ੇ ਤੋਂ। ਜੋਤ ਹੀ ਮਾਲਕ ਨੇ ਮਾਂ ਦੇ ਪੇਟ 'ਚ ਰੱਖੀ ਸੀਗੀ। ਉਹ ਜੋਤ ਜਿਹੜੀ ਹੈਗੀ, ਜਿਹੜਾ ਸਪਰਮ ਦੇ ਵਿੱਚ ਜੋਤ ਹੈਗੀ ਆ, ਉਨਾ ਕੁ ਛੋਟਾ ਹੈਗਾ। ਸਪਰਮ ਦੇ ਵਿੱਚ ਵੀ ਫਿੱਟ ਆ ਜਾਂਦੀ ਆ ਉਹ। ਰਾਈ ਦੇ 10ਵੇਂ ਹਿੱਸੇ ਤੋਂ ਆਰਾਮ ਨਾਲ ਲੰਘ ਜਾਂਦੀ ਆ ਉਹ। ਮੁਕਤੀ ਦਾ ਦੁਆਰਾ ਆ ਹੈਗਾ। ਮੁਕਤ ਹੋਣਾ ਹੈ ਇਹ ਖਾਕ ਤੋਂ, ਇਹ ਆਕਾਰ ਤੋਂ, ਇਹ ਸਰੀਰ ਤੋਂ। ਕਬੀਰ ਮੁਕਤ ਦੁਆਰਾ ਸੰਕੁਰਾ ਰਾਈ 10ਵੇਂ ਭਾਏ। ਮਨ ਤੋਂ ਮੈਗਲ ਹੋਏ ਰਹੋ ਨਿਕਸੋ ਕਿਉਂ ਕਹਿ ਜਾਏ। ਕਹਿੰਦੇ ਮਨ ਤਾਂ ਹਾਥੀ ਹੋਇਆ ਪਿਆ ਮੇਰਾ, ਇੰਨਾ ਕਾਰਨ ਸਰੀਰ ਵਧਾਇਆ ਹੋਇਆ ਆ। ਮਨ ਕੀ ਕਾਰਨ ਸਰੀਰ? ਮੈਗਲ ਕਹਿੰਦੇ ਮਸਤ ਹਾਥੀ ਹੋਇਆ ਪਿਆ, ਸੁਣਦਾ ਹੀ ਨਹੀਂ ਹੈ ਗੱਲ, ਸੱਚਾਈ ਤੇ ਆਉਂਦਾ ਹੀ ਨਹੀਂ ਹੈ।
ਇਹ ਰੱਬ ਦੀ ਗੱਲ ਜਿਹੜੀ ਹੈਗੀ ਆ, ਇਹਨੂੰ ਸਹੀ ਆਤਮਾ ਦੀ ਗੱਲ ਜਿਹੜੀ ਦੱਸੀ ਹੈ, ਨਾ ਮੰਨਦਾ ਹੀ ਨਹੀਂ। ਇਹ ਤਾਂ ਕਹਿੰਦਾ ਮੈਨੂੰ ਤਾਂ ਸਵਾਦ ਦੇ ਤੂੰ ਬਸ, ਮੈਨੂੰ ਤਾਂ ਆਹ ਦਿਸ ਰਿਹਾ ਪਦਾਰਥ ਇਹ ਦੇ। ਐਸਾ ਮਾਲਕ ਨੇ ਜਿਹੜਾ ਹੈਗਾ ਤੱਤਾਂ ਦੀ ਮੈਟਰ ਦੀ ਖਿੱਚ ਪਾਈ ਹੋਈ ਹੈ। ਮਨ ਤੋਂ ਮੈਗਲ ਹੋਏ ਰਹੋ, ਨਿਕਸੋ ਕਿਉਂ ਕਹਿ ਜਾਏ। ਕਹਿੰਦੇ ਕਿਵੇਂ ਨਿਕਲੂਗਾ ਭਾਈ ਦੱਸ ਦਿਓ ਹੁਣ। ਉਸ ਰਾਈ ਦੇ 10ਵੇਂ ਹਿੱਸੇ ਤੋਂ ਕਿਵੇਂ ਨਿਕਲੂਗਾ ਭਾਈ। ਹਾਂਜੀ ਗੋਰਖੀ ਸਾਹਿਬ। ਹਾਂਜੀ ਦੇਖੋ ਸਾਧ ਸੰਗਤ ਜੀ, ਉਹ ਕਹਿੰਦੇ ਨੇ ਕਿ ਮੁਕਤ ਦੁਆਰਾ, ਕਬੀਰ ਮੁਕਤ ਦੁਆਰਾ ਸੰਕੁਰਾ ਰਾਈ 10ਵੀਂ ਪਾਏ। ਉਹ ਕਹਿੰਦੇ ਕਿ ਮੁਕਤੀ ਕਾਫੀ ਔਖੀ ਹੈ। ਮੁਕਤ ਦਾ ਮਤਲਬ ਮੁਕਤੀ ਦਾ ਦੁਆਰ, ਔਰ ਉੱਥੇ ਪਹੁੰਚਣਾ ਬੜਾ ਔਖਾ ਹੈ। ਤੁਸੀਂ ਵੇਖੋ, ਉਹੀ ਤਾਂ ਹੈ। ਅੱਖਾਂ ਬੰਦ ਕੀ ਇਹ ਦੇਖ ਲਓ ਗੋਰਖੀ ਸਾਹਿਬ, ਜਿਹੜੀ ਸੌਰੀ ਮੈਂ ਇੰਟਰਪਟ ਕੀਤਾ, ਜਿਹੜੇ ਆਪਾਂ ਜਿਹੜੇ ਸਰਮਕਾਂਡ ਦੇ ਵਿੱਚ ਬਸ 2 ਮਿੰਟ ਜਿਹੜਾ ਸ਼ੁਰੂ ਕੀਤਾ, ਕਹਿੰਦੇ ਮੇਰੇ ਅੰਦਰ ਤਾਂ ਕੁਛ ਨਹੀਂ ਹੋ ਰਿਹਾ, ਮੇਰੇ ਤਾਂ ਵਿਚਾਰ ਹੀ ਬੰਦ ਨਹੀਂ ਹੋ ਰਹੇ, ਮੇਰਾ ਤਾਂ ਆ ਨਹੀਂ ਹੋ ਰਿਹਾ, ਮੇਰਾ ਤਾਂ ਉਹ ਨਹੀਂ ਹੋ ਰਿਹਾ। ਬੈਠਦੇ ਹੈ ਨਹੀਂ ਗੇ, ਸਮਾਂ ਲਗਾਉਂਦੇ ਨਹੀਂ ਆ, ਆਪਣੇ ਦੇਖਦੇ ਹੈ ਨਹੀਂ ਗੇ ਸੁਰਤ ਮਨ ਕਿੱਧਰ ਨੂੰ ਜਾ ਰਿਹਾ ਆ। ਬਸ ਆਪਾਂ ਚਾਹੁੰਦੇ ਹਾਂ ਇੱਕਦਮ ਹੋ ਜਾਏ। ਇਹ ਤੇ ਕਬੀਰ ਜੀ ਤਾਂ ਕਹਿੰਦੇ ਆ, ਤਾਂ ਹਾਥੀ ਜਿੰਨੇ ਤਾਂ ਤੇਰਾ ਜਿਹੜਾ ਕਾਰਨਸ਼ੀਲ ਬਣਿਆ ਪਿਆ, ਇਹ ਬੈਠ ਕੇ ਇਹਨੂੰ ਘਟਾ ਤਾਂ ਸਹੀ ਪਿਆਰਿਆ, ਇਹ ਪੱਥਰ ਛਾਂਗ ਤਾਂ ਸਹੀ। ਹਾਂਜੀ ਵੀਰ ਜੀ। ਹਾਂਜੀ ਠੀਕ ਹੈ ਜੀ। ਉਹ ਕਹਿੰਦੇ ਨੇ ਕਿ ਮੁਕਤੀ ਦਾ ਦੁਆਰ ਬੜਾ ਬਰੀਕ ਹੈ। ਬਰੀਕ ਦਾ ਮਤਲਬ ਕਾਫੀ ਜ਼ਿਆਦਾ ਮੁਸ਼ਕਲ ਕੰਮ ਹੈ, ਆਸਾਨ ਨਹੀਂ ਹੈ, ਮੁਸ਼ਕਲ ਹੈ। ਮਤਲਬ ਮੁਸ਼ਕਲ ਦਾ ਮਤਲਬ ਕਿ ਇੱਕ ਕੰਮ ਤੁਸੀਂ ਬੜੀ ਆਸਾਨੀ ਨਾਲ ਕਰਦੇ ਹੋ, ਕਹਿੰਦੇ ਬੜਾ ਸੌਂਕਰਾ ਵਾ, ਬੜਾ ਬਰੀਕ ਆ। ਉਹ ਹੀ ਇੰਨਾ ਬਰੀਕ ਆ ਕਿ ਉੱਥੋਂ ਜੇਕਰ ਤੂੰ ਪ੍ਰੋਪਰ ਇੱਕ ਸਾਈਜ਼ ਦਾ ਬਣ ਜਾਏਗਾ ਤਾਂ ਹੀ ਉਹਦੇ ਵਿੱਚੋਂ ਲੰਘ ਸਕਦਾ। ਜੇ ਤੇਰਾ ਸਾਈਜ਼ ਫੈਲਿਆ ਹੋਇਆ ਹੈ ਜਾਂ ਟੇਢਾ ਮੇਢਾ ਹੈ, ਤੂੰ ਉਸ ਚੀਜ਼ ਚੋਂ ਨਹੀਂ ਲੰਘ ਸਕਦਾ। ਕਹਿਣ ਤੋਂ ਭਾਵ ਇਹ ਚਾਬੀ ਆ, ਜਿੰਦਰੇ ਦੀ ਚਾਬੀ ਉਦੋਂ ਹੀ ਘੁੰਮਦੀ ਆ ਜਦੋਂ ਉਹਦਾ ਸਾਈਜ਼ ਜਿੰਦਰੇ ਦੀ ਰਿਕੁਆਇਰਮੈਂਟ ਅਨੁਸਾਰ ਹੋ ਜਾਂਦਾ ਹੈ। ਨਿੱਜਾ ਸਰ ਠੀਕ ਹੈ ਜੀ? ਬਿਲਕੁਲ ਸਹੀ ਹੈ ਜੀ। ਉਹਦੇ ਕੱਟ ਕੁੱਟ ਜੋ ਵੀ ਆ ਉਹ ਬਰਾਬਰ ਹੋ ਜਾਂਦੇ ਆ, ਤੇ ਫਿਰ ਉਹ ਜਿੰਦਰੇ ਦੇ ਵਿੱਚ ਕੰਮ ਕਰਦੀ ਆ। ਜੇਕਰ ਉਸ ਦੇ ਵਿੱਚ ਕੋਈ ਗੜਬੜ ਹੈ, ਵੱਧ ਘੱਟ ਹੈ, ਮੋਟੀ ਹੈ, ਪਤਲੀ ਹੈ, ਤਾਂ ਉਸ ਦਰਵਾਜ਼ੇ ਦੇ ਉੱਪਰ ਜਿਹੜਾ ਜਿੰਦਰਾ ਲੱਗਾ ਨਹੀਂ ਖੁੱਲੇਗਾ। ਠੀਕ ਹੈ, ਤੁਹਾਡੇ ਜਿੰਦਰਾ ਖੁੱਲ ਜਾਂਦਾ? ਦੱਸੋ ਨਹੀਂ ਖੁੱਲਦਾ, ਕਿਉਂਕਿ ਰਾਈਟ ਸਾਈਡ ਦੀ ਚਾਬੀ ਚਾਹੀਦੀ ਉਹਨੂੰ। ਹੁਣ ਜਦੋਂ ਤੁਹਾਡੀ ਚਾਬੀ ਗਵਾ ਜਾਂਦੀ ਹੈ, ਤਾਂ ਫਿਰ ਤੁਸੀਂ ਕੀ ਕਰਦੇ ਕਿ ਤੁਸੀਂ ਉਸ ਬੰਦੇ ਕੋਲ ਜਾਂਦੇ ਜੋ ਜਿਹਨੂੰ ਪਤਾ ਹੈ ਕਿ ਚਾਬੀ ਕਿੱਦਾਂ ਬਣਾਉਣੀ ਹੈ। ਫਿਰ ਤੁਹਾਡੇ ਸਾਹਮਣੇ ਵੇਖਿਓ ਕਿੱਦਾਂ ਉਹਨੂੰ ਚਾਬੀ ਨੂੰ ਰਗੜਦਾ ਹੈ, ਕਿਤੇ ਇੱਥੋਂ ਕਿਤੇ ਉੱਥੋਂ, ਫਿਰ ਵਾੜਦਾ ਹੈ, ਫਿਰ ਰਗੜਦਾ ਹੈ। ਇਸੇ ਤਰ੍ਹਾਂ ਉਹ ਹੌਲੀ ਕਰਕੇ ਉਹ ਲੱਗਾ ਰਹਿੰਦਾ ਹੈ। 15-20 ਮਿੰਟ, ਅੱਧਾ ਘੰਟਾ ਖਪਾਉਂਦਾ ਹੈ ਆਪਣੇ ਆਪ ਨੂੰ। ਫਿਰ ਕੀ ਕਰਦਾ ਹੈ, ਉਸ ਜਿੰਦਰੇ ਦੀ ਚਾਬੀ ਤਿਆਰ ਹੋ ਜਾਂਦੀ। ਫਿਰ ਹੁਣ ਉਸ ਜਿੰਦਰੇ ਨੂੰ ਖੋਲਣਾ ਹੋਵੇ ਤੇ ਕਿਸੇ ਬੱਚੇ ਨੂੰ ਵੀ ਚਾਬੀ ਦੇ ਦਿਓ, ਉਹਨੇ ਵੀ ਘੁਮਾ ਕੇ ਨਜਾ ਸਾਹਿਬ ਉਹਨੂੰ ਖੋਲ ਦੇਣਾ। ਕਿਉਂ ਖੋਲ ਦੇਣਾ ਹੈ? ਕਿਉਂਕਿ ਉਸ ਚੀਜ਼ ਦਾ ਜਿਹੜਾ ਫਾਰਮੂਲਾ ਹੈ ਉਹਨੂੰ ਡੀਕੋਡ ਕੀਤਾ ਗਿਆ ਹੈ। ਉਸ ਜਿੰਦਰੇ ਦੀ ਜਿਹੜੀ ਸਪੈਸ਼ਲ ਚਾਬੀ ਆ ਉਹ ਬਣ ਚੁੱਕੀ ਆ। ਹੁਣ ਕੋਈ ਮਿਹਨਤ ਨਹੀਂ। ਜਿੰਦਰਾ ਕਿੱਡਾ ਮਰਜੀ ਮੋਟਾ ਹੋਵੇ, ਕਿੰਨਾ ਮਰਜੀ ਮਜ਼ਬੂਤ ਹੋਵੇ, ਜਦੋਂ ਰਾਈਟ ਸਾਈਜ਼ ਦੀ ਚਾਬੀ ਬਣ ਗਈ, ਉਹ ਜਿੰਦਰਾ ਖੁੱਲ ਜਾਏਗਾ। ਠੀਕ ਹੈ ਜੀ। ਇੱਥੇ ਦੇਖੋ ਕਹਿੰਦੇ ਨੇ ਕਿ ਸਭ ਤੋਂ ਪਹਿਲਾਂ ਕਿ ਤੇਰੀ ਸੁਰਤੀ ਜਿਹੜੀ ਆ ਉਹਨੂੰ ਇੱਕ ਇਸ ਤਰੀਕੇ ਨਾਲ ਬਣਾ ਤਾਂ ਜੋ ਇਹ ਜਿਹੜਾ 4 ਮਿੰਟ ਦਾ ਦਰਵਾਜ਼ਾ ਖੁੱਲ ਜੇ ਜਿੰਦਰਾ। ਕਿਉਂਕਿ ਮਨ ਹੀ ਤੇ ਜਿੰਦਰਾ ਹੈ ਨਾ, ਮਨ ਤੇ ਜਿੰਦਰਾ ਹੈ ਔਰ ਵੱਜਿਆ ਆਤਮਾ ਦੇ ਉੱਤੇ ਆ। ਹੁਣ ਜਦੋਂ ਤੁਸੀਂ ਜਾਂਦੇ ਜੋ ਤੇ ਉੱਥੇ ਵਿਚਾਰ ਮੰਡਲ ਮਿਲਦਾ ਤੁਹਾਨੂੰ, ਉੱਥੇ ਤੁਸੀਂ ਐਡਜਸਟਮੈਂਟ ਕਰਨੀ ਹੁੰਦੀ ਆ। ਮਤਲਬ ਕਿ ਤੁਸੀਂ ਬੰਦਗੀ ਕਰਨੀ ਆ ਔਰ ਉਹਨਾਂ ਵਿਚਾਰਾਂ ਦੇ ਵਿੱਚ ਜਾ ਕੇ ਤੁਸੀਂ ਕੋਸ਼ਿਸ਼ ਕਰਨੀ ਆ ਕਿ ਤੁਹਾਡੀ ਚਾਬੀ ਜਿਹੜੀ ਲੱਗ ਜੇ। ਲੱਗੂਗੀ। ਕੋਈ ਕਾਲੇ ਪੈਣ ਵਾਲਾ ਤਾਂ ਕੰਮ ਹੀ ਨਹੀਂ ਆ ਉੱਥੇ, ਤੇ ਕੋਈ ਜਾਂਦਾ ਹੀ ਨਹੀਂ। ਜਦੋਂ ਵੀ ਕੋਈ ਗਿਆ ਹੈ ਉਹਨੂੰ ਮਿਲ ਗਿਆ। ਉੱਥੇ ਜਾ ਕੇ ਤੁਸੀਂ ਚਾਬੀ ਐਡਜਸਟ ਕਰਨੀ ਆ। ਚਾਬੀ ਦਾ ਮਤਲਬ ਤੁਹਾਡੀ ਸੁਰਤੀ ਦਾ ਮਤਲਬ ਤੁਸੀਂ ਇੱਕ ਕੋਸ਼ਿਸ਼ ਕਰੋ ਕਿ ਕੋਈ ਵੀ ਵਿਚਾਰ ਆਉਂਦਾ ਹੈ ਤੁਸੀਂ ਉਸ ਦੇ ਨਾਲ ਉਲਝਣਾ ਨਹੀਂ ਆ। ਸਭ ਤੋਂ ਵੱਡੀ ਗੱਲ ਹੈ ਤੁਸੀਂ ਮਨ ਨੂੰ ਇੱਕ ਸਮਝਾਉਣਾ ਹੈ, ਉਹਨੂੰ ਕਹਿਣਾ ਮੇਰਾ ਸੱਜਣਾ ਦੇਖ ਮੇਰੀ ਗੱਲ ਸੁਣ, ਮੇਰਾ ਜੀਵਨ ਜਿੱਦਾਂ ਦਾ ਵੀ ਬੀਤ ਗਿਆ ਹੈ, ਚੰਗਾ ਹੈ ਮਾੜਾ ਹੈ, ਮੈਨੂੰ ਮਨਜ਼ੂਰ ਹੈ। ਬਸ ਉਹ ਕਹੂਗਾ ਕਿੱਦਾਂ ਮਨਜ਼ੂਰ ਹੈ ਤੈਨੂੰ? ਐਵੇਂ ਤੂੰ ਕਿੱਦਾਂ ਮੰਨ ਜਾਏਗਾ ਮਨਜ਼ੂਰ ਹੈ? ਤੁਸੀਂ ਉਹਨੂੰ ਕਹੋ ਠੀਕ ਹੈ ਯਾਰ ਮੈਂ ਛੱਡਤਾ ਖੜਾ, ਤੂੰ ਛੱਡ ਦੇ।
ਪਰ ਉਹਨੇ ਕਹਿਣਾ ਚਲ ਠੀਕ ਹੈ ਛੱਡਤਾ, ਫਿਰ ਉਹਨੇ ਵੇਟਰ ਵਾਂਗੂ 5-6 ਮਿੰਟਾਂ ਫਿਰ ਉਹ ਥਾਲੀ ਚੁੱਕ ਕੇ ਤੁਹਾਡੇ ਗੜੀ ਲੈ ਆਉਣੀ, ਇਹ ਖਾ ਲਾ। ਹੋਰ ਕੁਝ ਪਾ ਲੈਣਾ, ਨਵੀਂ ਚੀਜ਼ ਪਾ ਲੂਗਾ, ਕਹਿੰਦਾ ਇਹ ਖਾ ਲਾ, ਇਹ ਬੜਾ ਵਧੀਆ। ਫਿਰ ਉਹਨੂੰ ਦੱਸੋ ਕਿ ਜਦੋਂ ਬੀਤਿਆ ਜੀਵਨ ਮੈਂ ਛੱਡਤਾ ਤੇ ਇਹ ਥਾਲੀ 'ਚ ਵੱਖਰਾ ਤੇ ਕੁਝ ਲਿਆਂਦਾ ਨਹੀਂ, ਤੂੰ ਹੈ ਤੇ ਬੀਤੇ ਕਾਲ ਦਾ। ਹਾਂ, ਉਹਨੇ ਚੁੱਕ ਕੇ ਫਿਰ ਥਾਲੀ ਲੈ ਜਾਣੀ ਆ। ਫਿਰ ਐਡਾ ਤੇਜ਼ ਆ, ਪਤਾ ਹੀ ਨਹੀਂ ਲੱਗਣਾ, ਤੁਹਾਡੇ ਸਾਹਮਣੇ ਥਾਲੀ ਉਹਨੇ ਫਿਰ ਲੈ ਆਉਣੀ। ਐਟਮ ਚੇਂਜ ਕਰ ਦਿੰਦਾ ਉਹ, ਤੁਹਾਡੇ ਚਿੱਤ 'ਚ ਐਟਮਾਂ ਪਾਈ ਜਾਂਦਾ ਨਵੀਆਂ। ਔਰ ਉਸ ਤੋਂ ਮੁਕਤੀ ਲੈਣ ਦਾ ਇੱਕੋ ਹੀ ਤਰੀਕਾ ਹੈ, ਦਿਨੇ ਪਰਹੇਜ਼ ਕਰਨਾ ਹੈ। ਦਿਨੇ ਚਿੱਤ 'ਚ ਕੋਈ ਵੀ ਚੀਜ਼ ਪ੍ਰਗਟ ਹੋਵੇ, ਤੁਸੀਂ ਕਹੋ ਕਿ ਵੀ ਇਹ ਤੇ ਚੀਜ਼ ਮੈਂ ਮਾਫ਼ ਕਰਤੀ ਆ। ਮਨ ਆਪਣੇ ਨੂੰ ਕਹੋ ਕਿ ਬਈ 2-4 ਮਿੰਟ ਬਹਿ ਕੇ ਡਿਸਕਸ ਕਰ ਲੈਂਦੇ ਆ, ਕਿਹੜੀਆਂ ਗੱਲਾਂ ਕਰਨੀਆਂ ਜੇ ਕਿਹੜੀਆਂ ਨਹੀਂ ਕਰਨੀਆਂ। ਇਹਨੇ ਲਿਆਉਣੀਆਂ ਨੇ 2-4, ਕਿਹਾ ਵੀ ਮਾਫ਼, ਇਹ ਵੀ ਮਾਫ਼, ਇਹ ਵੀ ਮਾਫ਼। ਚਲੋ ਸਤਿ ਸ੍ਰੀ ਅਕਾਲ, ਮਨ ਜੀ ਤੁਸੀਂ ਜਾਓ ਆਪਣੇ ਘਰ, ਤੁਹਾਡਾ ਸਮਾਨ ਨਹੀਂ ਚਾਹੀਦਾ ਸਾਨੂੰ। ਤੁਸੀਂ ਦਿਨੇ ਪਰਹੇਜ਼ ਕਰੋਗੇ। ਫਿਰ ਸੇਲਜ਼ਮੈਨ ਬਹੁਤ ਤੇਜ਼, ਇਹਨੇ ਕੱਪੜੇ ਕੁਪੜੇ ਬਦਲ ਕੇ ਫੇਰ ਆ ਜਾਣਾ। ਸੋ ਇਸ ਲਈ ਧਿਆਨ ਤੇ ਸਿਮਰਨ ਇੱਕ ਵਿਧੀ ਹੈ, ਉਹ ਚਾਬੀ ਤਿਆਰ ਕਰਨੀ ਹੈ ਹੌਲੀ ਹੌਲੀ, ਕਿਉਂਕਿ ਤੁਹਾਡੀ ਸੁਰਤੀ ਨੂੰ ਖਿੱਚਦਾ ਹੈ। ਪੰਗਾ ਤੇ ਹੈ ਨਾ, ਜਦੋਂ ਡਿਸਪਲੇ ਤੇ ਕੋਈ ਚੀਜ਼ ਹੋਵੇ ਕੋਈ ਫਰਕ ਨਹੀਂ ਪੈਂਦਾ। ਤੁਸੀਂ ਵੇਖਿਆ ਨਹੀਂ, ਜਦੋਂ ਉਹ ਤੁਹਾਨੂੰ ਇਨਵੋਲਵ ਕਰ ਲੈਂਦਾ ਹੈ, ਬੜਾ ਤੇਜ਼ ਆ ਉਹ, ਇੰਨਾ ਬਰੀਕ ਪੜਦਾ ਤੁਹਾਡੇ ਤੇ, ਉਹਦੇ ਚ ਸਿੱਕੇ ਵਾਂਗੂ ਜੁੜੇ ਜੋ ਤੁਸੀਂ। ਮਾੜਾ ਜਿਹਾ ਤੁਸੀਂ ਬੇਹੋਸ਼ੀ ਚ ਗਏ, ਨਾਲ ਹੀ ਵਿਚਾਰ ਚ ਤੁਸੀਂ ਰਲ ਜਾਣਾ। ਫਿਰ ਤੁਸੀਂ ਮਿੱਠੂ ਰਾਮ ਦੇ ਆਂਡੇ ਵੱਡੇ ਹੋਣਗੇ, ਉਹ ਚ ਬੱਚੇ ਪੈਦਾ ਹੋਣਗੇ, ਫਿਰ ਬੱਚਿਆਂ ਤੋਂ ਹੋਰ ਮੁਰਗੀਆਂ, ਫਿਰ ਹੋਰ ਮੁਰਗੀਆਂ, ਫਿਰ ਮੁਰਗੀ ਖਾਨਾ, ਫਿਰ ਹੋਰ ਬੱਚੇ, ਫਿਰ ਵਿਆਹ, ਫਿਰ ਘਰ ਦੀ। ਏਦਾਂ ਕਰਕੇ ਉਹ ਬਿਮਾਰ ਹੋਊਗੀ, ਉਹ ਤੰਦਰੁਸਤ ਹੋਊਗੀ, ਉਹਦਾ ਇਲਾਜ ਕਰਾਊਂਗਾ, ਜਾਂ ਉਹਨੂੰ ਮੈਂ ਚੰਗੇ ਕੱਪੜੇ ਪਾਊਂਗਾ, ਬੱਚਿਆਂ ਨੂੰ ਫਲਾਣੇ ਸਕੂਲ 'ਚ ਭੇਜਣਾ ਹੈ, ਨਹੀਂ ਫਿਰ ਮੈਂ ਕਾਲਜ 'ਚ ਭੇਜੂੰਗਾ, ਨਹੀਂ ਫਿਰ ਮੈਂ ਬਾਹਰ ਦੇ ਮੁਲਕ 'ਚ ਭੇਜੂੰਗਾ। ਮਨ ਦੀਆਂ ਇੱਛਾਵਾਂ ਦਾ ਕੋਈ ਅੰਤ ਨਹੀਂ। ਇਸੇ ਤਰ੍ਹਾਂ ਹੀ ਬੰਦੇ ਨੂੰ ਨਿਜ ਸਾਹਿਬ ਭਰਮਾ ਲੈਂਦਾ ਹੈ। ਬਿਲਕੁਲ। ਔਰ ਵੇਖੋ ਤੁਹਾਨੂੰ ਕਿੱਦਾਂ ਕਮਾਈ ਜਾਂਦਾ ਹੈ। ਜਿਹੜੀ ਥਾਲੀ ਦੇ ਵਿੱਚ ਰੋਟੀ ਪਈ ਹੈ, ਇਹਨੂੰ ਕੋਈ ਇੰਟਰਸਟ ਨਹੀਂ ਉਹਦੇ ਨਾਲ, ਪਰ ਜਦੋਂ ਨਹੀਂ ਸੀ ਤੇ ਬੜਾ ਇੰਟਰਸਟ ਸੀ। ਤੁਸੀਂ ਦੇਖੋ ਆਪਣੇ ਜੀਵਨ ਸਾਥੀ ਨੂੰ, ਤੁਹਾਡੀ ਪਤਨੀ ਜਾਂ ਪਤੀ ਜਦੋਂ ਤੁਹਾਡੇ ਕੋਲ ਨਹੀਂ ਸੀ ਨਾ, ਤੁਸੀਂ ਤਰਲੇ ਮਾਰਦੇ ਫਿਰਦੇ ਸੀ। ਅੱਜ ਤੁਹਾਡੇ ਨਜ਼ਰ 'ਚ ਉਸ ਬੰਦੇ ਦੀ, ਉਸ ਔਰਤ ਦੀ ਦੁੱਖੀ ਜਿੰਨੀ ਕਦਰ ਨਹੀਂ ਆ। ਕਿਉਂ? ਮਨ ਸ਼ਿਫਟ ਹੋ ਗਿਆ, ਮਨ ਨੂੰ ਕੁਝ ਹੋਰ ਚਾਹੀਦਾ। ਹੁਣ ਨਿਜਾ ਸਾਹਿਬ ਨਿਜੇ ਦੀ ਚੀਜ਼ ਮਿਲ ਗਈ ਹੈ ਨਾ, ਹੁਣ ਉਹਨੂੰ ਕੀ ਪਰਵਾਹ। ਬਿਲਕੁਲ। ਤੁਸੀਂ ਆਪ ਜਸਟ ਨਜ਼ਰ ਮਾਰੋ ਆਪਣੀ ਘਰ ਦੀ ਜਾਂ ਆਪਣੇ ਘਰ ਦੇ ਦੀ ਸ਼ਕਲ ਵੇਖਿਆ ਨੂੰ ਤੁਹਾਨੂੰ ਕਿੰਨੇ ਸਾਲ ਹੋ ਗਏ ਆ। ਵੇਖੋ ਅੱਜ, ਵੇਖੋ ਜਰਾ ਧਿਆਨ ਨਾਲ, ਤੁਹਾਨੂੰ ਪਤਾ ਲੱਗੇ, ਕਿਉਂਕਿ ਉਹਨੂੰ ਮਿਲ ਗਿਆ ਵਾ। ਹੁਣ ਉਹਦਾ ਕੋਈ ਇੰਟਰਸਟ ਨਹੀਂ ਹੈ। ਹਾਂ, ਚੀਜ਼ ਨਹੀਂ ਮਿਲੀ ਆ ਤੇ ਫਿਰ ਤੇ ਨਿੱਜਾ ਸਾਹਿਬ ਕੀ ਕਹਿੰਦੇ, ਅੱਡੀ ਦਾ ਕੀ ਕਹਿੰਦੇ, ਜਿਹੜਾ ਜੋੜ, ਅੱਡੀ ਛੋਟੀ ਦਾ ਜ਼ੋਰ ਲਾਈ ਜਾਣਾ ਨੇ। ਬਿਲਕੁਲ ਲਾਈ ਜਾਣਾ। ਬੱਚਾ ਦੇਖ ਲਓ ਗੁਰਕੀ ਸਾਹਿਬ, ਮਨ ਤਾਂ ਬੱਚੇ ਵਾਂਗੂ ਹੈ। ਉਹਨੇ ਕਹਿਣਾ ਚਾਹੀਦਾ ਹੀ ਚਾਹੀਦਾ, ਖਿਡੌਣਾ ਤਾਂ ਉਹਨੇ ਲਿਟ ਜਾਣਾ ਉੱਥੇ ਦੁਕਾਨ ਦੇ ਉੱਤੇ ਹੀ, ਬਸ ਹੋਰ ਲਿਆ ਕੇ ਦੇ ਦੋ। ਇੱਕ ਦਿਨ ਨਹੀਂ ਖੇਡਣਾ ਉਹਨੇ। ਔਰ ਉਹ ਫਿਰ ਮਾਂ ਪਿਓ ਵੀ ਕਹਿੰਦੇ ਨੇ ਸਾਡਾ ਇੱਕ ਬੱਚਾ ਹੈ, ਕਿਉਂ ਨਹੀਂ ਦੀ ਜਿੱਦ ਪਕਾਈਏ। ਉਹਦੀਆਂ ਜਿੱਦਾਂ ਪਕਾਓ, ਉਹ ਮੁੜ ਕੇ ਏਡਾ ਜਿੱਦੀ ਬੱਚਾ ਬਣ ਜਾਣਾ ਉਹਨਾਂ ਨੇ। ਤੇ ਦੁਕਾਨਦਾਰ ਵੀ ਕਹਿ ਦਿੰਦਾ ਹੈ ਵੀ ਦੇ ਦੋ ਜੀ, ਕਾਹਦੇ ਲਈ ਤੜਫਾ ਰਹੇ ਹੋ ਬੱਚੇ, ਕਾਹਨੂੰ ਬੱਚੇ ਨੂੰ ਰਵਾ ਰਹੇ ਜੋ, ਅਸਕਰ ਤੁਸੀਂ ਕਮਾਇਆ ਕਿਸ ਲਈ? ਠੀਕ ਹੈ। ਸੋ ਇੱਥੇ ਮਨ ਇੱਕ ਆਪਣੀ ਪਤਨੀ ਦਾ ਸ਼ਕਲ ਵੇਖੋ, ਇੱਕ ਆਪਣੇ ਪਤੀ ਦੀ ਸ਼ਕਲ। ਪਲੀਜ਼ ਉਹਨੂੰ 10 ਮਿੰਟ ਉਹਦੇ ਲਾਗੇ ਬਹੁਤ ਦੀ ਸ਼ਕਲ ਜ਼ਰੂਰ ਦੇਖੋ। ਬਹੁਤ ਪਾਣੀ ਲੰਘ ਚੁੱਕਿਆ, ਪਰ ਮਨ ਪਤਾ ਕਿਹੜੀ ਫੋਟੋ ਬਣਾ ਕੇ ਬੈਠਾ ਹੈ, ਉਹ ਪੁਰਾਣੀ। ਉਹਨੂੰ ਕਹੇ ਭਰਾਵਾ ਅੱਖਾਂ ਖੋਲ, ਸਾਹਮਣੇ ਵੇਖ, ਪਤਾ ਨਹੀਂ ਕਿੰਨੀਆਂ ਉਹਦੇ ਮੂੰਹ ਤੇ ਝੁਰਰੀਆਂ ਆ ਗਈਆਂ ਵਾ। ਤੂੰ ਵੇਖ ਨੂੰ ਧਿਆਨ ਨਾਲ ਵੇਖੋਗੇ ਤੁਹਾਨੂੰ ਪਤਾ ਲੱਗੂ। ਮਨ ਬਹੁਤ ਤੇਜ਼ ਹੈ। ਸੋ ਇਹ ਚੀਜ਼ ਨੂੰ ਆਪਾਂ ਐਕਸੈਪਟ ਕਰੀਏ, ਜੋ ਸਾਡੀ ਥਾਲੀ 'ਚ ਹੈਗਾ ਉਹਨੂੰ ਗ੍ਰਹਿਣ ਕਰੀਏ। ਗ੍ਰਹਿਣ ਕਰਨਾ ਆਪਾਂ, ਕਹਿਣ ਤੋਂ ਭਾਵ ਹੈ ਕਿ ਰੋਟੀ ਦੇ ਵਿੱਚ ਜਦੋਂ ਕੋਈ ਚੀਜ਼ ਪਰੋਸੀ ਜਾਂਦੀ ਆ ਤੇ ਉਸ ਨੂੰ ਪ੍ਰਮਾਤਮਾ ਦਾ ਹੁਕਮ ਸਮਝੋ, ਉਹਨੂੰ ਗ੍ਰਹਿਣ ਕਰੋ। ਤੇ ਜਦੋਂ ਤੁਸੀਂ ਗ੍ਰਹਿਣ ਨਹੀਂ ਕਰਦੇ, ਫਿਰ ਉੱਥੇ ਕੀ ਹੋ ਗਿਆ, ਫਿਰ ਹੁਕਮ ਚੋਂ ਆਪਾਂ ਬਾਹਰ ਚੱਲ ਜਾਂਦੇ ਹਾਂ। ਨਿੱਜਰ ਸਾਹਿਬ, ਗ੍ਰਹਿਣ ਕਰਨ ਦਾ ਮਤਲਬ ਸਾਹਮਣੇ ਥਾਲੀ 'ਚ ਪੈ ਗਈ ਇਹ ਚੀਜ਼, ਉਹ ਤੇ ਚਟਨੀ ਪਾਤੀ ਆ, ਕੌੜੀ ਫਿੱਕੀ, ਉਹਨੂੰ ਖਾ ਜਾਓ। ਤੇ ਨਾ ਵੀ ਖਾਓਗੇ, ਆਪਸ਼ਨ ਤੇ ਹੈ ਨਹੀਂ ਤੁਹਾਡੇ ਕੋਲ। ਬਿਲਕੁਲ। ਔਰ ਦੂਸਰੀ ਚੀਜ਼ ਹੈ ਗੁਰਕੀ ਸਾਹਿਬ, ਵਿਚਾਰਾਂ ਨੂੰ ਆਪਾਂ ਨੇ ਗ੍ਰਹਿਣ ਨਹੀਂ ਕਰਨਾ। ਹਾਂ, ਤੇ ਵਿਚਾਰ ਤੇ ਤੁਹਾਡੇ ਹੈਗੇ ਆ। ਵਿਚਾਰ ਕਾਹਦੇ ਆ? ਵਿਚਾਰ ਉਹੀ ਚੀਜ਼ ਦੇ ਆ ਜਿਹੜੀ ਚੀਜ਼ ਤੁਸੀਂ ਗ੍ਰਹਿਣ ਨਹੀਂ ਕਰ ਪਾ ਰਹੇ, ਜਿਹੜੀ ਚੀਜ਼ ਤੁਹਾਨੂੰ ਹਜਮ ਨਹੀਂ ਹੋ ਰਹੀ, ਉਹ ਤੁਹਾਡੇ ਢਿੱਡ 'ਚ ਫਸ ਗਈ ਆ। ਉਹ ਤੁਸੀਂ ਚਾਹੁੰਦੇ ਕਿ ਇਹ ਬਦਲੀ ਜਾਵੇ, ਹੁਣ ਬਦਲੀ ਕਿੱਥੇ, ਉਹਦੇ ਢਿੱਡ 'ਚ ਵੜ ਗਈ ਆ, ਉਹਨੂੰ ਹਜਮ ਕਰ ਜਾਓ। ਪ੍ਰੋਬਲਮ ਤੇ ਇਹ ਆ ਕਿ ਬੰਦਾ ਕੋਈ ਚੀਜ਼ ਹਜਮ ਕਰਨ ਨੂੰ ਤਿਆਰ ਹੀ ਨਹੀਂ ਹੈ। ਖਾਸ ਕਰਕੇ ਤੁਹਾਡਾ ਬੀਤਿਆ ਜੀਵਨ,
ਉਹ ਇੱਕ ਸਮਝ ਲਓ ਕਿ ਤੁਹਾਡੇ ਢਿੱਡ 'ਚ ਗਿਆ, ਤੁਸੀਂ ਉਹਨੂੰ ਹਜਮ ਨਹੀਂ ਕਰ ਰਹੇ, ਤੁਹਾਡਾ ਮਿਹਦਾ ਕਮਜ਼ੋਰ ਹੈ। ਇਸ ਲਈ ਬਾਣੀ ਕਹਿੰਦੀ ਮਾਫ ਕਰ ਦੇ, ਫਿਰ ਹਜਮ ਹੋ ਜੂ ਤੇਰੇ ਕੋ। ਨਹੀਂ ਮਾਫ ਕਰ ਸਕਦਾ, ਮਾਫੀ ਮੰਗ ਲਾ, ਪਰਮਾਤਮਾ ਦਾ ਹੁਕਮ ਸਮਝ ਕੇ ਉਹਨੂੰ ਗ੍ਰਹਿਣ ਕਰ ਲਾ, ਤਾਂ ਜੋ ਚੀਜ਼ਾਂ ਤੈਨੂੰ ਹਜਮ ਹੋ ਜਾਣ। ਕਿਉਂਕਿ ਤੇਰੇ ਚਿੱਤ ਦੇ ਵਿੱਚ, ਚਿੱਤ ਤੇਰਾ ਢਿੱਡ ਆ, ਔਰ ਢਿੱਡ ਦੇ ਵਿੱਚ ਸਾਰਾ ਭੂਤਕਾਲ ਦਾ ਜਿੰਨਾ ਵੀ ਸਮਾਨ ਆ, ਆਟਾ, ਦਾਲ, ਚੌਲ, ਜਿਹੜੇ ਤੂੰ ਖਾਦੇ ਸੀ ਪਰ ਤੈਨੂੰ ਪਸੰਦ ਨਹੀਂ ਆ, ਹੁਣ ਉਹ ਜਿਹੜੇ ਤੇਰੇ ਅੰਦਰ ਬੈਠੇ ਆ ਉਹ ਹਜਮ ਨਹੀਂ ਹੋ ਰਹੇ। ਨਿੱਜਾ ਸਾਹਿਬ, ਬੀਤਿਆ ਜੀਵਨ ਕਿੱਥੇ ਬੰਦਾ ਹਜਮ ਕਰਦਾ? ਬੰਦੇ ਨੂੰ ਤਾਂ ਪ੍ਰੋਬਲਮ ਹੈ ਉਹਦੇ ਤੋਂ ਬਹੁਤ ਜ਼ਿਆਦਾ। ਸੋ ਇਹ ਗੱਲ ਹੈਗੀ ਆ, ਜਦੋਂ ਇੱਕ ਕੁੜੀ ਦਾ ਵਿਆਹ ਹੋਵੇ ਜਾਂ ਮੁੰਡੇ ਦਾ ਵਿਆਹ ਹੋਵੇ, ਪਹਿਲਾਂ ਵਿਚਾਰੇ ਤਰਲੇ ਮਾਰਦੇ ਫਿਰਦੇ, ਮੁੰਡਾ ਲੱਭੇ, ਜਦੋਂ ਮਿਲ ਗਿਆ, ਵਿਆਹ ਹੋ ਗਿਆ, 4-5 ਸਾਲ ਲੰਘ ਗਿਆ, ਫਿਰ ਕਹਿਣਾ ਹੈ ਕਿ ਤੂੰ ਤੇ ਬੰਦਾ ਹੀ ਥਰਡ ਗ੍ਰੇਡ ਆ, ਤੂੰ ਔਰਤ ਥਰਡ ਗ੍ਰੇਡ ਆ, ਜੇ ਤੋਂ ਵਧੀਆ ਆਪਸ਼ਨ ਸੀ ਮੇਰੇ ਕੋਲ, ਫਿਰ ਠੀਕ ਸੀ ਆਪਸ਼ਨ, ਤੇ ਫਿਰ ਉੱਥੇ ਵਿਆਹ ਕਿਉਂ ਨਹੀਂ ਕਰਾਇਆ ਤੂੰ? ਨਜਾ ਸਾਹਿਬ, ਬਿਲਕੁਲ। ਉਦੋਂ ਤਰਲੇ ਮਾਰਦੇ ਫਿਰਦੇ ਤੁਹਾਡਾ ਟੱਬਰ ਸਾਰਾ ਕਿ ਸਾਡਾ ਧੀ ਪੁੱਤ ਵਿਆਹ ਜਾਵੇ। ਸੋ ਬੰਦੇ ਦੀ ਪਤਾ ਕੀ ਫਿਤਰਤ ਆ, ਜਦੋਂ ਚੀਜ਼ ਮਿਲ ਜਾਂਦੀ ਆ ਫਿਰ ਉਹ ਹੋਰ ਰਾਹ ਤੁਰ ਪੈਂਦਾ, ਪਰ ਜਦੋਂ ਚੀਜ਼ ਨਹੀਂ ਆ ਉਦੋਂ ਤਰਲੇ ਮਾਰਦਾ ਸਾਡੇ ਬੱਚੇ ਦਾ ਵਿਆਹ ਕਰਾ ਦਿਓ, ਕੋਈ ਰਿਸ਼ਤਾ ਹੀ ਕਰਾ ਦਿਓ। ਸੋ ਇਹ ਕੁਦਰਤੀ ਨਿਯਮ ਹੈ, ਜਿਹੜੀ ਚੀਜ਼ ਮਿਲ ਜੇ ਉਹਨੂੰ ਹਜਮ ਕਰੋ। ਤੇ ਵੈਸੇ ਵੀ ਤੁਸੀਂ ਨਜ਼ਰ ਮਾਰੋ, ਆਪਣੇ ਜੀਵਨ ਸਾਥੀ ਤੇ ਨਜ਼ਰ ਮਾਰੋ ਪਲੀਜ਼, ਉਸ ਤੋਂ ਵਧੀਆ ਇਨਸਾਨ ਨਹੀਂ ਤੁਹਾਨੂੰ ਮਿਲ ਸਕਦਾ। ਇਹ ਗੱਲ ਸੱਚ ਹੈ ਨਿੱਜਾ ਸਾਹਿਬ, ਬਿਲਕੁਲ ਸੱਚ। ਜੇ ਕੋਈ ਛੱਡ ਕੇ ਭੱਜ ਜੇ ਤਾਂ ਗੱਲ ਵੱਖਰੀ, ਉਹਦੀ ਮਰਜ਼ੀ ਹੈ, ਬਾਗੀ ਹੋ ਗਿਆ, ਚਾਹੇ ਉਹ ਮਾੜਾ ਹੈ ਚਾਹੇ ਚੰਗਾ ਹੈ, ਉਹ ਬੜਾ ਡਿਜ਼ਾਈਨ ਕੀਤਾ ਹੈ ਪ੍ਰਕਿਰਤੀ ਦਾ। ਵੇਖੋ ਇੰਨੀ ਦੁਨੀਆ ਵਾ, ਅਰਬਾਂ ਖਰਬਾਂ, ਇੱਕ ਸਟਨ ਬੰਦਾ ਤੁਹਾਡੀ ਜ਼ਿੰਦਗੀ ਚ ਆ ਰਿਹਾ, ਕਿਉਂਕਿ ਤੁਹਾਡਾ ਉਹਦੇ ਨਾਲ ਲੈਣਾ ਦੇਣਾ ਹੈ, ਉਸ ਲੈਣੇ ਦੇਣੇ ਨੂੰ ਤੁਸੀਂ ਪੂਰਾ ਕਰਨਾ ਹੈ। ਇਹ ਫੈਕਟ ਹੈਗਾ ਨਿੱਜਾ ਸਾਹਿਬ, ਇਹ ਸੱਚ ਜੀ। ਬਿਲਕੁਲ ਸਹੀ ਹੈ ਜੀ। ਉਹੀ ਆਉਂਦੇ ਆ ਆਪਣੇ ਜੀਵਨ ਦੇ ਵਿੱਚ ਜਿਨ੍ਹਾਂ ਦੇ ਨਾਲ ਆਪਾਂ ਪਹਿਲਾਂ ਜਿਹੜੇ ਇੰਟਰੈਕਸ਼ਨ ਕਰ ਚੁੱਕੇ ਆ। ਤੇ ਬਾਕੀ ਭੱਜ ਜਾਓ ਤੁਸੀਂ, ਉਹ ਵੱਖਰੀ ਗੱਲ ਹੈ, ਤੁਸੀਂ ਤਲਾਕ ਲੈ ਲਓ, ਜੋ ਮਰਜ਼ੀ ਕਰਕੇ ਭੱਜ ਜਾਓ, ਪਰ ਉਹ ਖੇਡ, ਉਹ ਗੱਲ ਨਹੀਂ ਜੋ ਪੂਰੀ ਹੋਈ, ਉਹ ਕਹਾਣੀ ਉੱਥੇ ਖਲੋਤੀ ਆ। ਬਿਲਕੁਲ। ਸੁਕਰਾਤ ਸ਼ਰਾਈ ਸੀ, ਉਹਨੂੰ ਨਹੀਂ ਜਾਨੀ ਮਿਲਦੀ, ਉਹ ਇੰਨੀ ਗੰਦੀ ਜਨਾਨੀ ਸੀ, ਕਹਿੰਦੇ ਇੰਨੀਆਂ ਗਾਲਾਂ ਕੱਢਦੀ ਉਹਨੂੰ, ਪਰ ਸੁਕਰਾਤ ਨੇ ਕਿਤੇ ਵੀ ਉਹਨੂੰ ਇਗਨੋਰ ਹੀ ਕੀਤਾ ਹੈ, ਕਿਤੇ ਨੇ ਕਿਹਾ ਹੈ ਕਿ ਇਹਨੂੰ ਮੈਂ ਰਿਪਲੇਸ ਕਰਦਾ। ਨਿੱਜਾ ਸਾਹਿਬ ਸੱਚ ਹੈ ਨਾ? ਬਿਲਕੁਲ ਠੀਕ ਹੈ ਜੀ। ਉਹ ਬਹੁਤ ਹਾਂਜੀ। ਜਾਗਰ ਜੀ ਤੁਹਾਡਾ ਮਾਈਕ ਔਨ ਹੋ ਗਿਆ, ਕੁਝ ਕਹਿਣਾ? ਨਹੀਂ। ਹਾਂ ਠੀਕ। ਹਾਂਜੀ। ਸੁਕਰਾਤ ਦੀ ਜਿਹੜੀ ਔਰਤ ਸੀ, ਕਹਿੰਦੇ ਉਹ ਇੰਨੀ ਬਦਦਮਾਗ ਸੀ ਔਰਤ, ਔਰ ਇੰਨੀਆਂ ਗਾਲਾਂ ਕੱਢਣੀਆਂ, ਜਿੱਥੇ ਉਹ ਜਾ ਕੇ ਉਹ ਕਰਦਾ ਸੀ ਨਾ, ਉਹ ਨਿੱਜਾ ਸਾਹਿਬ ਪ੍ਰਵਚਨ ਕਰਦਾ ਸੀ, ਉੱਥੇ ਪਹੁੰਚ ਜਾਂਦੀ ਸੀ ਉਹ। ਉਹਨੇ ਉਹਦਾ ਜੀਵਨ ਆਰਾਮ ਕੀਤਾ, ਪਰ ਸੁਕਰਾਤ ਨੇ ਕਿਤੇ ਨਹੀਂ ਕਿਹਾ ਕੋਈ ਮਾੜੀ ਆ, ਉਹਦੇ ਨਾਲ ਸਮਾਂ ਕੱਢਿਆ। ਇਸ ਕਰਕੇ ਜੀਵਨ ਸਾਥੀ ਜਿੱਦਾਂ ਦਾ ਵੀ ਹੈਗਾ, ਤੁਸੀਂ ਉਸਨੂੰ ਐਕਸੈਪਟ ਕਰੋ। ਕੋਈ ਵੀ ਬੰਦਾ ਦੇਖੋ ਜੀ, ਗੁਰਕੀ ਸਾਹਿਬ ਉਹ ਕਹਿੰਦੇ ਆ ਵੀ ਸੁਕਰਾਤ ਕਹਿੰਦਾ ਬਈ ਮੈਂ, ਉਹ ਕਹਿੰਦੇ ਤੂੰ ਇਹਨੂੰ ਕਾਹਦੇ ਰੱਖਿਆ, ਤੇਰੇ ਨਾਲ ਲੜਦੀ ਆ, ਉਹ ਤੈਨੂੰ ਗਾਲਾਂ ਕੱਢਦੀ ਆ। ਉਹ ਕਹਿੰਦਾ ਮੈਂ ਇਸ ਕਰਕੇ ਵੀ ਰੱਖਿਆ, ਮੈਂ ਆਪਣੀ ਪੇਸ਼ੈਂਸ ਟੈਸਟ ਕਰਨੀ ਚਾਹੁੰਦਾ। ਬਿਲਕੁਲ ਸਹੀ ਹੈ ਜੀ, ਬਿਲਕੁਲ। ਦੇਖੋ ਭਾਜੀ, ਪੇਸ਼ੈਂਟ ਦਾ ਮਤਲਬ ਤੇ ਇਹੋ ਹੀ, ਕਸਵੱਟੀ ਵੀ ਤੇ ਚਾਹੀਦੀ ਨਾ ਘਰੇ। ਹਾਂ, ਪਰਖ ਚਾਹੀਦਾ। ਬਿਲਕੁਲ ਸਹੀ ਗੱਲ ਹੈ ਭਾਜੀ। ਕਿ ਜਿੰਨਾ ਚਿਰ ਤੁਹਾਨੂੰ ਕਿਨੇ ਚੁੰਡੀ ਨਾ ਵੱਡੀ, ਤੁਸੀਂ ਤੇ ਸੰਤ ਬਣੇ ਜੋ, ਜਦੋਂ ਚੁੰਡੀ ਵੱਡੀ ਉਦੋਂ ਤੇ ਸੰਤ ਬਾਹਰ ਆਉਣਾ ਵਾ, ਅਸਲੀ ਸੰਤ ਅੰਦਰੋਂ। ਭਾਜੀ ਸਾਨੂੰ ਕੋਈ ਟੈਸਟ ਕਰਨ ਵਾਲਾ ਵੀ ਚਾਹੀਦਾ, ਜੇ ਅਸੀਂ ਤਾਂ ਰੱਬ ਆਪਣੇ ਆਪ ਨੂੰ ਰੱਬ ਸਮਝਣ ਲੱਗ ਪੈਂਦੇ ਆ। ਹਾਂਜੀ ਬਿਲਕੁਲ। ਤੇ ਉਹ ਬੜੀ ਜ਼ਬਰਦਸਤ ਆ, ਉਹ ਸਾਰੇ ਚਲੋ ਠੀਕ ਆ, ਉਹ ਇਹ ਚੀਜ਼ਾਂ ਹੈਗੀਆਂ ਨੇ। ਵੈਸੇ ਕਾਫੀ ਹੋ ਗਿਆ ਇਹ ਟੌਪਿਕ ਤੇ ਗੱਲ, ਬਟ ਵੈਰੀ ਇੰਟਰਸਟਿੰਗ। ਉਹ ਜੀਵਨ ਦਾ ਇੱਕ ਬੜਾ, ਮੈਂ ਸੋਚਦਾ ਕਿ ਧੀਆਂ ਪੁੱਤ ਤੁਹਾਡੇ ਆਉਣੇ ਜਾਣੇ ਆ, ਚਲੋ ਬੱਚੇ ਵੱਡੇ ਹੋ ਗਏ, ਉਹਨਾਂ ਨੇ ਮੂਵ ਔਨ ਹੋ ਜਾਣਾ, ਤੇ ਜੀਵਨ ਸਾਥੀ ਤੁਹਾਡਾ ਜੀਵਨ ਦਾ ਨਾ ਬਹੁਤ ਵੱਡਾ ਇੱਕ, ਤੁਹਾਡਾ ਨਾ ਉਹ ਇੱਕ ਵੱਡਾ ਹਿੱਸਾ ਵਾ, ਚਾਹੇ ਮਾੜਾ ਹੈ ਚੰਗਾ ਹੈ। ਦੇਖੋ ਤੁਸੀਂ ਏਦਾਂ ਤਾਂ ਨਹੀਂ ਨਾ ਕਹਿ ਸਕਦੇ ਕਿ ਇਹਦੀਆਂ ਮੈਨੂੰ ਫਲਾਣੀਆਂ ਚੀਜ਼ਾਂ ਚੰਗੀਆਂ ਤੇ ਆਹ ਚੀਜ਼ਾਂ ਦੀਆਂ ਬੁਰੀਆਂ। ਜੇ ਕੰਡੇ ਲੱਗੇ ਨੇ ਗੁਲਾਬ ਦੇ ਫੁੱਲ ਨੂੰ ਮੇਜਰ ਸਾਹਿਬ, ਤੇ ਦੈਟ ਇਜ਼ ਆਲਸੋ ਪਾਰਟ ਆਫ, ਉਹ ਤੋਂ ਬਿਨਾਂ ਵੀ ਗੁਲਾਬ ਅਧੂਰਾ ਹੈ ਕੰਡਿਆਂ ਤੋਂ ਬਿਨਾਂ। ਬਿਲਕੁਲ ਇਸੇ ਤਰ੍ਹਾਂ। ਇੱਕ ਮਿੰਟ ਹੋਰ ਗੁਰਕੀ ਸਾਹਿਬ, ਪੋਸ਼ੋ ਸਾਹਿਬ ਕਹਿੰਦੇ ਆ ਬਈ ਅਸੀਂ ਸਾਰੀ ਉਮਰ ਕੰਡਿਆਂ ਤੇ ਹੀ ਕੰਸਨਟਰੇਟ ਕਰਦੇ ਆ, ਸਾਨੂੰ ਫੁੱਲਾਂ ਤੇ ਕੰਸਨਟਰੇਟ ਕਰਨਾ ਚਾਹੀਦਾ। ਫਿਰ ਜੇ ਫੁੱਲਾਂ ਦੇ ਕੰਸਨਟਰੇਟ ਕਰਾਂਗੇ, ਕੰਡੇ ਲੱਗਣਗੇ, ਉਹ ਸਾਨੂੰ ਫੀਲ ਨਹੀਂ ਹੋਣਗੇ। ਬਿਲਕੁਲ ਸਹੀ ਹੈ ਜੀ।
ਹਾਂ, ਉਹ ਤਾਂ ਮਤਲਬ ਤੇ ਇਹੋ ਹੀ ਆ ਕਿ ਤੁਸੀਂ ਉਹਦੀ ਚੰਗੇ ਪੱਖ ਵੀ ਵੇਖੋ। ਉਸ ਬੰਦੇ ਦੇ ਵਿੱਚ ਜੇ 4 ਬੁਰਾਈਆਂ ਨਾ, ਤੇ ਪ੍ਰਮਾਤਮਾ ਨੇ ਏਦਾਂ ਧਰਤੀ ਤੇ ਕੋਈ ਬੰਦਾ ਨਹੀਂ ਪੈਦਾ ਕੀਤਾ ਜਿਸ ਚ 8 ਚੰਗਿਆਈਆਂ ਵੀ ਨਾ ਹੋਣ। ਪਰ ਵੈਸੇ ਇੱਕ ਗੱਲ ਹੈ ਜੀ ਗੋਰਕੀ ਸਾਹਿਬ, ਤੇ ਉਹ ਜਿਹੜੇ ਕੰਡੇ ਨੇ ਨਾ, ਉਹ ਵੀ ਉਹਨਾਂ ਨੂੰ ਹੀ ਲੱਗਦੇ ਨੇ ਖੁਸ਼ਬੂਦਾਰ ਤੇ ਸੋਹਣੇ ਫੁੱਲਾਂ ਦੇ ਹੀ ਕੁੰਡੇ ਲੱਗਦੇ ਨੇ, ਨਹੀਂ ਕਿਸੇ ਦੇ ਲੱਗਦੇ। ਉਹਨਾਂ ਦੀ ਰੇਖ ਦੇਖ ਵਾਸਤੇ ਰੱਖਦੇ ਨੇ ਵੀ ਇਹਨਾਂ ਨੂੰ ਕੋਈ ਤੋੜੇ ਨਾ। ਔਰ ਮੇਰੇ ਵਰਗਾ ਉੱਥੇ ਕਮੀਜ਼ ਫਸਾ ਕੇ ਬੈਠਾ ਰਹਿੰਦਾ ਕੰਡਿਆਂ ਚ। ਚਲੋ ਚਲੋ, ਸ਼ੁਕਰ ਹੈ, ਖੁਸ਼ ਰਿਹਾ ਕਰੋ। ਮੇਰਾ ਕਹਿਣ ਤੋਂ ਭਾਵ ਇਹ ਆ ਕਿ ਜਿੱਦਾਂ ਦਾ ਵੀ ਜੀਵਨ ਸਾਥੀ ਉਹਨੂੰ ਐਕਸੈਪਟ ਕਰੋ, ਨੋ ਕੰਪਲੇਂਟਸ। ਕਿਉਂਕਿ ਕੰਪਲੇਂਟ ਕਰੋਗੇ ਤੇ ਤੁਹਾਨੂੰ ਕੁਛ ਵੀ ਨਹੀਂ ਮਿਲਣਾ। ਬਾਕੀ ਜੇ ਤੁਸੀਂ ਭੱਜਣਾ ਚਾਹੁੰਦੇ ਤਾਂ ਭੱਜ ਜਾਓ, ਪਰ ਭੱਜਣਾ ਮੇਰੇ ਹਿਸਾਬ ਨਾਲ ਕੋਈ ਤਾਂ ਵਧੀਆ ਨਹੀਂ ਹੈਗਾ। ਜੇ ਕੋਈ ਪ੍ਰੋਬਲਮ ਹੈਗੀ ਆ, ਕੋਈ ਡਿਸਪਿਊਟ ਹੈਗਾ, ਉਸ ਬੰਦੇ ਨਾਲ ਗੱਲ ਕਰੋ, ਉਹਦੇ ਨਾਲ ਕਮਿਊਨੀਕੇਟ ਕਰੋ, ਉਹਨੂੰ ਦੱਸੋ ਵੀ ਆਹ ਪੱਖ ਆ, ਇਹ ਚੀਜ਼ਾਂ ਮੈਨੂੰ ਤੇਰੇ ਤੋਂ ਦੂਰ ਲੈ ਕੇ ਜਾ ਰਹੀਆਂ ਨੇ। ਮਤਲਬ ਮੈਂ ਤੈਨੂੰ ਦੱਸਣਾ ਚਾਹੁੰਦੀ ਹਾਂ ਕਿ ਆਹ ਜਿਹੜੀਆਂ ਚੀਜ਼ਾਂ ਨੇ, ਪਲੀਜ਼ ਏਦਾਂ ਨਾ ਕਰੋ। ਕਿਉਂਕਿ ਇਹ ਚੀਜ਼ਾਂ ਜਿਹੜੀਆਂ ਨੇ, ਇਹ ਮੇਰੇ ਅੰਦਰ ਕੋਈ ਬੇਚੈਨੀ ਪੈਦਾ ਕਰ ਰਹੀਆਂ ਨੇ, ਤੁਹਾਡੀ ਤਸਵੀਰ ਨੂੰ ਡਿਸਟਰਬ ਕਰ ਰਹੀਆਂ ਨੇ। ਤੁਹਾਡੀ ਤਸਵੀਰ ਬਹੁਤ ਵਧੀਆ ਹੈ, ਤੇ ਉਹ ਅਗਲਾ ਵੀ ਕੋਈ ਬੇਵਕੂਫ ਥੋੜੀ ਹੈਗਾ। ਉਹਨੂੰ 2-4 ਵਾਰੀ ਕਹੋਗੇ, ਉਹਨੂੰ ਪਤਾ ਹੈ, ਤੇ ਉਹ ਹੌਲੀ ਹੌਲੀ ਕਰਕੇ ਉਸ ਸੁਭਾਅ ਦਾ ਤਿਆਗ ਕਰ ਦੇਗਾ। ਤੇ ਤੁਸੀਂ ਨਹੀਂ ਕਹੋਗੇ ਤੇ ਇਹਨੂੰ ਪਤਾ ਨਹੀਂ ਲੱਗਣਾ। ਹੁਣ ਵੇਖੋ, ਕੰਪਨੀਆਂ ਦੇ ਵਿੱਚ ਇੱਕ ਫੀਡਬੈਕ ਨਾਮ ਦਾ ਫਾਰਮ ਆਉਂਦਾ, ਤੁਹਾਨੂੰ ਫੋਨ ਕਰਦੇ ਨੇ, ਤੁਹਾਨੂੰ ਪੁੱਛਦੇ ਨੇ, ਉਹ ਕਹਿੰਦੇ ਭਈ ਤੁਹਾਡੀ ਗੱਡੀ ਕਿੱਦਾਂ ਦੀ, ਭਈ ਇਹਦੀ ਕੋਈ ਪ੍ਰੋਬਲਮ, ਤੁਸੀਂ ਸਰਵਿਸ ਕਰਾਈ ਸੀ। ਮਤਲਬ ਤੇ ਉਹ ਚਾਹੁੰਦੇ ਨੇ ਕਿ ਸਾਨੂੰ ਦੱਸੋਗੇ ਤੇ ਭਾਈ ਪਤਾ ਲੱਗੂਗਾ। ਕਿਉਂਕਿ ਅਲੱਗ-ਅਲੱਗ ਸਟੇਟਾਂ 'ਚ, ਅਲੱਗ-ਅਲੱਗ ਸਿਟੀਆਂ 'ਚ ਗੱਡੀ ਚੱਲ ਰਹੀ ਆ, ਇਨਵਾਇਰਮੈਂਟ ਅਲੱਗ ਆ, ਤਾਂ ਜੋ ਅਸੀਂ ਉਹਦੀ ਕੰਪਲੇਂਟ ਕਰੀਏ ਤੇ ਉਹਨੂੰ ਫਿਕਸ ਕਰ ਸਕਣ। ਇਸੇ ਹੀ ਤਰ੍ਹਾਂ ਜਿੱਦਾਂ ਮੇਰੇ 'ਚ ਕੋਈ ਕਮੀ ਆ ਤੇ ਤੁਸੀਂ ਮੈਨੂੰ ਦੱਸੋਗੇ ਤੇ ਮੈਂ ਉਹਨੂੰ ਫਿਕਸ ਕਰ ਸਕਦਾ। ਤੁਸੀਂ ਨਹੀਂ ਦੱਸੋਗੇ ਤੇ ਮੈਂ ਜ਼ਿੰਦਗੀ ਭਰ ਨਹੀਂ ਫਿਕਸ ਕਰਾਂਗਾ। ਔਰ ਤੁਸੀਂ ਜੇ ਸੋਚੋ ਕਿ ਮੈਂ ਕੋਈ ਜਾਦੂਗਰ ਆ, ਮੈਨੂੰ ਸੁਪਨਾ ਆ ਜਾਏ ਤੇ ਮੈਂ ਆਪਣੇ ਆਪ ਹੀ ਸਹੀ ਹੋ ਜਾ, ਏਦਾਂ ਇਟ ਇਜ਼ ਨਾਟ ਪੋਸੀਬਲ। ਤੁਸੀਂ ਉਸ ਬੰਦੇ ਨੂੰ ਦੱਸੋ ਜਰੂਰ। ਠੀਕ ਹੈ ਜੀ ਸੰਗਤ ਜੀ, ਫਿਰ ਆਪਾਂ ਵਾਪਸ ਕਮ ਬੈਕ ਟੂ ਦਾ ਪੁਆਇੰਟ। ਫਿਰ ਕਹਿੰਦੇ ਕਿ ਮਨ ਜਿਹੜਾ ਤੂੰ ਮੈਗਲ ਹੈ, ਮੈਗਲ ਦਾ ਮਤਲਬ ਮਸਤ ਹਾਥੀ, ਸ਼ਰਾਬ ਪੀਤੀ ਹੋਏ ਬਹੁਤ ਜ਼ਿਆਦਾ ਹਾਥੀ ਜਿਹੜਾ ਹੈਗਾ, ਆਪਣੇ ਮਰਜ਼ੀ ਨਾਲ ਚੱਲਣ ਵਾਲਾ ਮੈਗਲ ਕਹਿੰਦੇ ਉਹਨੂੰ। ਹਾਂ, ਫੋਨ ਆ ਗਿਆ ਵਿੱਚ। ਹੁਣ ਉਹ ਮੈਗਲ ਹੋ ਗਿਆ ਮਨ, ਤੇ ਫਿਰ ਉਹਦੇ ਵਿੱਚ ਮਨ ਦਾ ਮਤਲਬ ਇਹ ਆ ਕਿ ਆਪਣੇ ਆਪ ਦੀ ਜਿਹੜੀ ਹੋਂਦ ਆ ਉਸਦੇ ਨਾਲ ਕੁਝ ਹੋਰ ਜੋੜ ਲਿਆ, ਆਤਮਾ ਤੇ ਪਰਤਾਂ ਚਾੜ ਦਿੱਤੀਆਂ, ਕਾਮ, ਕ੍ਰੋਧ, ਲੋਭ, ਮੋਹ, ਹੰਕਾਰ ਦੀਆਂ। ਮੈਗਲ ਦਾ ਮਤਲਬ ਇਹ 5 ਤੱਤ। ਇਹ 5 ਔਗਣਾਂ 'ਚ ਜਦੋਂ ਆਪਾਂ ਗਤੀ ਕਰਦੇ ਹਾਂ ਤੇ ਮਨ ਜੀ ਕਰਦਾ ਹੈ ਕਿ ਮਨ ਫਿਰ ਇਹਨਾਂ ਦੇ ਵਿੱਚ ਰਲ ਕੇ ਤੇ ਇਹ ਇੱਕ ਆਪਣਾ ਨਕਲੀ ਰੂਪ ਤਿਆਰ ਕਰ ਲੈਂਦਾ। ਫਿਰ ਇਹ ਜਿਹੜੇ ਕਾਮ, ਕ੍ਰੋਧ, ਲੋਭ, ਮੋਹ, ਹੰਕਾਰ ਨੇ, ਤੇ ਮਨ ਦੀ ਜਿਹੜੀ ਫੌਜ ਹੈ। ਮਨ ਇੱਕ ਘੋੜਾ ਹੈ, ਨਹੀਂ, ਮਨ ਇੱਕ ਰੱਥ ਆ, ਰੱਥ ਦੇ ਗਾੜੀ 5 ਇਹ ਕਾਮ, ਕ੍ਰੋਧ, ਲੋਭ, ਮੋਹ, ਹੰਕਾਰ ਰੂਪੀ ਜਿਹੜੇ ਨਾ ਘੋੜੇ ਜੁੱਤੇ ਨੇ। ਤੁਸੀਂ ਵੇਖੋ, ਨਜ਼ਰ ਮਾਰੋ, ਅੱਜ ਸਾਰਾ ਦਿਨ ਦੇਖੋ ਕਿ ਤੁਹਾਨੂੰ ਕਿਹੜੇ ਘੋੜੇ ਨੇ ਖਿੱਚਿਆ। ਨਿਜਰ ਸਾਹਿਬ ਬਿਲਕੁਲ ਸਹੀ ਆ। ਸ਼ਾਮ ਤੱਕ ਤੁਹਾਨੂੰ ਪਤਾ ਲੱਗ ਜਾਣਾ, ਅੱਜ ਕਾਮ ਨੇ ਖਿੱਚਿਆ, ਕ੍ਰੋਧ ਨੇ ਖਿੱਚਿਆ, ਲੋਭ ਨੇ ਖਿੱਚਿਆ, ਮੋਹ ਨੇ ਖਿੱਚਿਆ, ਜਾਂ ਹੰਕਾਰ ਨੇ ਖਿੱਚਿਆ। ਔਰ ਜਦੋਂ ਇਹ ਘੋੜੇ ਤੁਹਾਨੂੰ ਖਿੱਚਦੇ ਨਾ, ਤੇ ਸਮਝ ਲਓ ਕਿ ਉਹ ਕੋਈ ਚੀਜ਼ ਚੰਗੀ ਨਹੀਂ ਆ, ਫਿਰ ਮੈਗਲ ਵਾਲਾ ਕੰਮ ਹੋ ਜਾਂਦਾ। ਠੀਕ ਹੈ ਨਿਜਰ ਸਾਹਿਬ, ਅੱਗੇ ਚੱਲੀਏ। ਅੱਗੇ ਹੁਣ ਮਹਾਰਾਜ ਦੱਸ ਰਹੇ ਵੀ ਕਿਸ ਤਰੀਕੇ ਦੇ ਨਾਲ ਜਿਹੜਾ ਹੈਗਾ ਆਪਣਾ ਸਾਈਜ਼ ਘਟਾਉਣਾ ਹੈ ਭਾਈ, ਉਹਦੇ ਵਿੱਚੋਂ ਦੀ ਲੰਘਣ ਦੇ ਵਾਸਤੇ ਕਿਹੜੀ ਚੀਜ਼ ਜਿਹੜੀ ਆ ਤੇਰੀ ਜਿਹੜੀ ਹੈਗੀ ਉਹਨੂੰ ਛੱਡਣਾ ਹੈਗਾ, ਉਹਨੂੰ ਡਰਾਪ ਕਰਨਾ ਹੈ। ਜਿਵੇਂ ਪਹਾੜ ਤੇ ਚੜ੍ਹਨਾ ਹੈ ਭਾਈ, ਸਮਾਨ ਜਿੰਨਾ ਕੁ ਜ਼ਰੂਰਤ ਹੈ ਓਨਾ ਕੁ ਲੈ ਕੇ ਜਾਓ। ਕਬੀਰ ਐਸਾ ਸਤਿਗੁਰ ਜੇ ਮਿਲੇ ਤੁੱਠਾ ਕਰੇ ਪਸਾਓ। ਕਹਿੰਦੇ ਦੇਖ, ਬ੍ਰਹਮ ਗਿਆਨ ਲੈਣਾ ਪਊਗਾ, ਬ੍ਰਹਮ ਗਿਆਨੀ ਕੋਲ ਜਾਣਾ ਪਊਗਾ, ਸਤਿਗੁਰੂ ਨੂੰ ਮਿਲਣਾ ਪਊਗਾ, ਔਰ ਉਹਨੇ ਖੁਸ਼ੀ ਦੇ ਨਾਲ ਤੈਨੂੰ ਜਿਹੜਾ ਹੈਗਾ, ਤੇਰੇ ਅੰਦਰ ਜਿਹੜਾ ਹੈਗਾ ਕਿਰਪਾ ਕਰ ਦੇਣੀ ਹੈ। ਪਸਾਓ ਦਾ ਮਤਲਬ ਹੈ ਤੈਨੂੰ ਗਿਆਨ ਦੇ ਦੇਣਾ। ਉਹਨੇ ਤੈਨੂੰ ਜਿਹੜਾ ਹੈਗਾ ਛੋਟੇ ਹੋਣ ਦਾ ਜਿਹੜਾ ਹੈਗਾ, ਉਹ ਸੂਈ ਦੇ ਨੱਕੇ ਤੋਂ, ਮੁਕਤੀ ਦਵਾਰ ਤੋਂ ਤੈਨੂੰ ਸਹਿਜ ਮੋਕਲਾ ਦਵਾਰ ਜਿਹੜਾ ਮੋਕਲਾ ਆਰਾਮ ਨਾਲ GT ਰੋਡ ਵਾਂਗੂ ਨਿਕਲਣਾ ਰਾਹ ਦੱਸ ਦੇਣਾ ਉਹਨੇ ਵੀ ਆਹ ਤਰੀਕਾ ਹੈਗਾ ਭਾਈ। ਕਬੀਰ ਐਸਾ ਸਤਿਗੁਰ ਜੇ ਮਿਲੇ ਤੁੱਠਾ ਕਰੇ ਪਸਾਓ। ਸਤਿਗੁਰੂ ਨੇ ਕੀ ਕਰਨਾ, ਉਹਨੇ ਕਹਿਣਾ ਭਾਈ ਆਹ ਜਿਹੜਾ ਕਾਰਨ ਸਰੀਰ ਚੜਾਇਆ ਹੋਇਆ ਇਹਨੂੰ ਘਟਾ, ਇਹਨੇ ਘਟਣਾ ਹੈ ਧਿਆਨ ਸਿਮਰਨ ਦੇ ਦੁਆਰਾ। ਇਹ ਵਿਚਾਰ ਬੰਦ ਕਰ, ਆਪਣੇ ਭਗਤੀ ਕਰ, ਧਿਆਨ ਸਿਮਰਨ ਕਰ, ਸਮਾਂ ਦੇ, ਪਰਮਾਤਮਾ ਦੇ ਨਾਲ ਪਿਆਰ ਪੈਦਾ ਹੋ ਜਾਏਗਾ ਔਰ ਤੇਰੇ ਮਨ ਨੂੰ ਪਾਵਰ ਆ ਜਾਏਗੀ। ਕਿਉਂ?
ਤੈਨੂੰ ਜਿਹੜਾ ਹੈਗਾ ਰਸਤੇ ਦੇ ਮੀਲ ਪੱਥਰ ਰਸਤੇ ਦੇ ਵਿੱਚ ਜਿਹੜਾ ਹੈਗਾ ਤੇਰੇ ਅੰਦਰ ਸ਼ਾਂਤੀ ਸਹਿਜ ਅਵਸਥਾ ਆਉਣੀ ਸ਼ੁਰੂ ਹੋ ਜਾਏਗੀ ਅਤੇ ਆਟੋਮੈਟੀਕਲੀ ਜਿਹੜਾ ਹੈਗਾ ਤੇਰਾ ਮਨ ਮੰਨ ਜਾਏਗਾ ਪ੍ਰੈਕਟੀਕਲ ਦੇ ਨਾਲ। ਮੁਕਤ ਦੁਆਰਾ ਮੋਕਲਾ ਸਹਿਜੇ ਆਓ ਜਾਓ, ਕਹਿੰਦੇ ਮੁਕਤ ਦੁਆਰਾ ਮੋਕਲਾ ਹੋ ਜਾਏਗਾ, ਆਰਾਮ ਨਾਲ ਸਹਿਜ ਦੇ ਨਾਲ ਉਹਦੇ ਵਿੱਚੋਂ ਦੀ ਲੰਘ ਸਕਦਾ ਹੈ ਤੂੰ। ਹਾਂਜੀ ਵੀਰ ਜੀ। ਹਾਂਜੀ ਠੀਕ ਹੈ ਜੀ। ਹੁਣ ਉਹ ਸਾਧ ਸੰਗਤ ਜੀ ਉਹ ਕਹਿੰਦੇ ਆ ਕਿ ਤੁਹਾਡੇ ਤਨ ਦੇ ਉੱਤੇ ਜੇ ਕੋਈ ਤੁਸੀਂ ਮੋਟਾ ਕੱਪੜਾ ਪਾਇਆ ਨਾ, ਉੱਥੇ ਜਗ੍ਹਾ ਇੰਨੀ ਕਿ ਕੇਵਲ ਤੁਹਾਡਾ ਤਨ ਲੰਘ ਸਕਦਾ ਹੈ, ਕੋਈ ਮੋਟਾ ਕੱਪੜਾ ਉੱਤੇ ਪਾ ਕੇ ਤੁਸੀਂ ਨਹੀਂ ਲੰਘ ਸਕਦੇ। ਬਿਲਕੁਲ। ਕਈ ਵਾਰ ਵੇਖਿਆ ਤੁਸੀਂ ਜੁੱਤੀ ਪਾਉਂਦੇ ਜੋ ਤੇ ਜਰਾਬ ਪਾਈ ਹੋਵੇ ਤੇ ਜਰਾਬ ਦੇ ਨਾਲ ਨਹੀਂ ਉਹ ਪੈਰ ਵੜਦਾ, ਹਾਂ ਜਰਾਬ ਲਾ ਦੋ ਤੇ ਪੈਰ ਵੜ ਜਾਂਦਾ। ਸਹੀ ਨਿਜਰ ਸਾਹਿਬ? ਬਿਲਕੁਲ ਠੀਕ ਹੈ ਜੀ, ਬਿਲਕੁਲ ਠੀਕ ਹੈ। ਇਸੇ ਕਰਕੇ ਮਨ ਨੂੰ ਕਹਿੰਦੇ ਆ ਕਿ ਮਨ ਨੂੰ ਕਹਿੰਦੇ ਕਿ ਇਹ ਜਰਾਬਾਂ ਨੂੰ ਉਤਾਰ ਦੇ ਤੇ ਤੈਨੂੰ ਕੋਈ ਪ੍ਰੋਬਲਮ ਨਹੀਂ ਆ, ਤੂੰ ਮੋਖਲਾ ਹੋ ਜਾਏਗਾ। ਰਸਤੇ ਨੇ ਮੋਖਲਾ ਹੋ ਜਾਣਾ, ਮਤਲਬ ਰਸਤਾ ਤੇ ਮੋਖਲਾ ਹੀ ਹੈ, ਰਸਤਾ ਨਹੀਂ ਕਿਤੇ ਵੱਡਾ ਛੋਟਾ ਹੁੰਦਾ। ਪਰ ਉੱਥੇ ਜਦੋਂ ਆਪਾਂ 5 6 7 ਕਿਸਮ ਦੀਆਂ ਜਰਾਬਾਂ ਪਾ ਲੈਂਦੇ ਆ ਤੇ ਫਿਰ ਉਹ ਜਿਹੜਾ ਮੁਕਤੀ ਦਾ ਦੁਆਰਾ ਔਖਾ ਹੋ ਜਾਂਦਾ। ਉੱਥੇ ਸਾਨੂੰ ਇਹਨਾਂ ਨੂੰ ਉਤਾਰਨਾ ਚਾਹੀਦਾ ਹੈ। ਔਰ ਉਤਾਰਨ ਦਾ ਤਰੀਕਾ ਕੀ ਹੈ? ਉਹ ਕਹਿੰਦੇ ਸੰਗਤ 'ਚ ਭੇਦ ਮਿਲੂਗਾ, ਉਹ ਤੁਹਾਨੂੰ ਦੱਸਣਗੇ। ਉਹੀ ਜਿਹੜਾ ਦਰਵਾਜ਼ਾ ਹੈ ਫਿਰ ਮੋਖਲਾ ਹੋ ਜਾਂਦਾ ਹੈ, ਉਹ ਖੁੱਲ ਜਾਂਦਾ ਹੈ। ਤੇ ਉਹਨੂੰ ਖੋਲਣ ਦਾ ਤਰੀਕਾ ਤੇ ਇੱਕੋ ਹੀ ਹੈ, ਭਗਤੀ। ਭਗਤੀ ਦਾ ਮਤਲਬ ਆ ਕਿ ਜਦੋਂ ਤੁਸੀਂ ਦੁੱਧ ਲਿਆਉਂਦੇ, ਪਹਿਲਾਂ ਗਾਵਾਂ ਨੂੰ ਪੱਠੇ ਪਾਏ, ਕੁਝ ਉਹਨੂੰ ਵੰਡ ਵੁੰਡ ਪਾਇਆ, ਦੁੱਧ ਦਿੱਤਾ, ਦੁੱਧ ਚੋ ਕੇ ਫਿਰ ਉਹਨੂੰ ਗਰਮ ਕੀਤਾ, ਫਿਰ ਉਹਦਾ ਦਹੀਂ ਜਮਾਇਆ, ਦਹੀਂ ਤੋਂ ਬਾਅਦ ਫਿਰ ਉਹਨੂੰ ਰਿੜਕਿਆ, ਰਿੜਕ ਕੇ ਉਹਦਾ ਮੱਖਣ ਬਣਾਇਆ, ਮੱਖਣ ਨੂੰ ਫੇਰ ਪਿਘਲਾਇਆ, ਫਿਰ ਦੇਸੀ ਘਿਓ ਬਣਾ ਲਿਆ ਜਾਂ ਜੋ ਵੀ ਹੈ। ਕਹਿਣ ਤੋਂ ਭਾਵ ਹੈ ਕਿ ਵਿਧੀ ਦੇ ਨਾਲ ਉਹ ਸਾਰਾ ਕੰਮ ਹੋਇਆ। ਜੇਕਰ ਤੁਹਾਨੂੰ ਗਿਆਨ ਨਹੀਂ ਹੈ ਤਾਂ ਉਹ ਚੀਜ਼, ਇਹ ਸਾਰਾ ਕੰਪਲੀਟ ਪ੍ਰੋਸੈਸ ਜਿਹੜਾ ਇੱਕ ਸਹੀ ਤਰੀਕੇ ਨਾਲ ਨਹੀਂ ਹੋ ਸਕਦਾ। ਜਦੋਂ ਆਪਾਂ ਨੂੰ ਚੰਗੀ ਸੰਗਤ ਮਿਲਦੀ ਹੈ ਉਹ ਸਾਨੂੰ ਵਿਧੀ ਦੱਸਦੀ ਹੈ। ਵਿਧੀ ਦਾ ਮਤਲਬ ਕਿ ਬਈ ਤੂੰ ਆਪਣੇ ਜੀਵਨ ਚੋਂ ਅੱਧਾ ਘੰਟਾ 1 ਘੰਟਾ ਆਪਣਾ ਕੱਢ ਤੇ ਆਪਣੇ ਨਾਲ ਬਹਿਣਾ ਹੈ, ਆਸਣ ਆਪਣੇ ਨਾਲ ਲਾ ਤੇ ਆਪਣੇ ਅੰਤਰਾਕਰਨ ਚ ਪ੍ਰਵੇਸ਼ ਹੋ, ਆਪਣੇ ਅੰਦਰ ਵੇਖ, ਤੇਰੇ ਅੰਦਰ ਜਿਹੜਾ ਵਿਚਾਰ ਮੰਡਲ ਕਿੱਦਾਂ ਦਾ ਹੈ ਤੂੰ ਦੇਖੇਗਾ, ਤੈਨੂੰ ਪਤਾ ਤੇ ਲੱਗੇ ਕਿ ਅਸਲੀ ਚਰਨਜੀਤ ਅੰਦਰ ਕਿੱਦਾਂ ਦਾ। ਜਿਹੜਾ ਚਰਨਜੀਤ ਇੱਥੇ ਬਣ ਕੇ ਬੈਠਾ ਹੈ ਨਾ, ਉਹ ਚਰਨਜੀਤ ਬਾਹਰੀ ਹੈ, ਇੱਕ ਬਾਹਰੀ ਰੂਪ। ਅਸਲੀ ਚ ਚਰਨਜੀਤ ਕਿੱਦਾਂ ਦਾ ਇਨਸਾਨ ਆ, ਇਹ ਉਦੋਂ ਪਤਾ ਲੱਗੂਗਾ ਜਦੋਂ ਮੈਂ ਅੱਖਾਂ ਬੰਦ ਕਰਕੇ, ਜਦੋਂ ਮੈਂ ਆਪਣੇ ਅੰਦਰ ਸਥਿਰ ਹੁੰਦਾ, ਫਿਰ ਮੇਰੀ ਅਸਲੀਅਤ ਮੇਰੇ ਸਾਹਮਣੇ ਆਉਂਦੀ ਹੈ। ਔਰ ਉਸ ਅਸਲੀਅਤ ਨੂੰ ਦੇਖਣਾ ਹੀ ਜੀਵਨ ਦਾ ਸਭ ਤੋਂ ਵੱਡਾ ਇੱਕ ਕੰਮ ਹੈ। ਬੰਦੇ ਨੂੰ ਸਾਰੀ ਚੀਜ਼ ਦਾ ਪਤਾ ਹੈ, ਬੰਦਾ ਕਿਤੇ ਵੀ ਆਪਣੇ ਆਪ ਨੂੰ ਦੇਖਦਾ ਨਹੀਂ। ਔਰ ਇਸ ਸੰਸਾਰ 'ਚ ਆਪਾਂ ਨੂੰ ਲੋਕਾਂ ਨੂੰ ਘੱਟ ਦੇਖਣਾ ਚਾਹੀਦਾ, ਆਪਣੇ ਆਪ ਨੂੰ ਜ਼ਿਆਦਾ ਦੇਖਣਾ ਚਾਹੀਦਾ। ਦੇਖੋ ਦੂਜੇ ਕਿੱਥੇ ਜਾ ਰਹੇ ਆ ਜਾਂ ਕੀ ਕਰ ਰਹੇ ਜਾਂ ਕੀ ਨਹੀਂ ਕਰ ਰਹੇ, ਉਹ ਐਡਾ ਇੰਪੋਰਟੈਂਟ ਨਹੀਂ ਆ, ਐਡਾ ਮਹੱਤਵਪੂਰਨ ਨਹੀਂ ਆ। ਮਹੱਤਵਪੂਰਨ ਦੁਨੀਆ ਤੇ ਸਭ ਤੋਂ ਵੱਡੀ ਚੀਜ਼ ਹੈ ਉਹ ਮੈਂ ਕੀ ਕਰ ਰਿਹਾ। ਦੇਖੋ ਤੁਸੀਂ ਭੀੜ ਦੇ ਵਿੱਚ ਕੋਈ ਕੰਮ ਕਰਦੇ ਜੋ ਨਾਲ ਰਲ ਕੇ, ਤੇ ਕਿਸੇ ਭੀੜ ਨੇ ਤੁਹਾਡੀ ਜ਼ਿੰਮੇਵਾਰੀ ਨਹੀਂ ਚੁੱਕਣੀ। ਜੋ ਕੰਮ ਤੁਸੀਂ ਕੀਤਾ ਹੈ, ਹੁਣ ਦੇਖੋ ਟੀਵੀ ਤੇ ਤੁਸੀਂ ਜਿਹੜੇ ਲੋਕਾਂ ਨੇ ਬੰਦੇ ਮਾਰੇ ਨੇ ਜਾਂ ਸੱਟ ਪੇਟ ਲਾਈ ਆ, ਜਦੋਂ ਪੁਲਿਸ ਫੜਦੀ ਹੈ ਨਿੱਜਰ ਸਾਹਿਬ ਕੇਵਲ ਉਹਨਾਂ ਬੰਦਿਆਂ ਨੂੰ ਫੜਦੀ ਹੈ ਜਿਨ੍ਹਾਂ ਨੇ ਕੁਝ ਕੀਤਾ ਹੁੰਦਾ। ਸਹੀ ਹੈ ਨਿੱਜਰ ਸਾਹਿਬ? ਬਿਲਕੁਲ। ਸਾਰੀ ਭੀੜ ਨੂੰ ਕੋਈ ਫੜ ਕੇ ਅੰਦਰ ਨਹੀਂ ਤਾੜ ਸਕਦਾ ਕਿਉਂਕਿ ਐਵੀਡੈਂਸ ਚਾਹੀਦੇ ਨੇ। ਇਸੇ ਤਰ੍ਹਾਂ ਜੇ ਕੋਈ ਕਰਦਾ ਵੀ ਆ ਤੇ ਉਹ ਉਹਦੇ ਕਰਮਾਂ ਦਾ ਜ਼ਿੰਮੇਵਾਰ ਹੈ। ਪਰ ਆਪਾਂ ਆਪਣੇ ਕਰਮਾਂ ਦੀ ਸਭ ਤੋਂ ਪਹਿਲੀ ਗੱਲ ਕਿ ਜ਼ਿੰਮੇਵਾਰੀ ਚੁੱਕੀਏ ਕਿ ਜਿਹੜਾ ਮੈਂ ਕੰਮ ਕੀਤਾ ਵਾ ਮੈਂ ਤਾਂ ਰਿਸਪੋਂਸੀਬਲ ਹੈਗਾ। ਜਿੰਨਾ ਚਿਰ ਤੱਕ ਆਪਾਂ ਰਿਸਪੋਂਸੀਬਿਲਿਟੀ ਨਹੀਂ ਚੁੱਕਦੇ ਉਹਨਾਂ ਚਿਰ ਤੱਕ ਅਸੀਂ ਅਧੂਰਾ ਜੀਵਨ ਬਤੀਤ ਕਰ ਰਹੇ। ਔਰ ਜਦੋਂ ਤੁਸੀਂ ਕੰਮ ਕੀਤਾ, ਦੇਖੋ ਕਹੋ ਕਿ ਮੈਂ ਕੀਤਾ ਤੇ ਗੱਲ ਖਤਮ ਹੋ ਗਈ ਨਿੱਜਰ ਸਾਹਿਬ। ਤੇ ਉਸ ਤੋਂ ਬਾਅਦ ਹੀ ਤੁਹਾਡਾ ਜੀਵਨ ਉੱਚਾ ਹੋ ਜਾਣਾ। ਰਿਸਪੋਂਸੀਬਿਲਿਟੀ ਚੱਕ ਲਓ, ਮਾੜਾ ਵੀ ਕੀਤਾ ਤੇ ਕੋ ਮੈਂ ਕਰ ਰਿਹਾ ਨਿੱਜਰ ਸਾਹਿਬ। ਬਿਲਕੁਲ। ਇਹਨੂੰ ਕਰੋ ਐਕਸੈਪਟ, ਜੇ ਚੰਗਾ ਵੀ ਕਰ ਰਹੇ ਕਹੋ ਮੈਂ ਕਰ ਰਿਹਾ। ਸੋ ਇੱਥੇ ਆਪਾਂ ਕਰਤਾ ਭਾਵ ਤੋਂ ਅੱਗੇ ਲੰਘਣਾ, ਉਸ ਦੇ ਲਈ ਸਾਨੂੰ ਭਗਤੀ ਕਰਨੀ ਪਊਗੀ। ਔਰ ਭਗਤੀ ਦਾ ਤਰੀਕਾ ਇੱਕੋ ਹੀ ਆ ਕਿ ਆਪਣੇ ਜੀਵਨ ਚੋਂ ਟਾਈਮ ਕੱਢੋ ਔਰ ਉਹ ਸ਼ਕਤੀ ਨੂੰ ਜਾਣਨਾ ਬਹੁਤ ਜ਼ਰੂਰੀ। ਔਰ ਜਦੋਂ ਤੁਸੀਂ ਉਸ ਦਿਸ਼ਾ ਦੇ ਵੱਲ ਗਤੀ ਕੀਤੀ, ਹੌਲੀ 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 ਕਰਕੇ ਜੀਵਨ ਚ ਉਚਾਈ ਆਵੇਗੀ। ਜੀਵਨ ਦੇ ਵਿੱਚ ਵੇਖੋ ਜਿਹੜਾ ਵੀ ਬੰਦਾ 5-6 ਮਹੀਨੇ ਭਗਤੀ ਕਰ ਜਾਂਦਾ ਹੈ ਨਾ, ਤੁਸੀਂ ਵੇਖੋ ਤੁਹਾਡੀ ਜ਼ਿੰਦਗੀ ਦੀ ਕਲੈਰਿਟੀ ਬਹੁਤ ਵੱਧ ਜਾਏਗੀ। ਤੁਹਾਡੀ ਨਜ਼ਰ ਜਿਹੜੀ ਹੈ ਨਾ ਉਹ ਬੜੀ ਸਾਫ਼ ਹੋ ਜਾਏਗੀ।
ਤੁਸੀਂ ਕਿਸੇ ਨਾਲ ਗੱਲ ਕਰੋਗੇ ਨਾ, ਪਤਾ ਲੱਗੂ ਅਗਲੇ ਬੰਦੇ ਨੂੰ ਇਹ ਬੰਦਾ ਕਿੱਥੋਂ ਬੋਲਣ ਦਿਆ। ਕਿਉਂਕਿ ਜਦੋਂ ਆਤਮਾ ਤੱਤ ਦੇ ਨਾਲ ਸਾਡਾ ਰਿਸ਼ਤਾ ਜੁੜ ਜਾਂਦਾ ਹੈ, ਸਾਡੀ ਜ਼ੁਬਾਨ 'ਚ ਬਹੁਤ ਦਮ ਆ ਜਾਂਦਾ ਹੈ, ਪਤਾ ਲੱਗਦਾ ਹੈ ਬੰਦਾ, ਇਹ ਬੰਦੇ ਦੇ ਪੱਲੇ ਹੈ ਕੁਝ। ਸੋ ਇਹ ਹੀ ਜੀਵਨ ਦਾ ਇੱਕ ਨਿਚੋੜ ਆ। ਔਰ ਉਹਦਾ ਜਿਹੜਾ ਪ੍ਰਾਪਤੀ ਕਰਨ ਦਾ ਰਸਤਾ ਕੀ ਹੈ? ਭਗਤੀ। ਭਗਤੀ ਕਰੀ ਜਾਓ ਤੇ ਇੱਕ ਨਾ ਇੱਕ ਦਿਨ ਤੁਸੀਂ ਆਪਣੇ ਆਪ ਹੀ ਪਹੁੰਚ ਜਾਣਾ। ਹਾਂਜੀ ਨਿਜਾ ਸਾਹਿਬ, ਆਪ ਕੁਝ ਕਹਿਣਾ ਚਾਹੁੰਦੇ? ਨਹੀਂ, ਬਸ ਬਿਲਕੁਲ ਸਹੀ ਹੈ ਜੀ। ਅਗਲਾ ਇੱਕ ਆਪਾਂ ਲੈ ਲਈਏ। ਇਸ ਤੋਂ ਅੱਗੇ ਜਿਹੜਾ ਹੈਗਾ ਕਬੀਰ ਜੀ ਦੱਸ ਰਹੇ ਆ ਕਿ ਪਰਮਾਤਮਾ ਦੇ ਨਾਲ ਮਿਲਾਪ ਹੋਣਾ ਹੈ ਅਤੇ ਉਹ ਜਿਹੜਾ ਹੈਗਾ ਮੋਹ ਜਿਹੜਾ ਹੈਗਾ ਤੈਨੂੰ ਆਕਾਰ ਦੇ ਨਾਲ, ਪਦਾਰਥਾਂ ਦੇ ਨਾਲ, ਇਹ ਵੀ ਮੋਹ ਤੈਨੂੰ ਛੱਡਣਾ ਪਊਗਾ। कबीर तू करता तू भया मुझ में रहा ना हूँ, जब आपा पर का मिट गया जत देखो तत तू। इत्थे कबीर जी कहते कबीर ना मोहे छान ना छापरी, ना मोहे करना कर नहीं गाँव। कबीर ना मोहे, ये ਮੋਹੇ ਵਰਡ ਜਿਹੜਾ ਹੈਗਾ ਇਹਦੇ 'ਤੇ ਹੋੜਾ ਵੀ ਲੱਗਿਆ, ਔਂਕੜ ਵੀ ਲੱਗੀ ਹੋਈ ਹੈ। ਐਕਚੁਅਲ ਵਰਡ ਮੋਹ ਹੈਗਾ ਅਤੇ ਇੱਥੇ ਕਬੀਰ ਜੀ ਜਿਹੜੇ ਹੈਗੇ ਇੱਥੇ ਕਿਉਂਕਿ ਇਹਨੂੰ ਗਾਉਣਾ ਹੈਗਾ, ਇਹਦੇ ਵਾਸਤੇ ਜਿਹੜਾ ਹੈ ਕਹਿੰਦੇ ਹੋੜੇ ਦੀ ਜਗ੍ਹਾ 'ਤੇ ਮੋਹੇ ਪੜ੍ਹ ਲਾ, ਥੋੜ੍ਹਾ ਜਿਹਾ ਮਾਤਰਾ ਘਟਾ ਦੇ, ਵਜਨ ਤੋਰ ਘੱਟ ਕਰ ਦੇ। ਕਬੀਰ ਨਾ ਮੋਹੇ ਛਾਨ ਨਾ ਛਾਪਰੀ, ਨਾ ਮੋਹੇ ਕਰ ਨਹੀਂ ਗਾਉਂ। ਕਹਿੰਦੇ ਮੇਰਾ ਕੋਈ ਛਾਨ ਛਪਰੀ ਨਹੀਂ ਹੈਗੀ ਭਾਈ, ਮੇਰਾ ਕੋਈ ਘਰ, ਮੇਰਾ ਕੋਈ ਰਿਸ਼ਤੇਦਾਰ ਨਹੀਂ ਆ। ਇਹ ਸਾਰੇ ਮਾਲਕ ਪਰਮਾਤਮਾ ਦੇ ਹੈਗੇ ਆ। ਇਹ ਵੀ ਯਾਤਰੂ ਹੈਗੇ, ਮੈਂ ਵੀ ਯਾਤਰੂ ਹੈਗਾ। ਨਾ ਮੇਰਾ ਸਰੀਰ ਹੈਗਾ, ਇਹ ਮੈਂ ਸਰੀਰ ਨਹੀਂ ਹੈਗਾ। ਔਰ ਨਾ ਹੀ ਇਹ ਆਕਾਰ 'ਚ ਸਾਰਾ ਮੋਹ ਜਦ ਜਿਹੜਾ ਹੈਗਾ ਆਹ ਸਟੇਜ ਆ ਜਾਂਦੀ ਆ ਅਤੇ ਕਹਿੰਦੇ ਕਿਉਂ ਮਤ ਹਰ ਪੁੱਛੇ ਕੌਣ ਹੈ, ਮੇਰੇ ਜਾਤ ਨਾ ਨਾਉ। ਕਹਿੰਦੇ ਕੀ ਪਤਾ ਮਾਲਕ ਜਿਹੜਾ ਹੈਗਾ ਆਹ ਚੀਜ਼ ਜਿਹੜਾ ਹੈਗਾ ਪੁੱਛ ਲੈ ਬਈ। ਕਹਿੰਦੇ ਮੇਰਾ ਕੋਈ ਜਾਤ ਨਹੀਂ ਹੈ, ਮੇਰਾ ਕੋਈ ਨਾਂ ਨਹੀਂ ਹੈਗਾ, ਮੇਰਾ ਕੋਈ ਸਾਰਾ ਕੁਛ ਮੈਂ ਡਰੋਪ ਕਰ ਦਿੱਤਾ। ਮੈਂ ਬਸ ਕਹਿੰਦੇ ਜੋਤ, ਬਸ ਉਹ ਜਿਹੜਾ ਨੂਰ ਜਿਹੜਾ ਉਹੀ ਹੈਗਾ ਭਾਈ। ਆਪਣਾ ਬਰਾਬਰ ਪ੍ਰੋਪਰ ਸਾਈਜ਼ ਦੇ ਉੱਤੇ ਆ ਗਏ। ਹਾਂਜੀ ਗੋਰਕੀ ਸਾਹਿਬ। ਦੇਖੋ ਆ ਗਈ ਨਾ ਗੱਲ, ਕਬੀਰ ਜੀ ਨੇ ਵੀ ਉਹ ਗੱਲ ਕਹਿਤੀ, ਮੇਰੀ ਕੋਈ ਜਾਤ ਨਹੀਂ ਹੈ, ਨਾ ਮੇਰਾ ਕੋਈ ਨਾਂ ਆ। ਹਾਂ, ਨਾਂ ਤੇ ਸੰਸਾਰ ਨੇ ਦਿੱਤਾ ਹੈ। ਨਾਂ ਕਿੱਥੇ ਆਇਆ ਸੀ? ਸਿੱਖ ਸੀ, ਹਿੰਦੂ ਸੀ, ਮੁਸਲਮਾਨ ਸੀ। ਜਦੋਂ ਬੱਚਾ ਪੈਦਾ ਹੁੰਦਾ ਉਸ ਤੋਂ ਬਾਅਦ ਉਹਨੂੰ ਮਜਬੂਰ ਬਣਾਇਆ ਜਾਂਦਾ ਹੈ, ਪਹਿਲਾਂ ਤਾਂ ਕੁਛ ਵੀ ਨਹੀਂ ਹੁੰਦਾ। ਹਾਂ, ਮੁਸਲਮਾਨ ਕੀ ਕਰਦੇ, ਇਹਨੂੰ ਹੜਾ ਕੱਪੜਾ ਪਾ ਦਿੰਦਾ ਹੈ, ਉਹਦੀ ਇੱਕ ਵਿਧੀ ਆਪਣੀ ਹੈ, ਪੰਡਿਤ ਆਪਣੇ ਹਿਸਾਬ ਨਾਲ ਚੱਲਦਾ ਹੈ, ਸਿੱਖ ਆਪਣੇ ਹਿਸਾਬ ਨਾਲ ਚੱਲਦਾ ਹੈ, ਈਸਾਈ ਆਪਣੇ ਹਿਸਾਬ ਨਾਲ ਚੱਲਦਾ। ਬੱਚੇ ਨੂੰ ਬਾਅਦ ਦੇ ਵਿੱਚ ਉਹਦਾ ਉੱਤੇ ਸਟੈਂਪ ਲਾਈ ਜਾਂਦੀ ਹੈ, ਪਹਿਲਾਂ ਤੇ ਬੱਚਾ ਹੀ ਹੈ। ਔਰ ਜਦ ਤੱਕ ਅਸੀਂ ਅਨਭੋਲ ਨਹੀਂ ਬਣ ਜਾਂਦੇ, ਇੱਕ ਜਿੱਦਾਂ ਬੱਚੇ ਵੇਖੋ ਇਨੋਸੈਂਟ ਹੁੰਦੇ ਆ, ਉਸੇ ਤਰ੍ਹਾਂ ਹੀ ਜਿੰਨਾ ਚਿਰ ਤੱਕ ਅਸੀਂ ਅਨਭੋਲ ਨਹੀਂ ਬਣ ਜਾਂਦੇ, ਇਹਨਾਂ ਚਲਾਕੀਆਂ ਤੋਂ ਪਰੇ ਨਹੀਂ ਚੱਲ ਜਾਂਦੇ, ਉਹਨਾਂ ਚਿਰ ਤੱਕ ਅਸੀਂ ਦੂਰ ਹਾਂ। ਪਰੇ ਚੱਲ ਜਾਂਗੇ ਤੇ ਗੱਲ ਖਤਮ ਹੋ। ਇਹਨਾਂ ਤੋਂ ਅੱਗੇ ਜਾਣਾ ਪੈਣਾ ਹੈ। ਜਦ ਤੱਕ ਆ ਪੂਰੇ ਬੈਠੇ ਇਹਨਾਂ ਦੇ ਵਿੱਚ ਬੈਠੇ ਆ ਤੇ ਸਮਝ ਲਓ ਕਿ ਆਪਾਂ ਸੰਸਾਰ 'ਚ ਬੈਠੇ ਆ। ਕਿਉਂਕਿ ਪਰਮਾਤਮਾ ਦੇ ਕੋਲ ਕੇਵਲ ਉਹੀ ਬੰਦਾ ਜਾ ਸਕਦਾ ਹੈ ਜਿਹੜਾ ਅਨਭੋਲ ਹੈ, ਬੱਚਿਆਂ ਦੇ ਵਾਂਗੂ ਇੱਕਦਮ ਅਨਭੋਲ। ਪਰ ਇਹੋ ਹੀ ਸਾਡੇ ਜੀਵਨ ਦੀ ਪ੍ਰਾਪਤੀ ਹੈ। ਤੇ ਠੀਕ ਹੈ ਨਿਜਾ ਸਾਹਿਬ? ਹਾਂਜੀ ਬਿਲਕੁਲ ਠੀਕ ਹੈ, ਬਿਲਕੁਲ ਸਹੀ ਹੈ। ਇੱਕ ਹੋਰ ਲੈ ਲਿਆ ਗੋਰਕੀ ਸਾਹਿਬ, आखिरी। कबीर मोह मरने का चाव है, मरों ਤਾਂ हर कै द्वार। ਕਹਿੰਦੇ ਮੇਰੇ ਅੰਦਰ ਚਾਹ ਹੈਗਾ ਬਈ, ਚਾਹ ਹੈਗਾ ਕਿਉਂਕਿ ਹਾਲੇ ਤਾਂ ਹਾਰੇ ਕਾਰਨ ਸਰੀਰ ਪੂਰਾ ਹੈਗਾ ਕਿ ਹਾਲੇ ਤਾਂ ਚਾਹ ਪੈਦਾ ਹੋਇਆ। ਕਹਿੰਦੇ ਮੇਰੇ ਅੰਦਰ ਚਾਹ ਹੈਗਾ ਵੀ ਮੈਂ ਜਿਹੜਾ ਹੈਗਾ ਇਹ ਕਾਰਨ ਸਰੀਰ ਨੂੰ ਖਤਮ ਕਰ ਦੇਵਾਂ, ਮੈਂ ਆਪਣਾ ਨਾਮੋ ਨਿਸ਼ਾਨ ਮਿਟਾ ਦੇਵਾਂ, ਮੈਂ ਆਪਣੀ ਜਾਤ ਪਾਤ ਜਿਹੜੀ ਜੋ ਵੀ ਮੇਰਾ ਮੈਂ ਮੇਰੀ ਹੈਗੀ ਇਹਨੂੰ ਖਤਮ ਕਰ ਦੇਵਾਂ। ਮੇਰੇ ਅੰਦਰ ਚਾਹ ਹੈਗਾ। ਇਹ ਚਾਹ ਕਿਵੇਂ ਪੂਰਾ ਹੋ ਸਕਦਾ ਹੈ? कबीर मोहे मरने का चाव है, मरों ਤਾਂ हर कै द्वार। ਕਹਿੰਦੇ ਚਾਹ ਪੂਰਾ ਕਰਨਾ ਹੈ ਤੇ ਬਸ ਮਾਲਕ ਦੀ ਸ਼ਰਨ ਦੇ ਵਿੱਚ ਚਲੇ ਜਾ, ਮਾਲਕ ਦੇ ਦਰ ਤੇ ਬਹਿ ਜਾ ਕੇ ਚਾਹ ਪੂਰਾ ਹੋ ਜਾਏਗਾ। ਮਰੋਂ ਤਾਂ ਹਰ ਕੇ ਦੁਆਰ। ਕਹਿੰਦੇ ਹਰੀ ਦੇ ਦੁਆਰ ਤੇ ਹੀ ਮਰ ਸਕਦਾ ਹੈ ਪਿਆਰਿਆ। ਮਾਲਕ ਪਰਮਾਤਮਾ ਨੂੰ ਉਹਦਾ ਦੁਆਰ ਕਿਹੜਾ ਹੈਗਾ ਮਾਲਕ ਦਾ? ਆਪਣੇ ਅੰਦਰ ਵੜੇਗਾ ਤਾਂ ਹੀ ਮਰ ਸਕਦਾ ਹੈ।
ਕਬੀਰ ਮੋਹ ਮਰਨੇ ਕਾ ਚਾਅ। ਬਾਹਰ ਤਾਂ ਫੇਰ ਜਿਹੜਾ ਹੈਗਾ ਆਕਾਰ ਸ਼ੁਰੂ ਹੋ ਜਾਣਾ ਹੈ, ਪਦਾਰਥ ਚੋਗਾ ਰਸ ਕਾ। ਕਬੀਰ ਮੋਹ ਮਰਨੇ ਕਾ ਚਾਉ ਹੈ, ਮਰੋ ਤਾਂ ਹਰ ਕੈ ਦੁਆਰ। ਮਤ ਹਰ ਪੁੱਛੇ ਕੌਣ ਹੈ, ਪਰਾ ਹਮਾਰੇ ਬਾਰ। ਕਹਿੰਦੇ ਕਿਉਂ ਮਰਨਾ ਚਾਹੁੰਦਾ ਹੈ? ਕਹਿੰਦੇ ਕਿਤੇ ਦਰਵਾਜ਼ਾ ਖੋਲ ਲੈ ਮਾਲਕ ਪਰਮਾਤਮਾ, ਭਈ ਪੁੱਛ ਲੈ, ਮੇਰਾ ਵੀ ਨੰਬਰ ਆ ਜਾਏ ਭਾਈ, ਮੇਰਾ ਵੀ ਮੇਰੇ ਉੱਤੇ ਵੀ ਜਿਹੜਾ ਹੈਗਾ ਮਾਲਕ ਦੀ ਬਖਸ਼ਿਸ਼ ਹੋ ਜਾਏ। ਮਤ ਹਰ ਪੁੱਛੇ ਕੌਣ ਹੈ, ਪਰਾ ਹਮਾਰੇ ਬਾਹਰ। ਹਾਂਜੀ ਗੋਰਕੀ ਸਾਹਿਬ। ਠੀਕ ਹੈ ਜੀ। ਉਹ ਕਹਿੰਦੇ ਕਬੀਰ ਮੋਹ ਮਰਨੇ ਕਾ ਚਾਉ ਹੈ, ਮਰੋ ਤਾਂ ਹਰ ਕੇ ਦੁਆਰ। ਉਹ ਕਹਿੰਦੇ ਪਹਿਲੀ ਗੱਲ ਤੇ ਮੈਨੂੰ ਮਰਨ ਦਾ ਸ਼ੌਂਕ ਹੈ, ਫਿਰ ਮਰਨਾ ਵੀ ਕਹਿੰਦੇ ਆ ਕਿ ਹਰ ਦੇ ਦਰਬਾਰ ਹੈ, ਉਹਦੇ ਪੈਰਾਂ 'ਚ ਮਰਨਾ ਹੈ, ਉੱਥੇ ਹੀ ਮਾਰਿਆ ਜਾ ਸਕਦਾ ਹੈ। ਔਰ ਉਹ ਮਰਨ ਦਾ ਮਤਲਬ ਕੀ ਹੈ? ਫਿਰ ਕਹਿੰਦੇ ਜਿਸ ਮਰਨੀ ਸੇ ਜਗ ਡਰੇ, ਮੇਰੇ ਮਨ ਆਨੰਦ ਮਰਨੇ ਹੀ ਤੇ ਪਾਈਏ ਪੂਰਨ ਪਰਮਾਨੰਦ। ਬਿਲਕੁਲ ਪਰਮਾਨੰਦ ਨੂੰ ਮਿਲਣਾ। ਔਰ ਉੱਥੇ ਮਰ ਜਾਂਦਾ ਹੈ ਬੰਦਾ, ਤੁਸੀਂ ਮਰ ਜਾਣਾ ਹੈ, ਤੁਸੀਂ ਮਰ ਜਾਣਾ ਹੈ ਤੇ ਤਾਂ ਹੀ ਤਾਂ ਸੱਚ ਨੇ ਪ੍ਰਗਟ ਹੋਣਾ ਹੈ। ਜਦ ਤੱਕ ਮੈਂ ਆਵਾਂ ਤਾਂ ਫਿਰ ਉਹ ਕਿੱਥੇ ਹੈ? ਬਿਲਕੁਲ। ਸਾਡਾ ਸਾਰਾ ਜਿਹੜਾ ਤਾਮ ਝਾਮ ਹੈ ਨਾ, ਇਹ ਸਭ ਨਸ਼ਟ ਹੋ ਜਾਣਾ। ਜਿੱਦਾਂ ਹਮਨ ਦੇ ਵਿੱਚ ਵੇਖਿਆ ਨੀ, ਉਹ ਆਹੁਤੀ ਪਾਉਂਦੇ ਨੇ, ਅਗਨੀ ਮਾਤਾ ਮੈਂ ਤੈਨੂੰ ਆ ਅਰਪਣ ਕਰਦਾ। ਇਸੇ ਹੀ ਤਰ੍ਹਾਂ ਤੁਸੀਂ ਭਗਤੀ ਕਰਦੇ ਜਾਣਾ, ਬਾਕੀ ਆਪਣੇ ਆਪ ਹੀ ਹੋ ਜਾਣਾ ਹੈ, ਕੁਛ ਕਰਨ ਦੀ ਲੋੜ ਨਹੀਂ। ਬਸ ਠੀਕ ਹੈ। ਉਹ ਕਹਿੰਦੇ ਨਾ ਕਿ ਹਲਦੀ ਆ ਤੇ ਕਲੀ ਦਾ ਜਦੋਂ ਮਿਲਣ ਹੁੰਦਾ ਹੈ ਤੇ ਰੰਗ ਆਪੇ ਬਦਲ ਜਾਂਦਾ ਹੈ, ਉਹਦਾ ਵੀ ਰੂਪ ਤੇ ਅੱਗੇ ਜਾਂਦਾ ਤੇ ਉਹਦਾ ਵੀ ਤੇ ਅੱਗੇ ਜਾਂਦਾ। ਤੇ ਇਹੋ ਹੀ ਸਾਡਾ। ਸੋ ਇਸ ਚੀਜ਼ ਨੂੰ ਆਪਾਂ ਸਮਝਣਾ ਹੈ। ਭਗਤੀ ਕਰੋ। ਭਗਤੀ ਦਾ ਮਤਲਬ ਇਹੋ ਹੀ ਹੈ, ਥੋੜਾ ਜਿਹਾ ਆਪਣੇ ਜੀਵਨ ਚੋਂ ਕੁਝ ਸਮਾਂ ਕੱਢੋ, ਕਿਉਂਕਿ ਉੱਥੇ ਇਨਵੈਸਟਮੈਂਟ ਚਾਹੀਦੀ ਹੈ। ਤੇ ਇੱਕ ਵਾਰੀ ਤੁਸੀਂ ਤੁਰ ਪਏ ਤੇ ਫਿਰ ਕੋਈ ਮਸਲਾ ਨਹੀਂ, ਫਿਰ ਤੇ ਆਪਣੇ ਆਪ ਹੀ ਬ੍ਰਹਮ ਨੇ ਤੁਹਾਨੂੰ ਖਿੱਚ ਲੈਣਾ। ਧਰਤੀ ਦੀ ਰੇਡੀਅਸ ਜਦੋਂ ਕੋਈ ਚੀਜ਼ ਆ ਜਾਂਦੀ ਹੈ ਫਿਰ ਧਰਤੀ ਖਿੱਚ ਲੈਂਦੀ। ਅਜੇ ਆਪਾਂ ਪਤਾ ਕਿੱਥੇ ਬੈਠੇ ਆ? ਅਜੇ ਉਹਦੇ ਐਟਮੋਸਫੇਅਰ ਚੋਂ ਬਾਹਰ ਬੈਠੇ ਆ ਆਪਾਂ, ਗ੍ਰੈਵਿਟੇਸ਼ਨ ਤੋਂ ਬਾਹਰ। ਹਾਂ, ਉੱਥੇ ਪਰਮਾਤਮਾ ਵੀ ਕੋਈ ਜ਼ੋਰ ਨਹੀਂ, ਉੱਥੇ ਪਰਮਾਤਮਾ ਵੀ ਕੁਝ ਨਹੀਂ ਕਰ ਸਕਦਾ। ਉਹ ਕਹਿੰਦਾ ਬੈਠਾ ਤੂੰ ਇੱਥੇ ਕਿਉਂਕਿ ਮੇਰੀ ਮੈਗਨੇਟ ਚ ਨਹੀਂ ਆਇਆ ਤੂੰ। ਜਦੋਂ ਉਹਦੇ ਸਰਕਲ ਚ ਆ ਜਾਏਗਾ ਫਿਰ ਤੇ ਖਿੱਚ ਲੈਣਾ ਉਹਨੇ, ਤੇਰਾ ਵੀ ਨਹੀਂ ਜ਼ੋਰ ਚੱਲਣਾ। ਹਾਂ, ਹਾਲੇ ਤੂੰ ਮਾਇਆ ਦੇ ਮੈਗਨੇਟ ਚ ਬੈਠਾ ਹੈ। ਅਜੇ ਤੂੰ ਉੱਪਰੇ ਬੈਠਾ, ਉੱਥੇ ਪਹੁੰਚ ਨਹੀਂ ਹੈਗੀ ਮੇਰੀ। ਉੱਥੇ ਮੇਰਾ ਜਿਹੜਾ ਮੈਗਨੇਟ ਕੰਮ ਨਹੀਂ ਕਰਦੀ ਜਿੱਥੇ ਤੂੰ ਬੈਠਾ। ਠੀਕ ਹੈ ਜੀ ਨੀਤਾ ਸਾਹਿਬ? ਬਿਲਕੁਲ, ਬਹੁਤ ਵਧੀਆ ਗੋਰਕੀ ਸਾਹਿਬ, ਬਹੁਤ ਕਮਾਲ ਦੀ ਗੱਲ। ਠੀਕ ਹੈ। ਕਹਿੰਦੇ ਜੀ ਉਹੀ ਗੱਲ ਆ ਗਈ ਵੀਰ ਜੀ ਕਿ ਉਹ ਵਿਚਾਰ ਮੰਡਲ ਕ੍ਰਾਸ ਕਰਕੇ ਉਹਦੇ ਮੰਡਲ ਤੱਕ ਪਹੁੰਚਣਾ ਪਏਗਾ, ਫੇਰ ਹੀ ਉਹਦੀ ਖਿੱਚ ਦੇ ਵਿੱਚ ਆਵਾਂਗੇ। ਅਦਰਵਾਈਜ਼ ਤਾਂ ਅਸੀਂ ਧਰਤੀ ਦੀ ਖਿੱਚ ਦੇ ਵਿੱਚ ਹੀ ਆ ਨਾ। ਥੋੜੇ ਵਿਚਾਰ ਥੋੜੇ ਡਰਾਪ ਕਰ ਦੋ, ਆਪਣੇ ਆਪ ਜਿਹੜਾ ਹੈਗਾ ਮੰਡਲ ਉਹਦੇ ਨੇੜੇ ਤਾਂ ਭਰਾਵੋ ਖਿੱਚ ਸ਼ੁਰੂ ਹੋ ਜਾਣੀ। ਕਹਿ ਰਿਹਾ ਉੱਥੇ ਪਹੁੰਚਣ ਦੀ ਬਸ, ਉੱਥੇ ਪਹੁੰਚਣ ਦੀ ਦੇਰ ਹੈ, ਫਿਰ ਉਹ ਖਿੱਚ ਲੈਂਦਾ। ਹਾਂ, ਮਾਇਆ ਨੇ ਜਿਹੜਾ ਜਕੜਿਆ ਹੋਇਆ ਮਾਇਆ ਦਾ ਮੰਡਲ ਤਾਂ ਆਪਾਂ ਥੋੜਾ ਜਿਹਾ ਉਹਨੂੰ ਤਾਂ ਖੋਲੀਏ ਨਾ, ਉਹਦੇ ਮਾਇਆ ਦੀ ਖਿੱਚ ਤਾਂ ਬੰਦ ਕਰੀਏ ਨਾ। ਹਾਂਜੀ, ਸ਼ੁਰੂਆਤ ਕਰੀਏ। ਪਹਿਲਾਂ ਜਾ ਕੇ ਉੱਥੇ ਬਈਏ ਕਲਾਸ ਚ, ਪ੍ਰੋਫੈਸਰ ਕੀ ਕਹਿੰਦਾ, ਟੀਚਰ ਕੀ ਸਮਝਾਉਂਦਾ, ਕਿਤਾਬਾਂ ਚ ਕੀ ਲਿਖਿਆ, ਉਹਨੂੰ ਵਿਚਾਰ ਕਰੋ, ਉਹਨੂੰ ਸੁਣੋ, ਤੇ ਫਿਰ ਆਟੋਮੈਟਿਕਲੀ ਮੁੱਠੀ ਹੌਲੀ ਹੋ ਜਾਣੀ। ਬਿਲਕੁਲ। ਤੇ ਫਿਰ ਜਿੱਦਾਂ ਸੁਰਤੀ ਆ ਤੇ ਆਟੋਮੈਟਿਕਲੀ ਹੀ ਗ੍ਰੈਵਿਟੇਸ਼ਨ ਚ ਆ ਜਾਣੀ ਆ। ਫਿਰ ਸੁਰਤੀ ਨੂੰ ਜਦੋਂ ਆਤਮਾ ਖਿੱਚ ਲੈਂਦੀ ਫਿਰ ਬਹੁਤ ਮੁਸ਼ਕਲ ਹੈ, ਤੁਸੀਂ ਚਾਹ ਕੇ ਵੀ ਸੁਰਤੀ ਨੂੰ ਬਾਹਰ ਨਹੀਂ ਕੱਢ ਸਕਦੇ, ਕਿਉਂਕਿ ਆਤਮਾ ਨੇ ਵਾਪਸ ਖਿੱਚ ਲਈ ਹੈ। ਉਸੇ ਨੂੰ ਹੀ ਸੱਚ ਚੇਤ ਆਨੰਦ ਕਿਹਾ, ਉਸਨੂੰ ਅਸਲੀ ਮਰਨਾ ਕਿਹਾ, ਜਿਹੜਾ ਕਬੀਰ ਜੀ ਕਹਿੰਦੇ ਨਾ ਮੈਂ ਤੇਰੇ ਦੁਆਰ ਚ ਆ ਕੇ ਮਰ ਜਾ। ਮਰਨ ਦਾ ਦਿਲ ਤੇ ਕਰਦਾ ਹੈ, ਪਰ ਮੈਂ ਏਦਾਂ ਦਾ ਮਰਨਾ ਚਾਹੁੰਦਾ ਇਹਦੀ ਐਸੀ ਮਰਨੀ ਜੋ ਮਰੇ ਬਹੁਤ ਨਾ ਮਰਨਾ ਹੋਵੇ। ਉਸ ਮਰਨੇ ਨੂੰ ਬੜਾ ਜ਼ਬਰਦਸਤ ਮੌਤ ਕਿਹਾ ਗਿਆ, ਔਰ ਜਿੰਨਾ ਚਿਰ ਤੱਕ ਆਪਾਂ ਮਰ ਨਹੀਂ ਜਾਂਦੇ ਉਸ ਤਰੀਕੇ ਨਾਲ, ਉਹਨਾਂ ਚਿਰ ਤੱਕ ਆਪਾਂ ਘੜੀ ਚ ਘੁੰਮੀ ਜਾਣਾ। ਬਸ ਇਹੋ ਹੀ ਕਹਿਣਾ ਚਾਹੁੰਦੇ ਹਾਂ। ਅੱਜ ਦੀ ਵਿਚਾਰ ਇੱਥੇ ਸਮਾਪਤ। ਹਾਂਜੀ, ਬਹੁਤ ਵਧੀਆ ਗੋਰਕੀ ਸਾਹਿਬ, ਬਹੁਤ ਵਧੀਆ। ਠੀਕ ਹੈ ਜੀ। ਏਕ ਓਂਕਾਰ ਸਤਿਨਾਮ ਕਰਤਾ ਪੁਰਖ। ਹਾਂ ਨਿਰਭਉ ਨਿਰਵੈਰ ਅਕਾਲ ਮੂਰਤਿ ਅਜੂਨੀ ਸੈਭੰ ਗੁਰ ਪ੍ਰਸਾਦ। ਮਾਈਕ ਬੰਦ ਕਰ ਦਿਓ। ਹਾਂਜੀ। ਇਹ ਮੇਰੇ ਪਿਤਾ ਗਰੀਬ ਨਵਾਜ ਬਾਣੀ ਪੜ੍ਹਦਿਆਂ ਵਿਚਾਰ ਕਰਦਿਆਂ ਅਨੇਕਾਂ ਪ੍ਰਕਾਰ ਦੀਆਂ ਭੁੱਲਾਂ ਤੇ ਗਲਤੀਆਂ ਹੋ ਗਈਆਂ। ਰਦਾਨ ਬੱਚੇ ਸਮਝ ਕੇ ਮਾਫ਼ ਕਰੋ। ਅੱਗੇ ਤੋਂ ਸ਼ੁੱਧ ਤੇ ਸਪਸ਼ਟ ਬਾਣੀ ਪੜ੍ਹਨ ਦੀ ਆਗਿਆ ਬਖਸ਼ਣੀ ਮੇਰੇ ਮਾਲਿਕ। ਤੇ ਨਿਰੋਗਤਾ ਬਖਸ਼ਣੀ, ਘਰ ਵਿੱਚ ਸੁੱਖ ਸ਼ਾਂਤੀ ਬਖਸ਼ਣੀ ਮੇਰੇ ਮਾਲਿਕ। ਘਰ ਵਿੱਚ ਸੁੱਖ ਸ਼ਾਂਤੀ ਬਖਸ਼, ਨਾਮਦਨ ਬਖਸ਼ੋ। ਇਹ ਮੇਰੇ ਪਿਤਾ ਦੋ ਅਰਦਾਸਾਂ ਆਈਆਂ ਨੇ, ਇੱਕ ਤੇ
ਮਾਂ ਬਾਪ ਆਪਣੇ ਬੱਚੇ ਦੀ ਅਰਦਾਸ ਕਰਾਉਂਦੇ ਨੇ, ਉਹਨਾਂ ਨੂੰ ਤੰਦਰੁਸਤੀ ਬਖਸ਼ੋ, ਦੇਹ ਲੋਕਤਾ ਬਖਸ਼ੋ, ਮੇਰੇ ਪਿਤਾ ਜੋ ਵੀ ਸਰੀਰ 'ਚ ਕਸ਼ਟ ਹੈ ਉਹਨੂੰ ਦੂਰ ਕਰੋ ਮੇਰੇ ਮਾਲਿਕ, ਬਿਰਤੀ ਨਾ ਜਾਏ ਜਨ ਕੀ ਅਰਦਾਸ। ਇੱਕ ਮੇਰੇ ਪਿਤਾ ਇੱਕ ਅਰਦਾਸ ਨੇ, ਇੱਕ ਭੈਣ ਜੀ ਅਰਦਾਸ ਕਰਾਉਂਦੇ ਨੇ, ਉਹ ਕਹਿੰਦੇ ਨੇ ਕਿ ਉਹਨਾਂ ਦਾ ਧਿਆਨ ਸਿਮਰਨ ਦੇ ਵਿੱਚ ਮਨ ਲੱਗੇ, ਭਗਤੀ ਕਰ ਸਕਣ, ਆਪ ਮਿਹਰ ਕਰੋ ਮੇਰੇ ਮਾਲਿਕ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਵਾਹਿਗੁਰੂ 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 ਤਾਂ ਸੰਗਤ ਜੀ ਦੀ ਚੁੱਪ ਹੋ ਜਾਓ। ਵਾਹਿਗੁਰੂ 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 ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ।